शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 9:09 ਹੋਏ ਨੇ। ਮੰਗਲਵਾਰ ਦਾ ਦਿਨ ਹੈ, 13 ਅਕਤੂਬਰ ਹੈ, ਵਰਾ 2020 ਦਾ। 28 ਅੱਸੂ ਨਾਨਕ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ ਜੀ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਅੱਜ ਖਾਸ ਗੱਲਬਾਤ ਹੋਣੀ ਹੈ। ਪਹਿਲੇ ਹਿੱਸੇ ਦੇ ਵਿੱਚ ਪੰਜਾਬ ਦੇ ਵਿੱਚ 1998 ਦੇ ਵਿੱਚ ਇੱਕ ਇੰਡੀਆ ਟੂਡੇ ਨੇ ਇਨਵੈਸਟੀਗੇਟਿਵ ਰਿਪੋਰਟ ਕੀਤੀ ਸੀ ਕਿ ਕਿੰਨੀਆਂ ਵਿਆਹੀਆਂ ਉਡੀਕ ਰਹੀਆਂ ਵੀ ਕਦ ਬਲੈਤੀਏ ਅਮਰੀਕਾ ਤੇ ਕੈਨੇਡਾ ਵਾਲੇ ਸਾਨੂੰ ਲੈ ਕੇ ਜਾਣ। ਅੱਜ 22 ਵਰ੍ਹਿਆਂ ਬਾਅਦ ਗੱਲ ਉਦੋਂ ਵੀ ਖਤਰਨਾਕ ਹੋਈ ਹੈ। ਨਾ ਉਹ ਤਲਾਕਸ਼ੁਦਾ ਨੇ, ਨਾ ਉਹ ਵਿਆਹੀਆਂ ਹੋਈਆਂ ਨੇ, ਉਡੀਕ ਰਹੀਆਂ ਨੇ। ਬੰਦੇ ਆ ਕੇ ਵਾਪਸ ਨਹੀਂ ਜਾਂਦੇ ਲੈਣ। ਉਹਨਾਂ ਤੇ ਅੱਜ ਗੱਲਬਾਤ ਹੋਏਗੀ ਪਹਿਲੇ ਹਿੱਸੇ ਦੇ ਵਿੱਚ। ਨਾਲ ਖਬਰਾਂ ਦੇ ਨਾਲ ਦੂਸਰੇ ਹਿੱਸਿਆਂ ਦੇ ਵਿੱਚ ਦੋ ਛੋਟੀਆਂ ਸੈਗਮੈਂਟਸ। RCMP ਬਨਾਮ ਸਰੀ ਪੁਲਿਸ ਦੀ ਗੱਲਬਾਤ, ਇਹਨਾਂ ਇਲੈਕਸ਼ਨ ਦੇ ਵਿੱਚ ਵੱਡਾ ਮੁੱਦਾ ਹੈ। ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਇਸਤਰੀਆਂ ਦਾ ਸਥਾਨ, ਇਸਤਰੀ ਦਾ ਸਤਿਕਾਰ ਜਿਹੜਾ ਹੈ ਉਹ ਕਿੰਨਾ। ਇਹ ਜਿਹੜੀਆਂ ਗੱਲਾਂ ਬਾਤਾਂ ਹੈ ਕਿ ਕਿਤੇ ਵੀ ਰਲ ਮਿਲ ਕੇ ਬੈਠ ਕੇ ਕੁਝ ਵੀ ਕੋਈ ਬੋਲਦਾ ਹੈ, ਉਹਦਾ ਅੰਤਰੀਵ ਕੀ ਆ। ਜਿਹੜੀ ਸਤੰਬਰ 17 ਦੀ ਰੋਸਟ ਰੈਲਫ ਸੁਲਤਾਨ ਦੀ ਹੋਈ, ਉਹ ਹਲੇ ਟਿਕ ਨਹੀਂ ਰਹੀ। ਰੋਸਟ ਕੀਤਾ ਪਿਆ ਉਹਨੂੰ ਲਿਬਰਲ ਪਾਰਟੀ ਨੂੰ। ਉਹਦਾ ਜਵਾਬ ਜਿਹੜਾ ਲੀਡਰ ਐਂਡਰਿਊ ਵਿਲਕਿਨਸਨ ਨੇ ਦੇਣਾ ਹੈ। ਪਰ ਉਹ ਸ਼ਬਦਾਵਲੀ ਜਿਹੜੀ ਸੀ, ਉਹ ਸ਼ਬਦਾਵਲੀ ਬਹੁਤ ਖਤਰਨਾਕ ਸੀ। ਕੀ ਉਹਦੇ ਵਿੱਚੋਂ ਨਸਲਵਾਦ ਦਾ ਮੁਸ਼ਕ ਆਉਂਦਾ ਸੀ ਜਾਂ ਉਹ ਕੀ ਸੀ। ਥੇਨਵਾਟ ਨੇ ਜਿਹੜੀ ਇਹ ਗੱਲਬਾਤ ਕੀਤੀ ਹੈ, ਉਹਦਾ ਇਸ਼ੂ ਕੀ ਆ। ਕੀ ਥੋਰਨਵੇਟ ਨੇ ਇਸ ਦੇ ਇਸ਼ੂ ਦੇ ਵਿੱਚ ਕੀ ਉਹ ਤਾਇਵਨੀਜ਼ ਕੁੜੀ ਜਿਹੜੀ ਯੰਗੈਸਟ MLA ਬਣੀ, ਉਹ ਜਿਹੜੀ ਟਾਰਗੇਟ ਕੀਤੀ ਗਈ, ਉਹਦਾ ਕਾਰਨ ਕੀ ਸੀ। ਰੈਲਫ ਸੁਲਤਾਨ ਨੂੰ ਤੁਸੀਂ ਰੋਸਟ ਕਰੋ ਨਾ ਕਰੋ, 84 ਵਰ੍ਹਿਆਂ ਦੇ ਨੂੰ, ਉਹ ਖਿੜਖਿੜਾ, ਉਹ ਵੀ ਹੱਸਦਾ ਹੈ। ਪਰ ਨਾਲ ਐਂਡਰਿਊ ਵਿਲਕਿਨਸਨ ਜਿਹਨੇ ਆਪਣੇ ਆਪ ਨੂੰ ਅਪਲਾਈ ਕੀਤਾ ਹੈ ਜੋਬ ਲਈ ਕਿ ਮੈਂ ਮੁੱਖ ਮੰਤਰੀ ਇਸ ਸੂਬੇ ਦਾ ਬਣਨਾ, ਉਹਦੇ ਹੁੰਦਿਆਂ ਜਿਹੜੀ ਇਹ ਗੱਲ ਹੈ ਉਹ ਬਹੁਤ ਵੱਡੀ ਗੱਲ ਹੈ। ਸੋ ਇਸ ਦੇ ਬਾਰੇ ਗੱਲਬਾਤ ਹੋਏਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ। 604 204 0600 604 204 0600 ਤੇ ਤੁਸੀਂ ਜਿਹੜੀ ਮੇਰੇ ਨਾਲ ਗੱਲਬਾਤ ਕਰਨੀ ਹੈ ਤੇ ਨਾਲ ਸ਼ਾਮਲ ਹੋਣਾ। ਗੱਲਬਾਤ ਦੇ ਵਿੱਚ ਤੁਸੀਂ ਜਿੱਥੋਂ ਵੀ, ਕਿਉਂਕਿ ਇੱਕ ਹੋਰ ਵੀ ਇਸ਼ੂ ਹੈ ਕਿ ਪਿਛਲੇ ਦਿਨੀ ਇਹ ਦੱਸਿਆ ਗਿਆ ਕਿ ਜਿੱਥੋਂ ਦੂਰੋਂ ਵੀ ਲੋਕ ਜਿਹੜੇ ਸੁਣਦੇ ਨੇ, ਉਹਨਾਂ ਨੂੰ ਉਹਨਾਂ ਦੇ ਖਿੱਤੇ ਦੀ ਗੱਲ ਜ਼ਰੂਰ ਕਰਿਆ ਕਰੋ। ਅਲਬਰਟਾ ਦੀ, ਵਿਨੀਪੈਗ ਦੀ, ਮੈਨੀਟੋਬਾ ਦੀ ਜਾਂ ਟੋਰਾਂਟੋ ਦੇ ਏਰੀਏ ਦੀ। ਸਰ ਜਸਵੀਰ ਸਿੰਘ ਗਰੇਵਾਲਾ ਨੇ ਉਹ ਚੇਚਾ ਕਿਹਾ। ਮੈਂ ਕਿਹਾ ਬਿਲਕੁਲ ਤੁਹਾਡੀਆਂ ਖਬਰਾਂ ਹੋਇਆ ਕਰਨਗੀਆਂ, ਤੁਸੀਂ ਵੀ ਨਾਲ ਸ਼ਾਮਲ ਹੋਇਆ ਕਰਨਾ। ਸ਼ੇਰੇ ਪੰਜਾਬ radio.ca ਤੇ ਲਿਸਨ ਲਾਈਵ ਤੁਸੀਂ ਕਰ ਸਕਦੇ ਹੋ। ਐਪ ਤੁਸੀਂ ਇੱਕ ਹਫ਼ਤਾ ਉਡੀਕਣਾ ਹੈ। ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਐਪ ਜਿਹੜਾ ਹੈ ਉਹ ਮਿਲ ਜਾਣਾ ਤੇ ਤੁਸੀਂ ਉਸ ਐਪ ਤੇ ਸੁਣ ਸਕਦੇ ਹੋ। ਪਰ ਹੁਣ ਥੋੜਾ ਸਮਾਂ 5-4 ਦਿਨ ਸ਼ੇਰੇ ਪੰਜਾਬ radio.ca ਤੇ ਆਨ 에ਅਰ ਨੰਬਰ 604 204 0600 604204 0600। ਹਰਜੀਤ ਸਿੰਘ ਗਿੱਲ ਫੈਨ ਪੇਜ ਤੇ ਤੁਸੀਂ ਕੋਈ ਸੁਨੇਹਾ ਭੇਜ ਸਕਦੇ ਹੋ। ਸ਼ੋਅ ਦੇ ਦੌਰਾਨ ਕੋਈ ਤੁਹਾਡਾ ਸੁਨੇਹਾ ਹੋਵੇ ਤਾਂ ਉਸ ਨੂੰ 6047291224 ਤੇ ਵੀ ਬ੍ਰੇਕ ਦੇ ਵਿੱਚ ਮੈਂ ਪੜ੍ਹ ਕੇ, ਕਈ ਵਾਰ ਕੋਈ ਰਾਏ ਹੁੰਦੀ ਆ, ਦੂਰ ਬੈਠੇ ਪ੍ਰੋਗਰਾਮ ਤੇ ਗੱਲ ਨਹੀਂ ਕਰ ਸਕਦੇ ਹੁੰਦੇ, ਤਾਂ ਇਸ ਤਰ੍ਹਾਂ ਵੀ ਸੁਨੇਹਾ ਭੇਜ ਸਕਦੇ। ਅੱਡੋ ਅੱਡ ਰਾਏ ਹੋ ਜੇ, ਬੈਲੀਆਂ ਦੀ ਸ਼ਹਿ ਹੋ ਜੇ ਨਾ ਘਰ ਝੇੜਾ ਮੁੱਕੇ, ਖੇਤ ਲਾਉਣਾ ਗੇੜਾ ਮੁੱਕੇ, ਖੜੀ ਜੇ ਫਸਲ ਵਿੱਚ ਕਾਂਗਿਆਰੀ ਉੱਗ ਜੇ, ਇੱਥੇ ਆ ਕੇ ਫਿਰ ਚੰਗਾ ਲਾਣਾ ਡੁੱਬ ਜੇ। ਸੀਰੀ ਲਾਣੇਦਾਰ ਹੋ ਜੇ, ਖੁਦ ਮੁਖਤਿਆਰ ਹੋ ਜੇ। ਮਾਪਿਆਂ ਦੀ ਜੇ ਨਾ ਚੱਲੇ, ਪੁੱਤ ਕੀਤੇ ਹੋਣ ਕੱਲੇ, ਬੁੱਢੇ ਬਾਰੇ ਭਰੇ ਜਾਣ ਕਾਲਜੇ ਚੋਂ ਰੁੱਗ ਜੇ, ਇੱਥੇ ਆ ਕੇ ਫਿਰ ਚੰਗਾ ਲਾਣਾ ਡੁੱਬ ਜੇ। ਨੂੰਹ ਜੇ ਲੜਾਕੀ ਹੋ ਜੇ, ਪ੍ਰਾਹੁਣਾ ਨੰਗ ਖਾਕੀ ਹੋ ਜੇ, ਪੁੱਤ ਹੱਥੋਂ ਬਾਹਰ ਹੋ ਜੇ, ਨਾਰ ਬਦਕਾਰ ਹੋ ਜੇ, ਬੀਜੇ ਖੇਤ ਡਾਰ ਉਦੋਂ ਚਿੜੀਆਂ ਦੀ ਚੁੱਗ ਜੇ, ਇੱਥੇ ਆ ਕੇ ਫਿਰ ਚੰਗਾ ਲਾਣਾ ਡੁੱਬ ਜੇ। ਪੁੱਤ ਪਿਓ 'ਚ ਓਲਾ ਜੇ ਨਾ, ਭਰੋਸੇ ਦਾ ਵਿਚੋਲਾ ਜੇ ਨਾ, ਬਲੈਕੀਏ ਦਾ ਨਾਤਾ ਹੋ ਜੇ, ਠੇਕੇ ਉੱਤੇ ਖਾਤਾ ਹੋ ਜੇ, ਕਰਜ਼ੇ ਦੀ ਸੂਲ ਜਦੋਂ ਪੈਰਾਂ ਵਿੱਚ ਚੁੱਭ ਜੇ, ਇੱਥੇ ਆ ਕੇ ਫਿਰ ਚੰਗਾ ਲਾਣਾ ਡੁੱਬ ਜੇ।
ਕਚਹਿਰੀਆਂ ਦੇ ਰਾਹ ਪੈ ਜੇ, ਥਾਣਿਆਂ ਨਾ ਵਹਿ ਪੈ ਜੇ, ਮੰਗਟਾ ਕੋਈ ਕੇਸ ਪੈ ਜੇ, ਬੰਦਾ ਕੌਡੀ ਮੁੱਲ ਰਹਿ ਜੇ, ਜੇ ਕਿਹੜਾ ਦਾਊ ਮਾਜਰੇ ਉਹ ਲਿਖੀਆਂ ਤੋਂ ਲੁਕ ਜੇ, ਇੱਥੇ ਆ ਕੇ ਫਿਰ ਚੰਗਾ ਚੰਗਾ ਲਾਣਾ ਡੁੱਬ ਜੇ, ਇੱਥੇ ਆ ਕੇ ਫਿਰ ਚੰਗਾ ਚੰਗਾ ਲਾਣਾ ਡੁੱਬ ਜਾ। ਸੁਰਿੰਦਰ ਦਾਊ ਮਾਜਰਾ ਲਿਖਦਾ ਹੈ। ਦਾ ਫੇਰ ਇੱਕ ਵਾਰ ਧੰਨਵਾਦ, ਜਿੱਥੇ ਵੀ ਬੈਠੇ ਹੋ ਪ੍ਰੋਗਰਾਮ ਸੁਣ ਰਹੇ ਹੋ। ਮੌਸਮ ਬੇਈਮਾਨ ਹੋਇਆ ਪਿਆ ਤੇ ਇਉਂ ਹੀ ਰਹਿਣਾ ਇਹਨੇ ਤਾਂ। ਹੁਣ ਆਪਣਾ ਆਪ ਹੀਲਾ ਕਰੋ ਪਾਣੀ ਪੱਲਿਆਂ ਦਾ। ਪਾਣੀ ਪੱਲੇ ਕਹਿੰਦੇ ਪੰਜਾਬ ਦੇ ਵਿੱਚ, ਜਦ ਫੌਜੀ ਰਿਟਾਇਰ ਹੋ ਕੇ ਆਉਂਦਾ ਨਾ ਉਹਨੂੰ ਦੇ ਦਿੰਦੇ। ਓਵਰਕੋਟ ਬੜਾ ਹੁੰਦਾ, ਖਾਕੀ ਉੱਪਰ ਦੀ ਬੱਦਰੀਆਂ ਲਮਕਦੀਆਂ ਹੁੰਦੀਆਂ, ਜਦ ਉਹ ਲਾ ਕੇ ਤੇ ਸਿਰ ਦੇ ਉੱਪਰ ਦੀ ਵੀ ਟੋਪੀ ਜਿਹੀ ਲੱਗ ਜਾਂਦਾ। ਕਹਿੰਦਾ ਯਾਰ ਆਹ ਫੌਜੀ ਨੇ ਬਹੁਤ ਤੰਗ ਕਰ ਲਏ। ਦਰਵਾਜ਼ੇ ਬੈਠੇ ਕਹਿੰਦੇ, ਉਹ ਕਹਿੰਦਾ ਕਿਉਂ? ਕਹਿੰਦਾ ਯਾਰ ਆਹ ਲੰਘਦਾ ਬਹੁਤ ਹੈ, ਇਹ ਆਹ ਲੈ ਕੇ ਪਾਣੀ ਪੱਲਾ ਤੰਗ ਕਰਦਾ ਇਹ। ਕਿਉਂਕਿ ਝੁੰਮ ਮਾਰੀ ਬੈਠੇ ਜਿਨ੍ਹਾਂ ਨੇ ਯੂਰੀਆ ਘੁਮਾ ਕੇ ਸਿਰ 'ਤੇ ਖਾਲੀ ਗੱਟਾ ਲੈ ਕੇ ਤੁਰੇ ਜਾਣਾ ਤੇ ਪਿੱਛੋਂ ਪਿੱਠ ਸਿਰਫ ਲਕੋਈ ਹੋਣੀ ਤੇ ਬਾਕੀ ਥੱਲੇ ਕਿਹੜਾ ਗਮਸ਼ੂ ਪਾਏ ਹੁੰਦੇ ਤੀ, ਨੰਗੇ ਪੈਰੀ ਹੋਈ ਤੇ ਬੱਲੇ ਬੱਲੇ ਕਰਦੇ। ਤੇ ਫੌਜੀ ਵੱਲ ਨੂੰ ਵੇਖ ਕੇ ਕਹਿੰਦੇ ਯਾਰ ਇਹਨੇ ਬਹੁਤ ਤੰਗ ਕਰ ਲਿਓ। ਕਹਿੰਦਾ ਬਈ ਸਰਹੱਦ 'ਤੇ ਮਦਦ ਕੀਤੀ ਹੈ, ਸਰਹੱਦ 'ਤੇ ਕੰਮ ਬਹੁਤ ਕੀਤਾ ਹੈ, ਸਰਦਾਰ ਦੇਸ਼ ਨੂੰ ਬਚਾਇਆ, ਤਾਂ ਇਹਦੇ ਕਰਕੇ ਇਹ ਪਾਣੀ ਪੱਲੇ ਇਹਨਾਂ ਨੂੰ ਮਿਲਦੇ ਆ। ਪਾਣੀ ਪੱਲਿਆਂ ਵਾਲੇ ਤੇ ਖਾਕੀ ਖਾਲੀ ਜਿਹੜੇ ਰਿਓ ਦੇ ਥੈਲੇ ਸਿਰਾਂ 'ਤੇ ਲੈਣ ਵਾਲੇ, ਉਹ ਰਿਓ ਨੇ ਜਿਹੜੀਆਂ ਅੱਡੀਆਂ ਖਾ ਲੀਆਂ। ਰਿਓ ਜਿਹੜਾ ਅੱਡੀਆਂ ਦੀਆਂ ਵਿਆਹੀਆਂ ਦੇ ਵਿੱਚ ਦੀ ਸਰੀਰ ਨੂੰ ਚੜ੍ਹ ਗਿਆ। ਕੱਲ੍ਹ 75 80 ਸਾਲ ਦੇ ਬਜ਼ੁਰਗਾਂ ਨੂੰ ਜਦ ਤੁਰੇ ਜਾਂਦਿਆਂ ਨੂੰ ਗੱਲਾਂ ਬਾਤਾਂ ਪੁੱਛਣ, ਪੱਤਰਕਾਰ ਕਹਿੰਦਾ ਬਾਬੇ ਕਿਵੇਂ ਹੋ? ਉਹ ਕਹਿੰਦਾ ਸਿਰੇ ਲੱਗੀ ਪਈ ਆ ਗੱਲ, ਭੋਰਾ ਵੀ ਘਬਰਾਉਂਦੇ ਨਹੀਂ, ਦੇਖ ਸਹੀ ਬਣਦਾ ਕੀ ਆ ਗਾਂ ਗਾਂ। ਕਹਿੰਦਾ ਬਾਬੇ 75 ਸਾਲ ਉੱਪਰ ਦੀ ਗਾਤਰੇ, ਹਰੀਆਂ ਪੱਗਾਂ, ਨਾਲ ਯੂਨੀਅਨ ਦਾ ਬਿੱਲਾ, ਇਹ ਟਿਪੀਕਲ ਵਰਦੀ ਆ ਸਾਡੇ ਬਜ਼ੁਰਗਾਂ ਦੀ ਉੱਥੇ। ਉਹ ਕਹਿੰਦੇ ਸਿਰੇ ਲਾ ਕੇ ਛੱਡਾਂਗੇ, ਇਉਂ ਨਹੀਂ ਹੈ, ਅਸੀਂ ਤਾਂ ਕੱਢ ਲਈ ਲੰਘ ਲਈ। ਇੱਕ ਨੂੰ ਕਹਿੰਦਾ ਬਾਬੇ ਜੇ ਫੜ ਕੇ ਲਿਆ, ਉਹ ਕਹਿੰਦਾ ਨਜ਼ਾਰਾ ਆਜੂ, ਘਰੇ ਤਾਂ ਹੁਣ ਕੰਮ ਕਰਨ ਨੂੰ ਕੋਈ ਨਹੀਂ, ਜੇਲ੍ਹ 'ਚ ਡਾਵਾਂਗੇ ਮੰਜਾ ਜਾ ਕੇ। ਪਰ ਹੁਣ ਇੱਕ ਪਾਸੇ ਹੋਊ ਪੰਜਾਬ ਦੀ ਗੱਲ, ਇਹ ਨਹੀਂ ਹੈ ਕਿ ਆਹ ਵੀ ਹੋ ਜਾਏ ਤੇ ਆਹ ਵੀ ਹੋ ਜਾਏ, ਦੋਨੇ ਚੀਜ਼ਾਂ ਨਹੀਂ ਹੁੰਦੀਆਂ। ਯੂਨੀਅਨ ਨਾਲ ਥਿੜਕ ਜਵੇ, ਮੀਟਿੰਗਾਂ ਸੱਦੀਆਂ ਜਾ ਰਹੀਆਂ, ਗੱਲਾਂ ਬਾਤਾਂ ਹੋ ਰਹੀਆਂ, ਤੇ ਗੱਲ ਲੱਗਦਾ ਕਿਤੇ ਤਣ ਪੱਤਣ ਲੱਗ ਜਾਣੀ ਹੈ। ਕਿਉਂਕਿ ਰਾਜਨੀਤਿਕ ਬਾਹਰ ਨੇ, ਸਿੱਧੇ ਜ਼ਿਮੀਂਦਾਰ ਮੁਖਾਤਬ ਨੇ। ਪਰ ਇੱਕ ਗੱਲ ਜਿਹੜੀ ਪਤਾ ਲੱਗ ਗਈ ਨਾ, ਉਹ ਲੋਕਾਂ ਨੂੰ ਇਹ ਪਤਾ ਲੱਗ ਗਈ ਵੀ ਹੁਣ ਇਹਦੇ ਵਿੱਚ ਦੀ ਅਸੀਂ, ਜੇ ਇਹ ਹੋ ਗਈ ਫਿਰ ਸਾਡੀ ਬੱਚਤ ਕੋਈ ਨਹੀਂ। ਹੁਣ ਇੱਕ ਹੋਰ ਜਿਹੜਾ ਫਿਕਰ ਪੰਜਾਬ 'ਚ ਵੱਡ ਖਾਂਦਾ ਹੈ, ਉਹ ਕਹਿੰਦੇ ਯਾਰ ਲਿਮਟਾਂ ਨੇ ਜਿਹੜੀਆਂ, ਲਿਮਟਾਂ ਨਾ ਹੁਣ ਕਿਤੇ ਵਾਪਸ ਬੈਂਕਾਂ ਮੰਗ ਲਏ। ਅੱਗੇ ਨਵੇਂ ਪੁਰਾਣੇ ਕਾਗਜ਼ ਕਰਦੇ ਸੀ, ਜੇ ਹੁਣ ਲਿਮਟਾਂ ਮੰਗ ਲੀਆਂ ਤਾਂ ਪੈਸੇ ਹੈ ਨਹੀਂ। ਫਿਰ ਗੱਲ ਹੁਣ ਇਹ ਆ ਬਈ ਬਾਹਰਲੇ ਕਿੰਨਾ ਕੁ ਜ਼ੋਰ ਲਾਉਣਗੇ। ਅੱਗੇ ਕਾਰਨ ਕੀ ਕੀਤਾ ਪਿਛਲੇ 5 ਸਾਲਾਂ 'ਚ? ਬਰਬਾਦੀ ਉਹ ਸਾਡੀ ਉੱਥੋਂ ਹੋਈ ਜਦ ਜ਼ਮੀਨ 'ਤੇ ਜਿਹੜੀ ਲੈਂਡ ਮਾਰਗੇਜ ਬੈਂਕਾਂ ਪਿੰਡਾਂ 'ਚ ਹੁੰਦੀਆਂ, ਸਹਿਕਾਰੀ ਸਭਾਵਾਂ ਜਿਹਨੂੰ ਲੈਂਡ ਮਾਰਗੇ ਕਹਿੰਦੇ ਪਿੰਡ ਵਾਲੇ, ਉਹਦੇ ਤੇ 20-50 ਮਸਾਂ ਮਿਲਦਾ ਰੇਹ ਜੋਗਾ। ਅਤੇ ਉਹ 6 ਮਹੀਨੇ ਬਾਅਦ ਜਿਹੜਾ ਚੌਂਕੀਦਾਰ ਪਿੰਡ 'ਚ ਗੇੜੇ ਦੇਣ ਲੱਗ ਜਾਂਦਾ ਘਰ ਘਰ 'ਚ। ਜੇ ਦਰਾਂ 'ਚ 3 ਵਾਰ ਆ ਜਾਵੇ, ਗੁਆਂਢੀ ਕਹਿੰਦੇ ਇਹਨਾਂ ਨੇ ਪੈਸੇ ਦੇਣੇ ਰੇਹ ਦੇ। ਸ਼ਰਮ ਦੇ ਮਾਰੇ ਦੂਜੇ ਦਿਨ ਜਿਹੜਾ ਜਾ ਕੇ ਪੈਸੇ ਦੇ ਕੇ ਜਾਂਦੇ। ਜਦ ਇਹਨਾਂ ਪ੍ਰਾਈਵੇਟ ਬੈਂਕਾਂ ਨੇ ਅਜਾੜਾ ਇਹ ਸ਼ੁਰੂ ਕੀਤਾ, ਸਾਨੂੰ ਪਤਾ ਬਹੁਤ ਦੇਰ ਬਾਅਦ ਲੱਗਦਾ, ਜਿਵੇਂ 47 ਦਾ ਬਾਅਦ 'ਚ ਪਤਾ ਲੱਗਿਆ, ਇਸੇ ਤਰ੍ਹਾਂ ਹੀ ਪਤਾ ਨਾ ਲੱਗਿਆ ਕਿ ਇਹ ਤੁਹਾਨੂੰ ਆ ਕੇ ਕੀ ਕਰਨ ਲੱਗੇ ਨੇ ਇੱਥੇ, ਇਹ ਕੀ ਕਰਨਾ ਚਾਹੁੰਦੇ ਨੇ ਤੁਹਾਡੇ ਲਈ। ਇਹ ਤੁਹਾਨੂੰ ਉਜਾੜਨ ਲਈ ਜਿਹੜਾ ਤੁਹਾਡੀ ਇੱਕ ਕਿੱਲੇ ਤੇ 10-10 ਲੱਖ ਦਿੰਦੇ ਨੇ, ਜੱਟੋ ਕਿੱਥੋਂ ਮੋੜੋਗੇ? ਪਤਾ ਨਾ ਲੱਗਿਆ, ਪੈਸੇ ਚੱਕ ਲਏ। ਲਾਈਨ ਆਫ ਕ੍ਰੈਡਿਟ ਜਦ ਸ਼ੁਰੂ ਹੋ ਗਈ, ਇੱਕ ਕਿੱਲੇ ਤੇ 10-10 ਲੱਖ ਰੁਪਈਆ ਚੱਕ ਲਿਆ, ਹੁਣ ਕਿੱਥੇ ਮੋੜੇ? ਉਹਨਾਂ ਨਾਲ ਪੁੱਤ ਬਾਹਰ ਨੂੰ ਪਰਦੇਸੀ ਤੌਰ 'ਤੇ ਡਬਲ ਕੰਮ ਹੋ ਗਈ, ਜ਼ਮੀਨ ਗਹਿਣੇ ਹੋ ਗਈ ਤੇ ਜਵਾਨੀ ਪਰਦੇਸੀ ਕਰਤੀ। ਜਵਾਨੀ ਪਰਦੇਸੀ ਹੋਣੀ ਸੀ, ਹੈ ਹੀ ਕੁਛ ਨਹੀਂ ਸੀ, ਤਾਂ ਕੀ ਕਰਨਾ ਸੀ ਉਹਨਾਂ ਨੇ? ਹੈ ਤਾਂ ਅੱਜ ਤੋਂ 30 ਸਾਲ 35 ਸਾਲ ਪਹਿਲਾਂ ਨੌਕਰੀਆਂ ਨਹੀਂ ਸੀ। ਜਦੋਂ ਪਰਦੇਸੀ ਹੋ ਗਏ ਬਸ ਫਿਰ ਗੱਲ ਨਿਬੜ ਗਈ, ਉਹਨਾਂ ਨੂੰ ਬਾਹਰ ਕਰਤਾ। ਪੈਸੇ ਨਵੇਂ ਪੁਰਾਣੇ ਹੋ ਜਾਂਦੇ। ਬੈਂਕ ਮੈਨੇਜਰ ਇੱਕ ਦਿਨ ਦੇ ਕਿਸੇ ਤੋਂ ਫੜ ਕੇ ਜੇ 20 ਲੱਖ 30 ਲੱਖ ਰੁਪਈਆ ਇੱਕ ਮਹੀਨੇ 1-2 ਦਿਨ ਮੋੜਨਾ, ਉਹਦੇ ਲਈ ਪਿੰਡ ਦੇ ਸ਼ਾਹੂਕਾਰ ਨੂੰ ਲੱਭ ਲੈਂਦਾ ਮੈਨੇਜਰ। ਲੱਖ ਰੁਪਈਆ ਮੈਨੇਜਰ ਰੱਖ ਲੈਂਦਾ, ਲੱਖ ਸ਼ਾਹੂਕਾਰ ਨੂੰ 2 ਦਿਨਾਂ ਦਾ ਦੇ ਦਿੰਦਾ। 2 ਲੱਖ ਰੁਪਈਆ ਜੱਟ ਕਿਤੋਂ ਫੜ ਕੇ ਲਿਆ ਕੇ ਦੇ ਦਿੰਦਾ ਮੈਨੇਜਰ ਸਾਹਿਬ ਨੂੰ। ਲੱਖ ਰੁਪਈਆ ਸ਼ਾਹੂਕਾਰ ਦੇ ਵਿੱਚ ਨੂੰ ਦੇ ਕੇ ਉਹਦਾ 25-30 ਲੱਖ
ਅਕਾਊਂਟ 'ਚ ਦਿਖਾ ਕੇ ਕਾਗਜ਼ ਨਵੇਂ ਪੁਰਾਣੇ ਕਰਕੇ ਤੀਜੇ ਦਿਨ ਫਿਰ ਬਰਾਬਰ ਗੱਲ ਕਰ ਦਿੰਦੇ। ਇਹ ਬਰਬਾਦੀ ਹੋਈ ਪੰਜਾਬ ਦੀ। ਪਰ ਸਾਰਾ ਕੁਝ ਉਹ ਨਹੀਂ ਹੁੰਦਾ ਜਿਹੜਾ ਕਿ ਅਸੀਂ ਸੋਚਦੇ ਹਾਂ। ਬਹੁਤ ਕੁਝ ਉਹ ਹੋ ਜਾਂਦਾ ਜਿਹੜਾ ਇਸ ਦੁਨੀਆ ਨੂੰ ਚਲਾਉਣ ਵਾਲਾ ਕਰਤਾ ਹੈ ਉਹ ਸੋਚਦਾ। ਪੰਜਾਬ ਦੀ ਗੱਲ ਇੰਨੀ ਕਿ ਤੁਹਾਡੇ ਨਾਲ ਕਰਨੀ ਸੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਆ ਕੇ ਪੰਜਾਬ ਦੀ ਉਹ ਦੂਜੀ ਗੱਲ ਕਰਨੀ ਹੈ, ਉਹ ਪਰਿਵਾਰਾਂ ਬਾਰੇ ਜਿਨ੍ਹਾਂ ਦੇ ਮਾਪੇ ਝੂਰ ਰਹੇ ਨੇ, ਜਿਹੜੀਆਂ 35-35 ਵਰ੍ਹੇ ਦੀਆਂ ਹੋ ਗਈਆਂ, ਜਿਹੜੀਆਂ 20-20 ਵਰ੍ਹੇ ਦੀਆਂ ਵਿਆਹੀਆਂ ਸੀ, ਉਹਨਾਂ ਨੂੰ ਇੱਥੋਂ ਲੈਣ ਨਾ ਗਏ ਬੰਦੇ, ਇੱਥੇ ਹੀ ਪੈਰ ਨੱਪ ਗਏ। ਉਸ ਦੀ ਇੱਕ ਇੰਡੀਆ ਟੂਡੇ ਨੇ 1998 ਦੇ ਵਿੱਚ ਰਮੇਸ਼ ਵਿਨਾਇਕ ਨੇ ਖਬਰ ਛਾਪੀ ਸੀ ਅਤੇ ਉਹਦੇ ਬਾਅਦ ਉਹ 2013 'ਚ ਅਪਡੇਟ ਹੋਈ। ਉਹਦੇ ਬਾਅਦ ਹੁਣ ਫੇਰ ਅਪਡੇਟ ਹੋਈ ਆ। ਕਮਾਲ ਹੋ ਗਈ। ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਵਾਪਸ ਆ ਕੇ। ਸੁਣ ਰਹੇ ਹੋ ਹਰਜੀਤ ਸਿੰਘ ਗਿੱਲ ਸ਼ੋ ਸ਼ੇਰੇ ਪੰਜਾਬ ਤੋਂ। 9:26 ਹੋਏ ਨੇ। ਗੱਲਬਾਤ ਮੈਂ ਜਿਹੜੀ ਤੁਹਾਡੇ ਨਾਲ ਕਰਨੀ ਹੈ ਉਹ ਇਹ ਹੈ ਬਈ 1998 ਦੇ ਵਿੱਚ ਇੰਡੀਆ ਟੂਡੇ ਨੇ ਬੜੀ ਇੱਕ ਇਨਵੈਸਟੀਗੇਟਿਵ ਰਿਪੋਰਟ ਜਿਹੜੀ ਛਾਪੀ ਸੀ ਰਮੇਸ਼ ਵਿਨਾਇਕ ਹੋਣਾ ਨੇ। ਉਹਦੇ 'ਚ ਇਹ ਸੀ ਕਿ ਪਰਿਵਾਰ ਰੂਰਲ ਪੰਜਾਬ ਦੇ ਵਿੱਚ, ਪਿੰਡਾਂ ਦੇ ਵਿੱਚ ਜਿਹੜੇ ਪੰਜਾਬ ਵਸਦਾ ਹੈ, ਤਾਂ ਉਹ NRIs ਪਰਿਵਾਰ ਨੇ ਜਿਹੜੇ ਉਹਨਾਂ ਲਈ ਉਹਨਾਂ ਦੀਆਂ ਧੀਆਂ ਧਿਆਣੀਆਂ ਜਿਹੜੀਆਂ ਪੰਜਾਬ ਦੇ ਵਿੱਚ ਬੈਠੀਆਂ, ਉਹ ਬਹੁਤ ਵੱਡੀ ਕੀਮਤ ਜਿਹੜੀ ਹੈ ਉਹ ਅਦਾ ਕਰ ਰਹੀਆਂ ਨੇ, ਕਿਉਂਕਿ ਉਹਨਾਂ ਦੇ ਘਰ ਵਾਲੇ ਉਹਨਾਂ ਨੂੰ ਬਾਹਰ ਨਹੀਂ ਲੈ ਕੇ ਜਾ ਰਹੇ। ਇੱਕ ਬ੍ਰੇਕਿੰਗ ਨਿਊਜ਼ ਹੈ, ਸਰਮੀਤ ਸਿੰਘ ਮੇਰੇ ਨਾਲ ਨੇ। ਬ੍ਰੇਕਿੰਗ ਨਿਊਜ਼ ਤੋਂ ਬਾਅਦ ਵਾਪਸ ਆਉਣਾ ਹੁਣੇ। ਸ਼ੇਰੇ ਪੰਜਾਬ 600 AM ਤੋਂ ਮੈਂ ਹਾਂ ਸਰਮੀਤ ਸਿੰਘ ਤੇ ਹੁਣੇ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ ਜੀ। BC ਇਲੈਕਸ਼ਨਸ ਦਾ ਦੌਰ ਹੈ ਤੇ BC NDP ਉਮੀਦਵਾਰ ਐਡਰੀਅਨ ਡਿਕਸ ਨੇ ਹੁਣੇ ਸਰੀ ਵਿੱਚ ਐਲਾਨ ਕੀਤਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਦੁਬਾਰਾ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਸਰੀ ਦੇ SFU ਵਿੱਚ BC ਦਾ ਦੂਸਰਾ ਮੈਡੀਕਲ ਸਕੂਲ ਖੋਲ੍ਹਣਗੇ ਤੇ ਇਸ ਦੀ ਪਹਿਲੀ ਗ੍ਰੈਜੂਏਟ ਕਲਾਸ 2023 ਤੇ 2024 ਦੇ ਵਿੱਚ ਹੋਵੇਗੀ। ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਬ੍ਰੇਕਿੰਗ ਨਿਊਜ਼ ਸ਼ੇਰੇ ਪੰਜਾਬ 600 AM ਤੇ ਐਡਰੀਅਨ ਡਿਕਸ ਨੇ ਹੁਣੇ ਸਰੀ ਵਿੱਚ ਐਲਾਨ ਕੀਤਾ ਹੈ ਕਿ ਜੇਕਰ ਉਹ ਦੁਬਾਰਾ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਸਰੀ ਦੇ ਵਿੱਚ SFU ਵਿੱਚ BC ਦਾ ਦੂਸਰਾ ਮੈਡੀਕਲ ਸਕੂਲ ਖੋਲ੍ਹਣਗੇ। ਵਧੇਰੇ ਜਾਣਕਾਰੀ ਲਈ ਸੁਣਦੇ ਰਹੋ ਸ਼ੇਰੇ ਪੰਜਾਬ 600 AM। ਧੰਨਵਾਦ ਸਰਮੀਤ। ਬਹੁਤ ਸਰੀ ਦੇ ਲਈ ਇੱਕ ਵਧੀਆ ਖਬਰ ਐਡਰੀਅਨ ਡਿਕਸ ਹੋਣੀ, ਜਿਹੜੇ ਹੈਲਥ ਮਿਨਿਸਟਰ ਨੇ। ਉਹਨਾਂ ਨੇ ਦੱਸਿਆ ਕਿ ਬਹੁਤ ਵੱਡਾ ਇਸ਼ੂ ਆ, ਸਾਡੇ ਕੋਲ ਡਾਕਟਰਾਂ ਦੀ ਘਾਟ ਹੈ, ਕਿ ਜੇ ਉਹ ਜਿੱਤਦੇ ਆ ਤਾਂ ਸਰੀ ਦੇ ਵਿੱਚ SFU ਦੇ ਵਿੱਚ ਦੂਸਰਾ ਮੈਡੀਕਲ ਸਕੂਲ ਸ਼ੁਰੂ ਹੋਏਗਾ 23 ਤੇ 24 ਦੇ ਵਿੱਚ, ਮਤਲਬ ਅਗਲੀ ਇਲੈਕਸ਼ਨ ਤੋਂ ਪਹਿਲਾ ਬੈਚ ਡਾਕਟਰਾਂ ਦਾ ਇੱਥੋਂ ਪਾਸ ਹੋ ਕੇ ਨਿਕਲੇਗਾ। ਬਹੁਤ ਖੁਸ਼ੀ ਦੀ ਖਬਰ ਹੈ। ਜਿਨ੍ਹਾਂ ਕੋਲ $5-5 ਲੱਖ ਨੇ, ਉਹਨਾਂ ਦੇ ਤਾਂ ਧੀ ਪੁੱਤ ਬਾਹਰੋਂ ਯੂਰਪ ਦੇ ਵਿੱਚੋਂ ਬਾਹਰੋਂ ਡਿਗਰੀਆਂ ਕਰਕੇ ਆ ਸਕਦੇ ਆ, ਨਾ ਵੀ ਹੋਣ ਜਿਹਦੇ ਕੋਲ, ਉਹ ਵੀ ਕਰਜ਼ਾ ਚੱਕ ਕੇ ਜਵਾਕ ਨੂੰ ਭੇਜੂ, ਕਿਉਂਕਿ ਜ਼ਿੰਦਗੀ ਉਸਨੇ ਆਪਣੀ ਜਿਹੜੀ ਹੈ ਉਹ ਕਿਵੇਂ ਨਾ ਕਿਵੇਂ ਆਪਣੇ ਬੱਚੇ ਦੀ ਬਣਾਉਣੀ ਆ। ਮਾਪੇ ਹਰ ਕੀਮਤ ਦਿੰਦੇ ਨੇ ਉਹਨਾਂ ਦੀ। ਅਤੇ ਇਹ ਇੱਕ ਬਹੁਤ ਸਰੀ ਲਈ ਵੱਡੀ ਖਬਰ ਹੈ ਕਿ ਇੱਕ ਮੈਡੀਕਲ ਸਕੂਲ ਜਿਹੜਾ BC ਦੇ ਸਾਰੇ ਵਾਸੀਆਂ ਦੇ ਲਈ ਬੜੀ ਚੰਗੀ ਗੱਲ ਹੋਏਗੀ ਕਿ ਸਾਡੇ ਡਾਕਟਰ ਇੱਥੋਂ ਪੜ੍ਹ ਕੇ, ਜਿਨ੍ਹਾਂ ਨੂੰ ਰੈਜ਼ੀਡੈਂਸੀ ਦੀ ਕੋਈ ਪ੍ਰੋਬਲਮ ਨਹੀਂ, ਤੁਹਾਨੂੰ ਸਰਵ ਕਰ ਸਕਣਗੇ। ਅਤੇ ਸਾਡੇ ਜਵਾਕਾਂ ਨੂੰ ਜਬਕਦੇ ਨਹੀਂ ਫਿਰਨਾ ਪਊ, ਚੱਲ ਕੈਰੇਬੀਅਨ, ਚੱਲ ਆਸਟ੍ਰੇਲੀਆ, ਚੱਲ ਇੱਧਰ, ਚੱਲ ਉੱਧਰ। ਇਹ ਚੀਜ਼ ਦਾ ਅਸੀਂ ਖਿਆਲ ਰੱਖਣ ਦੇ ਲਈ ਇਹ ਵਾਅਦੇ ਨੇ, ਇਹ ਵਫਾ ਹੋਣ। ਇਹ ਵੀ ਇੱਕ ਵੱਡੀ ਗੱਲ ਹੈ। ਇਲੈਕਸ਼ਨ ਦੇ ਵਿੱਚ ਇਹ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ। ਪਰ ਐਡਰੀਅਨ ਡਿਕਸ ਉਹਨਾਂ ਨੇ ਹੈਲਥ ਮਿਨਿਸਟਰ ਦੇ ਹੁੰਦੇ ਹੋਏ ਬੜਾ ਕੁਛ ਸੁਧਾਰਿਆ ਸਰੀ ਦੇ ਵਿੱਚ। ਜਿੱਥੇ 7-7 ਮਹੀਨੇ MRI ਦੀ ਵੇਟ ਸੀ, ਹੁਣ ਵੱਧ ਤੋਂ ਵੱਧ 10 ਤੋਂ 12 ਦਿਨ ਲੱਗਦੇ ਨੇ। ਦਿਨ ਰਾਤ ਮਸ਼ੀਨਾਂ ਚੱਲਦੀਆਂ ਨੇ। ਅਰਜੈਂਟ ਹੈਲਥ ਕੇਅਰ ਦੇ ਯੂਨਿਟ 2 ਬਣਾਏ ਨੇ ਅਤੇ ਹਸਪਤਾਲ ਜਿਹੜਾ NDP ਵੱਲੋਂ ਕਿਹਾ ਗਿਆ, ਅਤੇ ਜਿਸ ਨੂੰ ਕ੍ਰਾਸ ਐਗਜ਼ਾਮੀਨੇਸ਼ਨ ਜਿਸ ਦੀ ਹੋ ਰਹੀ ਆ, ਲਿਬਰਲ ਕਹਿ ਰਹੇ ਨੇ ਇਹਨਾਂ ਨੇ ਬਣਾਉਣਾ ਨਹੀਂ। ਉਹ ਕਹਿ ਰਹੇ ਨੇ ਵੀ ਸਾਡੇ ਕੋਲ ਜ਼ਮੀਨ ਹੈ, ਜ਼ਮੀਨ ਜਿਹੜੀ ਹੈ ਸਰਕਾਰ ਦੀ ਹੈ। ਹੁਣ ਉਹ ਮਿਨਿਸਟਰੀ ਆਫ ਐਜੂਕੇਸ਼ਨ ਤੇ ਮਿਨਿਸਟਰੀ ਆਫ ਹੈਲਥ ਨੂੰ ਚਲੇ ਜਾਣੀ ਹੈ। ਅਸੀਂ ਆਰਕੀਟੈਕਟ ਹਾਇਰ ਕਰ ਲਿਆ, ਜਿਹੜਾ ਕਨਸੈਪਟ ਪਲਾਨ ਬਣ ਗਿਆ, ਬਿਜ਼ਨਸ ਪਲਾਨ ਬਣ ਗਿਆ, ਅਤੇ ਕੰਸਟਰਕਸ਼ਨ ਬਿਡਿੰਗ ਹੋ ਕੇ ਛੇਤੀ ਸ਼ੁਰੂ ਹੋ ਜਾਏਗੀ। ਸੋ ਦੁਬਾਰਾ ਫਿਰ ਇਸ਼ੂ 'ਤੇ ਆਵਾਂ। ਕਾਲਰਸ ਨੂੰ ਮੈਂ ਬੇਨਤੀ ਕਰਦਾ ਜੀ, ਥੋੜ੍ਹਾ ਸਮਾਂ ਵੇਟ ਕਰਨੀ ਪੈਣੀ ਹੈ। ਮੈਨੂੰ ਗੱਲ ਫਿਨਿਸ਼ ਕਰ ਲੈਣ ਦਿਓ, ਜਾਂ ਤਾਂ ਦੁਬਾਰਾ ਕਰ ਲਿਓ ਫੋਨ, ਅਤੇ ਨਹੀਂ ਜਿਹੜਾ ਮੈਨੂੰ ਗੱਲ ਫਿਨਿਸ਼ ਕਰ ਲੈਂਦੇ। ਸੋ ਇਹ ਇਸ਼ੂ ਜਿਹੜੇ ਨੇ ਇਹ ਹੁਣ ਵੀ ਨੇ ਪੰਜਾਬ ਦੇ ਵਿੱਚ। ਉਹਦੇ ਵਿੱਚ ਕਪੂਰਥਲਾ ਜ਼ਿਲ੍ਹਾ ਦੀ ਗੱਲ ਸਭ ਤੋਂ ਪਹਿਲਾਂ ਚੱਲੀ। ਸਰਾਬ ਪ੍ਰੀਤਮ ਸਿੰਘ ਹੋਣਾ ਨੇ ਕਿਹਾ, ਕਹਿੰਦਾ ਮੈਂ ਹੁਣ ਆਪਣੀ ਧੀ ਨੂੰ ਇਹਨੂੰ ਕੀ ਕਹਾਂ, ਇਹ ਵਿਆਹੀ ਹੈ, ਇਹ ਕੁਆਰੀ ਹੈ,
ਇਹਦਾ ਤਲਾਕ ਹੋ ਗਿਆ, ਕੀ ਕਰਾਂ। ਉਹ ਕਹਿੰਦੇ ਮੈਂ ਤਾਂ ਜ਼ਮੀਨ ਜਿਹੜੀ ਹੈ ਉਹ ਵੇਚ ਵਟ ਕੇ ਵੀ ਜਿਹੜਾ ਬਲਜੀਤ ਆਪਣੀ ਬੇਟੀ ਦੇ ਲਈ ਕੋਈ ਟੋਰਾਂਟੋ ਤੋਂ ਕੋਈ ਮੌਂਟਰੀਅਲ ਤੋਂ ਪਤਾ ਨਹੀਂ ਕਿੱਥੋਂ ਆਇਆ, ਵਿਆਹ ਕੇ ਚਲੇ ਗਿਆ ਅਤੇ ਉਹਦੇ ਬਾਅਦ ਉਹ ਵਾਪਸ ਨਹੀਂ ਆਇਆ। ਉਹਦੇ ਬਾਅਦ ਮਨਜਿੰਦਰ 32 ਸਾਲ ਦਾ, ਉਸ ਦੀ ਗੱਲ ਕੈਨੇਡਾ ਦੇ ਵਿੱਚ ਉਹ ਸੈਟਲ ਹੋ ਗਿਆ। 16 ਸਾਲ ਦੀ ਬਲਜੀਤ ਨੂੰ ਉਹਨੇ ਵਿਆਹ ਕੇ ਉਹ ਲੈ ਕੇ ਆਇਆ, ਉਹਦੇ ਬਾਅਦ ਵਾਪਸ ਆ ਗਿਆ। ਹਲੇ ਜਿਵੇਂ ਵਿਨਾਇਕ ਨੇ ਲਿਖਿਆ ਕਿ ਹਲੇ ਹੱਥਾਂ ਦੀ ਮਹਿੰਦੀ ਵੀ ਨਹੀਂ ਸੀ ਸੁੱਕੀ ਅਤੇ ਉਹਨੂੰ ਪਤਾ ਲੱਗ ਗਿਆ ਕਿ ਹੁਣ ਉਹਨੇ ਆਉਣਾ ਨਹੀਂ, ਜਦ ਫੋਨ ਚੱਕਣੋਂ ਹਟ ਗਿਆ। ਇਸੇ ਤਰ੍ਹਾਂ ਅਲੱਗ-ਅਲੱਗ ਨੌਵਾਂ ਦੇ ਥੱਲੇ ਜਿਹੜੀਆਂ ਸਰਬਜੀਤ ਕੌਰ ਹੈ 26 ਸਾਲ ਦੀ ਪੋਸਟ ਗ੍ਰੈਜੂਏਟ, ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ, ਹੁਣ ਤਾਂ ਪਤਾ ਨਹੀਂ ਕੀ ਕਹਾਣੀਆਂ ਹੋਣਗੀਆਂ, ਪਰ 2013 ਦੇ ਵਿੱਚ ਹੁਣ ਉਹ ਲੇਟੈਸਟ ਵੀ ਉਹਨਾਂ ਨੇ ਲੱਭਣ ਦੀ ਉਹ ਪਰਿਵਾਰਾਂ ਨੂੰ ਕੋਸ਼ਿਸ਼ ਕੀਤੀ। ਹਾਲੇ ਕੋਈ ਅਗਲੀ ਜ਼ਿੰਦਗੀ 'ਚ ਸੈਟਲ ਹੋ ਗਈ, ਕੋਈ ਜਿਹੜੀ ਉੱਥੇ ਹੀ ਹਲੇ ਤੱਕ ਉਡੀਕ ਰਿਹਾ ਵੀ ਮੈਂ ਬਾਪੂ ਦੁਆਰਾ ਵਿਆਹ ਨਹੀਂ ਕਰਾਉਣਾ, ਜਿਹਦੇ ਨਾਲ ਇੱਕ ਵਾਰ ਮੇਰੀ ਜ਼ਿੰਦਗੀ ਜੁੜ ਗਈ, ਉਹ ਜ਼ਿੰਦਗੀ ਜੁੜ ਗਈ, ਦੁਬਾਰਾ ਮੈਂ ਹੁਣ ਹੋਰ ਕਿਸੇ ਨਾਲ ਵਿਆਹ ਨਹੀਂ ਕਰਾਉਣਾ। ਸੋ ਇਹ ਅਲੱਗ-ਅਲੱਗ ਨੌਵਾਂ ਦੇ ਥੱਲੇ ਕੋਈ ਇੱਕ ਫਿਕਸ ਵਿਆਹ, ਕਈਆਂ ਦੇ ਵਿੱਚ ਇਹ ਘਰਦਿਆਂ ਨੇ ਸਾਰੀ ਜਾਇਦਾਦ ਲਾ ਕੇ ਵਿਆਹ ਕਰ ਦਿੱਤੇ, ਬੰਦੇ ਆ ਗਏ। ਮੁੜ ਕੇ ਇਸ ਤਰ੍ਹਾਂ ਪ੍ਰੀਤੀ ਹੈ 22 ਸਾਲ ਦੀ, ਉਸ ਦੇ ਬਾਰੇ ਲਿਖਿਆ ਹੋਇਆ। ਮਤਲਬ ਗੱਲ ਕੀ, ਨੌਵਾਂ ਤੋਂ ਉੱਪਰ ਉੱਠ ਕੇ ਜੇ ਆਪਾਂ ਇਸ ਗੱਲ 'ਤੇ ਆਈਏ ਕਿ ਕੀ ਇਹ ਮੁਸ਼ਕਲ ਹਾਲੇ ਵੀ ਹੈ। 604 204 0600 ਬਹੁਤ ਪਰਿਵਾਰ ਹੋਣਗੇ ਜਿਨ੍ਹਾਂ ਦੇ ਕੋਈ ਰਿਸ਼ਤਾ ਕਰਾਇਆ ਹੋਊ, ਜਿਨ੍ਹਾਂ ਦੀਆਂ ਭਤੀਜੀਆਂ, ਭੈਣਾਂ, ਭਾਣਜੀਆਂ ਉੱਥੇ ਹੋਣਗੀਆਂ, ਇੱਥੋਂ ਕੋਈ ਮੁੰਡਾ ਵਿਆਹ ਕੇ ਲੈ ਕੇ ਗਏ ਅਤੇ ਉਹ ਪਰਿਵਾਰਾਂ ਨੂੰ ਉਹਨਾਂ ਨੇ ਸੱਦਿਆ ਨਾ। ਸੋ ਇਹ ਜਿਹੜੀ ਮਤਲਬ 1998 'ਚ 22 ਵਰਿਆਂ ਦੀ ਗੱਲ 2013 'ਚ ਅਪਡੇਟ ਹੋਈ, ਜਦ ਵੀ ਉਹੀ ਗੱਲ, ਉਸ ਤੋਂ ਬਾਅਦ ਅੱਜ ਅਪਡੇਟ ਹੋਈ ਆ, ਹਾਲੇ ਵੀ ਉਹੀ ਗੱਲ ਹੈ। 604 204 0600 ਇਸ ਨੰਬਰ 'ਤੇ ਫੋਨ ਕਾਲਜ਼। ਕੀ ਤੁਹਾਡੇ ਕੋਈ ਇਨਫੋਰਮੇਸ਼ਨ ਦੇ ਵਿੱਚ ਹੈ ਵੀ ਜਿਹੜਾ ਪਰਿਵਾਰ ਪੰਜਾਬ ਦੇ ਵਿੱਚ ਬੈਠਾ ਹੈ, ਜਿਹਨੂੰ ਵਿਆਹ ਕੇ ਬਲੈਤੀਆ ਲਾੜਾ ਉੱਥੇ ਰਹਿ ਕੇ ਮਹੀਨਾ ਤੇ ਹਨੀਮੂਨ ਮਨਾ ਕੇ ਮੁੜ ਕੇ ਗਿਆ ਨਹੀਂ, ਜਾਂ ਮੁੜ ਕੇ ਜਾ ਕੇ ਇੱਥੇ ਰਹਿ ਗਿਆ, ਜਾਂ ਜਾ ਕੇ ਉੱਥੇ ਦੂਸਰਾ ਵਿਆਹ ਕਰਾ ਲਿਆ। ਕਈ ਤਾਂ 3-3 4-4 ਵਾਲੇ ਨੇ। ਉਹਨਾਂ ਨੂੰ ਪਤਾ ਲੱਗ ਗਿਆ, ਪਰਿਵਾਰਾਂ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਬਹੁਤ ਵੱਡਾ ਇੱਕ ਉਹਨਾਂ ਨਾਲ ਜਿਹੜਾ ਧੋਖਾ ਹੋ ਗਿਆ। ਹੁਣ ਪੰਜਾਬ ਦੇ ਜੰਮਿਆਂ ਨੂੰ ਇੱਜ਼ਤਾਂ ਪਿਆਰੀਆਂ, ਮਾਪੇ ਚਾਹੁੰਦੇ ਆ ਕਿਤੇ ਹੋਰ ਧੀ ਦਾ ਵਿਆਹ ਹੋ ਜਾਵੇ, ਪਰ ਧੀਆਂ ਨਹੀਂ ਮੰਨਦੀਆਂ। ਬਹੁਤ 3 ਕੇਸ ਇਹ ਦਿਖਾਏ ਨੇ, ਸਰਬਜੀਤ ਕੌਰ ਦਾ ਵੀ ਇਹ ਦਿਖਾਇਆ, ਜਿਸ ਨੂੰ 26 ਵਰਿਆਂ ਦਾ ਇੱਕ ਰਾਜਵੀਰ ਸਿੰਘ US ਗ੍ਰੀਨ ਕਾਰਡ ਹੋਲਡਰ ਲੈ ਆਇਆ ਅਤੇ 3 ਹਫ਼ਤੇ 1995 'ਚ ਰਹਿ ਕੇ ਉਹਦੇ ਬਾਅਦ ਅਮਰੀਕਾ ਆ ਗਿਆ। ਅਤੇ ਉਸ ਤੋਂ ਬਾਅਦ ਹੁਣ ਉਹਦਾ ਮਾਪਾ ਸਰਬਜੀਤ ਕੌਰ ਦਾ, ਅਤੇ ਸਰਬਜੀਤ ਕਹਿੰਦੀ ਮੈਂ ਤਾਂ ਵਿਡੋ ਤੋਂ ਵੀ ਜਿਹੜੀ ਵਰਸ, ਮਤਲਬ ਕਿੱਡੇ ਸ਼ਬਦ ਜਿਹੜੇ ਨੇ ਐਡੇ ਭੈੜੇ ਉਹਨਾਂ ਨੇ ਆਪ ਵਰਤੇ ਨੇ ਵੀ ਮੈਂ ਤਾਂ ਨਾ ਉੱਧਰ ਜੋਗੀ ਨਾ ਉੱਧਰ ਜੋਗੀ। 604 204 0600 ਪੰਜਾਬ ਦੇ ਵਿੱਚ ਇਹ ਮੁਸ਼ਕਲ ਕਿ ਉੱਥੋਂ ਬਾਹਰਲੇ ਹਲੇ ਵੀ ਕਿਸੇ ਸਮੇਂ ਅੱਜ ਤੋਂ 30 ਵਰ੍ਹੇ ਪਹਿਲਾਂ ਬਹੁਤ ਵੱਡਾ ਜਿਹੜਾ ਤੁਸੀਂ ਕਹਿ ਦਿਓ ਵੀ ਬਾਹਰ ਆਉਣ ਦਾ ਕਰੇਜ਼ ਸੀ। ਹੁਣ ਖੈਰ ਉਹ ਗੱਲਾਂ ਤਾਂ ਹੈ ਨਹੀਂ, ਲੋਕ ਬੱਚੇ ਨੌਜਵਾਨ ਆਪ ਆਉਣ ਦਾ ਉਹਨਾਂ ਦਾ ਹੀਲਾ ਬਣ ਰਿਹਾ, ਪੜ੍ਹ ਰਹੇ ਨੇ। ਐਟਲੀਸਟ ਜ਼ਿੰਦਗੀ ਦੇ ਵਿੱਚ ਕੋਈ ਉਹਨਾਂ ਨਾਲ ਧੋਖਾ ਨਹੀਂ ਕਰ ਸਕਦਾ। ਪਰ ਬਹੁਤ ਪਰਿਵਾਰ ਨੇ ਜਿਨ੍ਹਾਂ ਦੀਆਂ ਹੈ ਧੀਆਂ ਧਿਆਣੀਆਂ, ਜਿਹੜੀਆਂ ਨਾ ਵਿਆਹੀਆਂ ਨਾ ਕੁਆਰੀਆਂ, ਅਤੇ ਨਾ ਉਹਨਾਂ ਨੂੰ ਇੱਥੇ ਲੈ ਕੇ ਆਇਆ ਗਿਆ। 20-20 ਸਾਲ 22-22 ਸਾਲ ਹੋ ਗਏ, ਬੰਦੇ ਇੱਥੋਂ ਆ ਕੇ ਮੁੜੇ ਨਾ, ਕੋਈ ਪੱਕੇ ਹੋ ਗਏ। ਕਈਆਂ ਨੇ ਤਾਂ ਇੱਕ ਇਹਦੇ ਵਿੱਚ ਇਹ ਵੀ ਸਟੋਰੀ ਆ ਵੀ ਕਈਆਂ ਨੇ ਜ਼ਮੀਨ ਵੇਚ ਕੇ ਵਿਆਹ ਤੋਂ ਬਾਅਦ ਸਹੁਰਿਆਂ ਦੀ ਜ਼ਮੀਨ 'ਤੇ ਬੰਦੇ ਬਾਹਰ ਆ ਗਏ ਅਤੇ ਉਹ ਮੁੜ ਕੇ ਗਏ ਹੀ ਨਹੀਂ, ਇੱਥੇ ਪੱਕੇ ਹੋ ਗਏ, ਇੱਥੇ ਹੀ ਰਹਿ ਗਏ, ਕਿਸੇ ਨਾਲ ਉਰੇ ਵਿਆਹ ਕਰਾ ਲਿਆ ਪੱਕੇ ਹੋਣ ਲਈ, ਕੁਝ ਵੀ। 604 204 0600 ਤੁਹਾਡੀਆਂ ਮੈਂ ਕਾਲਜ਼ ਲੈਣਾ ਵਪਾਰਕ ਸੰਦੇਸ਼ਾਂ ਤੋਂ ਬਾਅਦ। ਧੰਨਵਾਦ ਫੇਰ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ। ਪੰਜਾਬ ਦੇ ਇਹਨਾਂ ਪਿੰਡਾਂ ਦੇ ਵਿੱਚੋਂ ਜਦ 1998 ਦੀ ਉਹਨੇ ਖਬਰ ਛਾਪੀ ਤਾਂ ਉਸ ਸਮੇਂ ਉਸਨੇ ਦੁਆਬੇ ਦੇ ਵੱਡੇ ਜ਼ਿਲ੍ਹਿਆਂ ਦੀ ਗੱਲ ਉਸਨੇ ਕੀਤੀ,
ਜਿਹਦੇ ਵਿੱਚ ਕਿਉਂਕਿ ਜ਼ਿਆਦਾ ਲੋਕ ਪ੍ਰਦੇਸ਼ ਦੇ ਵਿੱਚ ਪਹਿਲਾਂ ਜਦ ਉੱਥੋਂ ਆਏ ਤਾਂ ਖਾਸ ਤੌਰ ਤੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਨਵਾਂਸ਼ਹਿਰ ਜ਼ਿਲ੍ਹਿਆਂ ਦੀ ਗੱਲ ਕੀਤੀ, ਜਿਸ 'ਚ ਉਹਨੇ ਕਿਹਾ 15% ਪਾਪੂਲੇਸ਼ਨ ਜਿਹੜੀ ਅਬਰੋਡ ਹੈ। ਇਹ 20 ਵਰ੍ਹਿਆਂ ਦੀ ਗੱਲ ਆ, ਹੁਣ ਤਾਂ 30% ਦੇ ਕਰੀਬ ਹੋਏਗੀ। ਪਰ ਉਸ ਤੋਂ ਬਾਅਦ ਸਾਰੇ ਪੰਜਾਬ 'ਚ ਬਿਮਾਰੀ ਹੈ, ਬੰਦੇ ਵਿਆਹ ਕਰਾ ਕੇ ਭੱਜਿਆ ਹੈ। ਕਈਆਂ ਨੇ ਬਹੁਤ ਸਹੁਰਿਆਂ ਨੂੰ ਤੰਗ ਕਰਕੇ ਦਾਜ ਵੀ ਲੈ ਲਿਆ। 4 ਸਾਲ ਬਾਅਦ ਜਾਣਾ, ਮਹੀਨਾ ਰਹਿਣਾ, ਪੇਪਰ ਨਹੀਂ ਬਣੇ, ਕਾਗਜ਼ ਨਹੀਂ ਬਣੇ, ਸੱਦਦਾ ਇੱਥੇ ਜਾਨੂੰ ਵਿਆਹ ਕਰਾ ਕੇ ਜਵਾਕ ਜੱਲਾ ਇੱਥੇ ਵੀ ਪੈਦਾ ਹੋ ਗਿਆ। ਉਹ ਉੱਥੇ ਉਡੀਕਦੇ ਰਹੇ। ਉਮਰਾਂ ਦੇ ਫਰਕ ਤੋਂ ਬਾਅਦ ਹੁਣ ਕੋਈ 40 ਵਰ੍ਹਿਆਂ ਦੀ ਹੈ, ਕੋਈ 38 ਵਰ੍ਹਿਆਂ ਦੀ ਹੈ, ਕੋਈ 42 ਵਰ੍ਹਿਆਂ ਦੀ ਹੈ, ਤੇ ਹੁਣ ਨਾ ਉੱਧਰ ਦੇ ਨਾ ਉੱਧਰ ਦੇ। 604 204 0600 ਤੁਹਾਡੀ ਇਸ ਦੇ ਬਾਰੇ ਗੱਲਬਾਤ। ਹਰਪਾਲ ਸਿੰਘ ਕੰਗ ਜੀ, ਲਾਈਨ ਨੰਬਰ 1, ਤੁਸੀਂ ਏਅਰ ਤੇ ਹੋ। ਗਿੱਲ ਸਾਹਿਬ, ਬੜਾ ਸੰਜੀਦਾ ਜਿਹਾ ਵਿਸ਼ਾ। ਮੈਨੂੰ ਲੱਗਦਾ ਹਰੇਕ ਪਿੰਡ 'ਚ ਇੱਕ ਅੱਧਾ ਕੇਸ ਤਾਂ ਜ਼ਰੂਰ ਇੱਦਾਂ ਦਾ ਹੋਊਗਾ। ਜੀ ਹਾਂਜੀ, ਉਹ ਮੈਂ ਤਾਂ ਆਪਣੇ ਪਿੰਡ ਹੀ ਦੱਸਦਾ। ਮੈਂ ਤਾਂ ਚਲੋ ਵੈਸੇ ਉਹ ਕੁੜੀ ਦੀ ਹੁਣ ਉਮਰ ਹੋਊਗੀ, ਕੁੜੀ 55 ਤੋਂ ਉੱਪਰ ਹੀ ਹੋ ਗਈ ਹੋਣੀ ਆ। ਮੈਂ ਦੇਖਦਾ ਰਿਹਾ ਆਸਟ੍ਰੇਲੀਆ 'ਚ ਮੁੰਡਾ ਵਿਆਹ ਕਰਕੇ ਆਇਆ, ਮੁੜ ਕੇ ਉਹਨੇ ਪੇਪਰ ਨਹੀਂ ਭਰੇ। ਕਿਹੜੇ ਸਾਲ? ਇਹ ਗੱਲ ਮੈਨੂੰ ਲੱਗਦਾ ਜੀ ਹੋਣੀ ਆ 77 78 ਦੀ ਗੱਲ ਤੇ ਹਜੇ ਤੱਕ ਤੁਸੀਂ ਦੇਖੋ ਵੀ ਉਹ ਆਪਣੇ ਡੈਡੀ ਨਾਲ ਕੋਰਟ 'ਚ ਜਾਂਦੀ ਰਹੀ ਵਿਚਾਰੀ ਕੁੜੀ। ਮੈਂ ਦੇਖਦਾ ਰਿਹਾ, ਪਤਾ ਨਹੀਂ ਕਿੰਨੇ ਕੋਰਟ ਕਚਹਿਰੀਆਂ ਦਾ ਉਹਨਾਂ ਨੇ ਚੱਕਰ ਕੱਢੇ, ਤੇ ਪਰ ਉਹ ਆਸਟ੍ਰੇਲੀਆ ਬੈਠਾ ਕੀ ਕਰ ਸਕਦੇ ਸੀ ਉਹਨੂੰ। ਹਾਂਜੀ, ਉਹਨੇ ਉੱਥੇ ਵਿਆਹ ਕਰਾ ਲਿਆ। ਤਾਂ ਬਟ ਮੈਂ ਸੋਚਿਆ ਵੀ ਉਹਨੇ ਵਿਚਾਰੀ ਨੇ ਵਿਆਹ ਕਰਾਇਆ ਨਹੀਂ ਮੁੜ ਕੇ। ਫਿਰ ਉਹਨੇ ਆਪਣੀ ਸਿਸਟਰ ਦਾ ਮੁੰਡਾ ਅਡਾਪਟ ਕਰ ਲਿਆ। ਹਾਂਜੀ, ਉਹ ਦੇਖੋ ਹੁਣ ਉਹਦੀ ਏਜ, ਹੁਣ ਉਹ ਮੁੰਡੇ ਨੇ ਵਿਆਹ ਕਰਾ ਕੇ ਜਾਂ ਹੁਣ ਦੇਖੋ ਮਾਪਿਆਂ ਦੇ ਘਰ ਧੀ ਬੈਠੀ। ਹਾਂਜੀ, ਬਹੁਤ ਉਥਲ ਪੁਥਲ ਜ਼ਿੰਦਗੀ ਹੋ ਜਾਂਦੀ ਆ, ਕਿਉਂਕਿ ਉਹ ਭਰਜਾਈਆਂ ਦੇ ਵਿੱਚ ਰਹਿਣਾ ਜਾਂ ਕਿੱਦਾਂ। ਤੇ ਉਹ ਦੇਖੋ ਜਿੱਦਾਂ ਤੁਸੀਂ ਗੱਲ ਕਹੀ ਵੀ ਕਈਆਂ ਵਿਚਾਰੀਆਂ ਨੇ ਵਿਆਹ ਕਰਾਏ ਨੇ ਵੀ ਜਿੱਤੇ ਇੱਕ ਵਾਰੀ ਫੇਰੇ ਲੈ ਲੈ। ਹਾਂਜੀ, ਤੇ ਉਹ ਮੈਂ ਸੋਚਦਾ ਜੀ, ਦੇਖੋ ਪਤਾ ਨਹੀਂ ਮੈਂ ਆਪਣੇ ਪਿੰਡ ਦੀ ਦੱਸਦਾ ਵੀ ਉਹ ਤਾਂ ਵਿਚਾਰੀ ਦਾ ਕੀ ਮਤਲਬ ਵਡੇਪਾ ਵੀ ਆਉਣਾ ਸਾਰਾ, ਮਤਲਬ ਉਹਨੇ ਕਿੱਦਾਂ ਆਪਣੀ ਜ਼ਿੰਦਗੀ ਕੁਰਬਾਨ ਹੀ ਕਰ ਦਿੱਤੀ ਵੀ ਇੱਕ ਵਾਰੀ ਲੈ ਫੇਰੇ ਤਾਂ ਬਸ ਠੀਕ ਆ। ਮਤਲਬ ਉਹਨੇ ਬੜੀ ਕਾਨੂੰਨੀ ਲੜਾਈ ਵੀ ਲੜੀ, ਤੇ ਪਰ ਉਹ ਸਫਲ ਨਹੀਂ ਹੋ ਸਕੀ। ਹਾਲਾਂ ਮਤਲਬ ਮੈਂ ਹੁਣ ਤਾਂ ਚਲੋ ਬਾਹਲਾ ਮੈਨੂੰ ਪਤਾ ਨਹੀਂ, ਪਰ ਮੈਂ ਤੁਹਾਡੀ ਗੱਲ ਸੁਣ ਕੇ ਮੈਂ ਬੜਾ ਮਤਲਬ ਹੋਰ ਤਰ੍ਹਾਂ ਹੋਇਆ ਵੀ ਇਹ ਬਹੁਤ ਪਿੰਡਾਂ 'ਚ ਪਤਾ ਨਹੀਂ, ਜਾਂ ਤਾਂ ਲੋਕੀ ਦੇਖ ਸੋਚ ਕੇ ਰਿਸ਼ਤੇ ਨਹੀਂ ਕਰਦੇ ਜਾਂ ਕਿਸਮਤ ਲਾ ਲਓ। ਇਹ ਹੋਇਆ ਬਹੁਤ ਆ ਹਰੇਕ ਪਿੰਡ ਦੇ ਵਿੱਚ, ਇੱਕ ਅੱਧਾ ਕੇਸ ਤਾਂ ਜ਼ਰੂਰ ਹੋਊ। ਤੇ ਬਹੁਤ ਜਾਣ ਕੇ ਸੋਚ ਸਮਝ ਕੇ ਗਾਂ ਲੋਕਾਂ ਨੂੰ ਇਹੋ ਜਿਹੇ ਕੰਮ ਕਰਨੇ ਚਾਹੀਦੇ ਆ। ਇਕੱਲਾ ਬਾਹਰ ਹੀ ਨਹੀਂ ਦੇਖਣਾ ਚਾਹੀਦਾ, ਪੂਰਾ ਮਤਲਬ ਦੇਖ ਪੜਚੋਲ ਕੇ ਰਿਸ਼ਤੇ ਕਰਨੇ ਚਾਹੀਦੇ। ਦੇਖੋ ਹੁਣ ਏਦਾਂ ਉਹ ਕੀ ਹੋਈ ਲਾਭ, ਜਿੱਦਾਂ ਤੁਸੀਂ ਕਹੇ ਨਾ ਉਹ ਤਾਂ ਰੰਡੇਪੇ ਨਾਲ ਵੀ ਭੈੜਾ ਹਾਲ। ਬਿਲਕੁਲ ਹਾਂਜੀ, ਹਾਲਾਂ ਵੀ ਚਲੋ ਉਹ ਦੇਖ ਸੋਚੇ ਜਾਂਦੇ ਵੀ ਉਹ ਕੁੜੀ ਨੇ ਵਿਆਹ ਨਹੀਂ ਕਰਾਇਆ, ਹੁਣ ਵੀ ਉਹ ਸੋਚ ਸਮਝ ਕੇ ਕਿਤੇ ਲੈ ਜਾਏ ਜਾਂ ਉਹਨੂੰ ਕੁਛ ਨਾ ਕੁਛ ਕਰੇ। ਕੀ ਕਰ ਸਕਦੇ ਆ, ਮਤਲਬ ਬੜਾ ਗੁੰਝਲਦਾਰ ਜਿਹਾ, ਪਰ ਹੈ ਬਹੁਤ ਮਾੜੀ ਗੱਲ ਹੈ ਜਿਹੜੀ ਲੋਕ ਏਦਾਂ ਕਰਦੇ। ਧੰਨਵਾਦ ਜੀ ਗਿੱਲ ਸਾਹਿਬ। ਧੰਨਵਾਦ ਜੀ ਕੰਗ ਸਾਹਿਬ, ਥੈਂਕ ਯੂ। ਹੁਣ ਗੱਲ ਇਹਦੇ ਤੇ ਇਹ ਆਉਂਦੀ ਹੈ ਕਿ ਜ਼ਿੰਦਗੀ ਅਗਲੇ ਪਾਸੇ, ਕਿ ਨੈਕਸਟ ਫੇਜ਼ ਦੇ ਵਿੱਚ ਲਾਈਫ ਲੈ ਚੱਲੀਏ, ਕਿ ਇੱਕ ਉੱਥੇ ਸਾਡੇ ਪਿੰਡਾਂ ਦੇ ਵਿੱਚ ਜੇ ਪਰਿਵਾਰ ਚਾਹੇ ਵੀ ਚਲੋ ਯਾਰ ਹੁਣ ਕਿਤੇ ਹੋਰ ਵਿਆਹ ਦਿਓ, ਪਿੰਡਾਂ ਦੇ ਵਿੱਚ ਸਾਡੇ ਇੱਕ ਬਹੁਤ ਵੱਡਾ ਇਹ ਇਸ਼ੂ ਹੈ ਕਿ ਯਾਰ ਲੋਕ ਕੀ ਕਹਿਣਗੇ, ਇੱਥੇ ਵੀ ਆਪਣੇ 'ਚ। ਪਰ ਇਹਦੇ ਵਿੱਚ ਜਿਹੜਾ ਇਹ ਜਿਹੜੀ ਸਟੋਰੀ ਅੱਜ ਛਾਪੀ ਹੈ ਉਹਨਾਂ ਪਰਿਵਾਰਾਂ ਦੀ ਜਿਨ੍ਹਾਂ ਨੂੰ ਉਹ 1998 'ਚ ਵਿਨਾਇਕ ਮਿਲ ਕੇ ਗਿਆ, ਤੇ ਉਹਨਾਂ ਪਰਿਵਾਰਾਂ ਦੇ ਵਿੱਚ ਜਦੋਂ ਮੁੜ ਕੇ ਗਿਆ ਤਾਂ ਧੀਆਂ ਧਿਆਣੀਆਂ ਉੱਥੇ ਬਜ਼ੁਰਗ ਜਿਹੜੇ ਜਿਵੇਂ ਹੁਣ ਉਹ ਪ੍ਰੀਤਮ ਸਿੰਘ ਉਹਨਾਂ ਦੀ ਗੱਲ ਕਰਦਾ ਹੈ ਕਪੂਰਥਲਾ ਦੇ ਵਿੱਚ, ਜਿਹੜੀ ਬਲਜੀਤ ਕੌਰ ਦੀ ਗੱਲ, ਤੇ 16 ਸਾਲ ਦੀ ਕੁੜੀ 1996 'ਚ ਉਹਦਾ ਵਿਆਹ ਹੋਇਆ ਤੇ 32 ਸਾਲਾਂ ਦਾ ਘਰ ਵਾਲਾ ਸੀ। ਹੁਣ ਪੰਜਾਬ ਦੇ ਉਹਨਾਂ ਪਿੰਡਾਂ ਦੇ ਵਿੱਚ ਇਹ ਬੇਜੋੜ ਵਿਆਹ ਜਿਹੜੇ ਨੇ ਉਹਨਾਂ ਨੇ ਬਰਬਾਦੀ ਜਿਹੜੀ ਇੰਨੀ ਕੀਤੀ, ਆਲਮੋਸਟ ਡਬਲ। ਹੁਣ ਇਹ ਗੱਲ 96 ਦੀ ਹੈ, ਉਹਦੇ ਬਾਅਦ 24 ਸਾਲ ਹੋਰ ਹੋ ਗਏ, ਉਹ ਤਾਂ ਹੋ ਗਿਆ 60 ਦਾ, ਤੇ ਉਹ ਹੁਣ ਹੋ ਗਈ 36 ਦੀ। ਮਾਪੇ ਨੂੰ ਕੀ ਪਤਾ ਹੈ, ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਸੀ ਕਿ ਟੋਰਾਂਟੋ ਆ, ਖਾਨੀ ਮੌਂਟਰੀਅਲ ਹੈ। ਉਹਦੇ ਬਾਅਦ ਸੈਟਲ ਹੋ ਗਈ ਕਹਾਣੀ ਤੇ ਖਤਮ। ਕੀ ਪਤਾ ਕਿਹੜੇ ਨਾਂ ਨਾਲ ਬੰਦਾ ਆਇਆ ਹੋਊ ਇੱਥੇ ਆ ਕੇ, ਤੇ ਉਹਦੇ ਬਾਅਦ ਇਹਦੇ ਵਿੱਚੋਂ ਹੀ ਬੇਜੋੜ ਵਿਆਹਾਂ ਦਾ ਵੀ ਇਹੀ ਚੀਜ਼ ਦੇ ਵਿੱਚ ਇਹ ਗੱਲ ਬਾਹਰ ਨਿਕਲੀ ਕਿ ਜਿਹੜੇ 12-12, 15-15, 18-18 ਸਾਲ ਦਾ ਉਮਰ ਦਾ ਫਰਕ, ਉਹਦੇ ਬਾਅਦ ਇਹੀ ਫੇਜ਼ ਹੈ
ਉਸ ਫੇਜ਼ ਦੇ ਵਿੱਚ ਇਹ ਹੋ ਗਿਆ ਵੀ ਚਲੋ ਉਹਨਾਂ ਨੇ ਔਖੇ ਸੌਖੇ ਆਪਣੀਆਂ ਘਰ ਵਾਲੀਆਂ ਲੈਣ ਦੀਆਂ, ਉਹ ਜਿਹੜਾ ਬੇਜੋੜ ਉਮਰ ਦਾ ਫਰਕ, ਉਸ ਤੋਂ ਬਾਅਦ ਪੜ੍ਹਾਈ ਦਾ ਫਰਕ, ਦਿੱਖ ਦਾ ਫਰਕ, ਉਹ ਜੇ ਉਰੇ ਵੀ ਪਰਿਵਾਰ ਉਹ ਕੁੜੀ ਤੇ ਧੀ ਧਿਆਣੀ ਆ ਗਈ, ਇੱਥੇ ਕਿਹੜਾ ਜ਼ਿੰਦਗੀ ਗਾਂ ਉਹਦੀ ਸੌਖੀ ਹੈ। ਜਿਹੜਾ ਉਰੇ ਹਾਲ ਹੈ ਉਹ ਵੀ ਜਿਹੜਾ ਆਪਾਂ ਨੂੰ ਸਮਾਜ ਦੇ ਵਿੱਚ ਵਿਚਰਦਿਆਂ ਪਤਾ ਲੱਗਦਾ ਕਿ ਉਹ ਜ਼ਿੰਦਗੀ ਕਿਹੋ ਜਿਹੀ, ਉਹਦੇ ਵਿੱਚ ਸ਼ੱਕ, ਉਹਦੇ ਵਿੱਚੋਂ ਮੁਸ਼ਕਲਾਂ, ਉਹਦੇ ਵਿੱਚੋਂ ਪਰਿਵਾਰ ਦਾ ਕਲੇਸ਼। ਕਈ ਪਰਿਵਾਰਾਂ 'ਚ ਤਾਂ ਗੱਲ ਇਹ ਹੋਈ ਕਿ ਜਦ ਇਹ ਲੋਕ ਉੱਥੋਂ ਤੁਰੇ ਤਾਂ ਵਿਆਹ ਪਹਿਲਾਂ ਹੋਇਆ ਸੀ, ਉੱਥੇ ਤਾਂ ਗੱਲ ਔਖੀ ਸੌਖੀ ਹੋ ਗਈ ਬਈ 10 ਸਾਲ 12 ਸਾਲ 15 ਸਾਲ ਪੇਪਰ ਉਹ ਸਿਰੜ ਨਾਲ ਕੱਟੇ, ਸਿਰੜ ਦੇ ਨਾਲ ਇਉਂ ਕੱਟੇ ਵੀ ਮੈਂ ਤਾਂ ਆਪਣੀਆਂ ਟੂਮਾਂ ਵੇਚ ਕੇ, ਮੈਂ ਤਾਂ ਆਪਣੇ ਗਹਿਣੇ ਵੇਚ ਕੇ ਘਰ ਵਾਲਾ ਭੇਜਤਾ। ਘਰ ਵਾਲਾ ਜਦ ਹੁਣ ਇੱਥੇ ਆ ਗਿਆ ਤਾਂ ਉਸਨੇ ਪੇਪਰ ਭੇਜਦਿਆਂ ਪੇਪਰ ਪਰ ਉਹਨੇ ਆਪਣਾ ਸ਼ੁਰੂ ਕਰ ਦਿੱਤੀ ਜ਼ਿੰਦਗੀ। ਆਉਂਦਿਆਂ ਸਾਰ ਕੱਚੇ ਪੱਕੇ 4 ਪੈਸੇ ਪਿੱਛੇ ਨੂੰ ਜਾਣ ਲੱਗੇ ਲੋਕ ਜਿਹੜੇ, ਪਰ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਿੱਥੇ ਤਾਂ ਬਾਲ ਬੱਚਾ ਸੀ ਉੱਥੇ ਤਾਂ ਜ਼ਿੰਦਗੀ ਠੀਕ ਹੈ, ਪਰ ਉਹ 12-14 ਵਰ੍ਹਿਆਂ ਦਾ ਵਿਆਹੁਣ ਤੋਂ ਲੈ ਕੇ ਇੱਥੇ ਆਉਣ ਦਾ ਫਰਕ ਜਿਹੜਾ ਜਾਨੂੰ 35-38 ਵਰ੍ਹਿਆਂ ਦੇ ਹੋ ਗਏ, ਉਹ ਪਰਿਵਾਰ ਤੋਰਨ ਦੇ ਵਿੱਚ, ਜਿਹੜਾ ਅੱਗੇ ਫੈਮਿਲੀ ਸ਼ੁਰੂ ਕਰਨ ਦੇ ਵਿੱਚ, ਬੱਚਾ ਪੈਦਾ ਕਰਨ ਤੋਂ ਬਾਅਦ ਉਹਨੂੰ ਜਵਾਨ ਕਰਨ ਦਾ ਵੀ ਬਹੁਤ ਵੱਡਾ ਇਸ਼ੂ ਹੋਇਆ। ਕਿਉਂਕਿ ਜਦ ਉੱਥੋਂ ਕੋਈ ਜਦ ਏਜੰਟ ਤੋੜਦੇ ਉਹ ਕਹਿੰਦਾ ਸਾਲ ਦਾ ਕੰਮ ਹੈ, ਬਸ ਲੈ ਗਿਆ ਲੈ ਤੇ ਪੱਕਾ ਹੋਇਆ ਲੈ ਤੁਹਾਨੂੰ ਸੱਦਿਆ ਲੈ। ਉਹ ਇਸ਼ੂ ਇੱਥੇ ਕੀ ਦੱਸਿਆ ਤਾਂ ਹੈ ਨਾ, ਇੱਥੇ ਆ ਕੇ ਫਿਰ ਯੂਰਪ 'ਚ ਜਾਂ ਕਿਤੇ ਵੀ ਵਿਆਹ ਹੋਏ, ਵਿਆਹ 2 ਨੰਬਰ ਦੇ ਕਰਵਾ ਕੇ ਲੋਕਲ ਇਸਤਰੀਆਂ ਦੇ ਨਾਲ ਜਿਹੜੀਆਂ ਇਮੀਗ੍ਰੈਂਟ ਸੀ ਜਾਂ ਜਿਹੜੀਆਂ ਸਿਟੀਜ਼ਨ ਸੀ, ਵਿਆਹ ਕਰਾ ਕੇ ਫਿਰ ਉਹ ਡਿਵੋਰਸ ਹੋਏ। ਅੱਛਾ, ਕਈਆਂ ਨੂੰ ਉਹ ਜਿੱਥੇ ਨਵਾਂ ਵਿਆਹ ਕਰਾਇਆ ਯੂਰਪ ਦੇ ਵਿੱਚ, ਜਰਮਨੀ 'ਚ ਬਹੁਤ ਵੱਡਾ ਇਸ਼ੂ ਸੀ, ਵਿਆਹ ਕਰਾਇਆ ਤਾਂ ਉਹ ਗੋਰੀਆਂ ਸੋਹਣੀਆਂ ਲੱਗਣ ਲੱਗ ਗਈਆਂ, ਲੋਕ ਪੈਰ ਦੱਬ ਗਏ, ਪਿੱਛੇ ਬੈਠੀਆਂ ਇਸਤਰੀਆਂ ਜਿਹੜੀਆਂ ਉਹ ਉੱਥੇ ਹੀ ਰਹਿ ਗਈਆਂ। ਕਿਉਂਕਿ ਉਹ ਜਿਹੜਾ ਨਾਂ ਪੰਜਾਬ ਦੇ ਪਿੰਡਾਂ 'ਚ ਉੱਥੇ ਸਰਟੀਫਿਕੇਟ ਕਿਹੜਾ ਬਣਾਉਂਦਾ। 1990-98 ਦੀ ਗੱਲ ਕਰੀਏ, ਕਿਸੇ ਕੋਲ ਉਹ ਠੀਕ ਸੀ ਕਿ ਐਲਬਮ ਹੁੰਦੀਆਂ, ਵਿਆਹ ਦੀਆਂ ਵੀਡੀਓਜ਼ ਹੁੰਦੀਆਂ, ਪਰ ਇੱਥੇ ਆ ਕੇ ਤਾਂ ਜਿਹੜਾ ਸੁਰਮੁਖ ਸਿੰਘ ਹੈ ਉਹ ਹਰਵੰਤ ਸਿੰਘ ਬਣ ਗਿਆ, ਜਾਂ ਜਿਹੜਾ ਸੁਰਮੁਖ ਸਿੰਘ ਹੈ ਉਹ ਆ ਕੇ ਉਸਨੇ ਧਰਮ ਵੀ ਤਬਦੀਲ ਕਰ ਲਿਆ ਨਾਂ ਦੇ ਨਾਲ, ਕੋਈ ਹੋਰ ਲਾ ਲਿਆ ਗੋਤ, ਕਿਉਂਕਿ ਪਾਸਪੋਰਟ ਤਾਂ ਪਾੜ ਕੇ ਸਿੱਟਤਾ, ਨਵੀਂ ਆਇਡੈਂਟੀਟੀ ਦੇ ਵਿੱਚ ਜਿਉਂ ਲਿਆ। ਪਾਸਪੋਰਟ ਉਹ ਨਾਂ ਦਾ ਕਢਾ ਲਿਆ, ਪੈਸੇ ਦੇਤੇ, ਕਰਪਸ਼ਨ ਇਨਵੋਲਵ ਸੀ, ਅਤੇ ਉਹਦੇ ਬਾਅਦ ਉਹ ਪੱਕਾ ਫਿਰ ਉਹ ਪੰਜਾਬ ਗਿਆ ਨਾ ਗਿਆ, ਉਹ ਵੀ ਕੇਸ ਨੇ। ਹੁਣ ਜਿਹੜੇ ਮੁੜੇ ਨਹੀਂ 12-12 15-15 ਵਰ੍ਹੇ, ਹੁਣ ਇਹ ਦੁੱਖ ਦੀ ਕਹਾਣੀ ਹੁਣ ਵੀ ਹੋ ਰਿਹਾ, ਹੁਣ ਲੋਕ ਵਿਆਹ ਕਰ ਰਹੇ ਨੇ ਜਾ ਕੇ ਇੱਥੋਂ, ਕਈ ਰਿਸ਼ਤੇਦਾਰੀ 'ਚੋਂ ਦੋਸਤਾਂ ਮਿੱਤਰਾਂ ਨੂੰ ਕਹਿ ਕੇ ਯਾਰ ਮੇਰੀ ਭਤੀਜੀ ਆ ਉੱਥੇ, ਮੇਰੀ ਭੈਣ ਆ, ਕਰ ਰਹੇ ਨੇ, ਪਰ ਹਾਲੇ ਵੀ ਇਹ ਗੱਲ ਜਿਹੜੀ ਹੈ ਸਿਰੇ ਨਹੀਂ ਚੜ੍ਹ ਰਹੀ। ਜਦ ਬੰਦਾ ਮੁੜ ਕੇ ਆਉਂਦਾ, ਮੁੜ ਕੇ ਆਉਣ ਤੋਂ ਬਾਅਦ ਜੇ ਤਾਂ ਉੱਥੇ ਉਹਨੂੰ ਜ਼ਿੰਦਗੀ ਦੇ ਵਿੱਚ ਸਹੀ ਕੋਈ ਪਾਰਟਨਰ ਮਿਲ ਗਿਆ, ਜਾਂ ਕੋਈ ਕਹਾਣੀ ਸਹੀ ਲੱਗੀ, ਜਾਂ ਉਹਦੇ ਸੈੱਟ ਬੈਠੀ, ਜਾਂ ਇੱਥੇ ਜਿਹੜੇ ਕਿਸੇ ਉਹਦੇ ਧੰਦੇ ਦੇ ਵਿੱਚ ਕੋਈ ਇਹੋ ਜਿਹੀ ਜਗ੍ਹਾ ਦੇ ਵਿੱਚ ਜਿੱਥੇ ਫਸਿਆ ਨਹੀਂ ਹੋਇਆ, ਫੇਰ ਤਾਂ ਉਹ ਕਰ ਲੈਂਦਾ ਕਹਾਣੀ। ਨਹੀਂ, ਕਿਸੇ ਨੂੰ ਤੁਸੀਂ ਧੱਕੇ ਨਾਲ ਬੁਲਵਾਉਣਾ ਜਿਹੜਾ ਹੈ ਉਹ ਬਹੁਤ ਔਖਾ ਹੈ, ਕਿਉਂਕਿ ਪੇਪਰ ਅਪਲਾਈ ਹੋਣੇ ਨੇ, ਉਸ ਪੇਪਰ ਅਪਲਾਈ ਹੋਣ ਤੋਂ ਬਾਅਦ ਤੁਹਾਡੀ ਇਨਕਮ ਚਾਹੀਦੀ ਹੈ, ਇਨਕਮ ਤੋਂ ਦੋਨੇ ਤਿੰਨੇ ਚੀਜ਼ਾਂ ਨੇ, ਨਹੀਂ ਹੁੰਦੀਆਂ ਤਾਂ ਖਤਮ। 604 204 0600 ਜੇ ਤੁਸੀਂ ਕੋਈ ਗੱਲਬਾਤ ਇਸ ਵਿਸ਼ੇ ਤੇ ਹੋਰ ਕਰਨੀ ਹੋਵੇ। ਮੈਂ ਇਸ ਨੂੰ ਪੜ੍ਹ ਕੇ ਜਦ ਵੀ ਯਾਰ ਇਹ 22 ਵਰ੍ਹਿਆਂ ਦੇ ਵਿੱਚ ਜ਼ਿੰਦਗੀ 2 ਵਾਰ ਉਸਨੇ, ਤੀਸਰੀ ਵਾਰ ਇਹ ਛਾਪੀ ਕਿ ਇਹ ਰਮੇਸ਼ ਵਿਨਾਇਕ ਜੀ ਜਦ ਪੰਜਾਬ ਦੇ ਵਿੱਚ ਸਾਡੀ ਇੱਕ ਬੰਨੇ ਸਿੰਘ ਆ ਕਿ ਅਸੀਂ ਉਹ ਲੋਕ ਹਾਂ ਬਾਂਹ ਜਿਨ੍ਹਾਂ ਦੀ ਫੜ ਲੈਂਦੇ ਹਾਂ, ਅਸੀਂ ਜ਼ਿੰਦਗੀ ਨਹੀਂ ਛੱਡਦੇ, ਇੱਕ ਬੰਨੇ ਇਹ ਜਿਹੜੀ ਸਟੋਰੀਆਂ ਨੇ ਇਹ ਛਪ ਰਹੀਆਂ ਨੇ ਕਿ ਯਾਰ 22 ਵਰ੍ਹਿਆਂ ਬਾਅਦ ਵੀ ਪੰਜਾਬ ਦੇ ਵਿੱਚ ਸਿਚੁਏਸ਼ਨ ਸੇਮ ਦੀ ਉਸ ਤਰ੍ਹਾਂ ਦੀ ਹੈ, ਉਸੇ ਤਰ੍ਹਾਂ ਹੀ ਹੈ। ਇਹ ਹੁਣ ਇਹਨਾਂ ਜਵਾਕ ਜੱਲਿਆਂ ਦੀ ਆਪਾਂ ਗੱਲ ਤਾਂ ਕਰਦੇ ਹਾਂ ਇੱਥੇ ਵਾਲਿਆਂ ਦੀ ਕਿ ਜਿਹੜੇ ਹੁਣ ਆ ਗਏ, ਇਹ ਇੱਥੇ ਆਹ ਕਰਤਾ ਤਾਂ ਇਹ ਆ ਕਰਤਾ, ਪਰ ਜੇ ਇੱਕ ਗੱਲ ਤੁਸੀਂ ਸੁਣੋ ਕਿ ਕਿਸੇ ਦੀ ਜ਼ਿੰਦਗੀ ਇਹਨਾਂ ਨੇ ਬਰਬਾਦ ਨਹੀਂ ਕਰਨੀ। ਇੱਥੇ ਇਹ ਆ ਗਏ, ਮੁੰਡੇ ਕੁੜੀਆਂ ਆ ਗਏ, ਜਾਂ ਤਾਂ ਆਪਸ ਵਿੱਚ ਇੱਥੇ ਵਿਆਹ ਕਰਾ ਲੈਣਾ, ਜਾਂ ਜਿਹਨੂੰ ਲੈ ਕੇ ਜੇ ਕਿਸੇ ਨੂੰ ਵਾਅਦਾ ਕੀਤਾ ਚੱਲ ਅੱਲੜ ਉਮਰਾ 20 ਵਰ੍ਹਿਆਂ ਦੀ ਹੈ ਉਹਨੂੰ ਲੈ ਆਉਣਗੇ ਉੱਥੋਂ। ਪਰ ਜਦ ਉਸ ਸਮੇਂ ਅੱਜ ਤੋਂ ਪੰਜਾਬ ਦੇ ਵਿੱਚੋਂ 20-22 ਵਰ੍ਹੇ ਪਹਿਲਾਂ ਜਿੰਨੇ ਲੋਕ ਆਏ
ਉਹਨਾਂ ਨੇ ਸਿਰੇ ਵੀ ਲਾਤੀਆਂ ਤੇ ਜਿਹੜੀਆਂ ਇਹ ਕੇਸ ਨੇ ਇਹ ਬਹੁਤ ਔਖਾ ਜਿਹੜਾ ਸਮਾਂ ਉੱਥੇ ਪੰਜਾਬ ਦੇ ਵਿੱਚ ਜਿਹੜੀਆਂ ਕੁੜੀਆਂ ਬੈਠੀਆਂ ਨੇ, ਨਾ ਹੁਣ ਰੰਡੀਆਂ ਨਾ ਵਿਆਹੀਆਂ ਤੇ ਨਾ ਉਹ ਤਲਾਕਸ਼ੁਦਾ। ਸਰਦਾਰ ਜਸਵੀਰ ਸਿੰਘ ਜੀ, ਲਾਈਨ ਨੰਬਰ 1। ਧੰਨਵਾਦ ਸਰਦਾਰ ਜੀ, ਬੜਾ ਬਹੁਤ ਦੁਖਦਾਇਕ ਜਿਹੜੀ ਇਹ ਖਬਰ ਹੈ, ਪਰ ਇਹਦੇ ਨਾਲ ਕੁਝ ਤੱਤ ਨੇ ਜਿਨ੍ਹਾਂ ਤੱਤਾਂ ਦੇ ਉੱਤੇ ਸਮਾਜ ਨੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ। ਇੱਕ ਗੱਲ ਤਾਂ ਪੱਕੀ ਹੈ ਵੀ ਜਿਹੜਾ ਕਰਮ ਮਨੁੱਖ ਕਰਦਾ ਹੈ ਉਹਦਾ ਨਤੀਜਾ ਉਹਨੂੰ ਭੁਗਤਣਾ ਪੈਂਦਾ ਹੈ, ਪਰ ਇਹ ਸੁਚੇਤ ਨਾ ਹੋਣ ਦੀ ਇੱਕ ਬਹੁਤ ਵੱਡੀ ਕਾਰਵਾਈ ਹੈ। ਔਰ ਉਸ ਦੇ ਵਿੱਚ ਇਹ ਹੋਇਆ ਕਿ ਲਾਲਚ ਨੇ, ਜਦੋਂ ਅਸੀਂ 86 ਜਾਂ ਉਦੋਂ 90 ਦੀ ਗੱਲ ਕਰਦੇ ਹਾਂ ਪਹਿਲਾਂ ਦੀ ਜੀ, ਉਦੋਂ ਬਾਅਦ ਬਹੁਤਾਤ ਵਿੱਚ ਜਿਹੜੇ ਇੱਥੇ ਅਸੀਂ ਆਏ ਸੀਗੇ ਉਹ ਬਹੁਤੇ ਕੁਆਰੇ ਸਨ ਤੇ ਉਹਨਾਂ ਨੇ ਜਾ ਕੇ ਆਪਣੀ ਜਿਹੜੀ ਨਾ ਫਾਈਨੈਂਸ਼ੀਅਲ ਜਿਹੜੀ ਸਿਚੁਏਸ਼ਨ ਸੀ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਦੀ, ਉਹਨੂੰ ਸੁਖਾਲੇ ਕਰਨ ਦੀ ਖਾਤਰ ਲਾਲਚ ਵਸ ਹੋ ਕੇ ਉੱਥੇ ਇਹ ਡਿਮਾਂਡਾਂ ਰੱਖੀਆਂ। ਔਰ ਪੰਜਾਬ ਦੇ ਵਿੱਚ ਇੱਕ ਬੜਾ ਖਿੱਚ ਬਣ ਗਈ ਸੀ ਉਸ ਟਾਈਮ ਤੇ ਕਿ ਸਾਡਾ ਧੀ ਪੁੱਤ ਬਾਹਰ ਚਲਾ ਜਾਵੇ ਤਾਂ ਜੀਵਨ ਪਤਾ ਨਹੀਂ ਕਿੰਨਾ ਕੁ ਵਧੀਆ ਹੋ ਜਾਣਾ ਜੀ। ਉਸ ਲਾਲਚ ਨੇ ਸਾਨੂੰ ਇਸ ਨਤੀਜੇ ਦੇ ਜਿਹੜਾ ਕੰਮ ਅਸੀਂ ਕਰਨ ਲੱਗੇ ਸੀ ਉਹਨਾਂ ਦੇ ਨਤੀਜਿਆਂ ਤੋਂ ਅੱਖਾਂ ਬੰਦ ਕਰਵਾਤੀਆਂ। ਹੁਣ ਦੇਖੋ, ਜਦੋਂ ਮਨੁੱਖ ਲਾਲਚ ਕਰਦਾ, ਲਾਲਚ ਚਾਹੇ ਪੈਸੇ ਦਾ ਹੋਵੇ, ਕੰਮ ਦਾ ਹੋਵੇ, ਜੀਵਨ ਦਾ ਹੋਵੇ, ਕਾਸੇ ਦਾ ਵੀ ਹੋਵੇ, ਉਹਦੇ ਵਿੱਚ ਜਿਹੜੀ ਸਫਲਤਾ ਉਹਦੇ ਚਾਂਸਸ ਬਹੁਤ ਘੱਟ ਹੁੰਦੇ ਨੇ ਜੀ ਜੀ। ਬੇਸਿਕਲੀ ਇਹ ਜਿਹੜਾ ਕੁਝ ਹੋਇਆ ਇਹ ਉਹਦਾ ਨਤੀਜਾ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਇਹ ਕੋਈ ਜਾਇਜ਼ ਹੋਇਆ, ਇਹ ਗਲਤ ਹੋਇਆ। ਪਰ ਸਮਾਜ ਦੇ ਵਿੱਚ ਲੁਟੇਰੇ ਦੇਖੋ ਕਿੰਨੇ ਤੱਕ ਨੇ। ਰਾਮੂ ਵਾਲੀਆ ਬਲਵੰਤ ਜਿਹੜਾ ਸੀ, ਉਸ ਨੇ ਬਹੁਤ ਵੱਡਾ ਇੱਕ ਸਟੰਟ ਸ਼ੁਰੂ ਕੀਤਾ ਵੀ ਧੀਆਂ ਦਾ ਮੈਂ ਕਰ ਦੂੰ, ਉਹ ਕਰ ਦੂੰ। ਉਦੋਂ ਲੋਕ ਵਿਚਾਰੇ ਜਿਹੜੇ ਦੁਖੀ ਸੀ ਉਹਦੇ ਨਾਲ ਵੀ ਲੁੱਟੇ ਗਏ। ਹੁਣ ਜਿਹੜਾ ਮਨੁੱਖ, ਇਸ ਦੀ ਮੈਂ ਵਿਆਖਿਆ ਇਸ ਕਰਕੇ ਕਰ ਰਿਹਾ ਕਿ ਬਹੁਤ ਲੋਕ ਹੁਣ ਵੀ ਸੁਣਦੇ ਨੇ, ਇਕਬਾਲ ਰਾਮੂ ਵਾਲੀਆ ਉਹਦਾ ਸਕਾ ਭਰਾ ਸੀ, ਮਰ ਗਿਆ। ਉਸ ਨੇ ਆਪਦੇ ਭਰਾ ਦੀ ਇਸ ਨਲਾਇਕੀ ਦੀ ਔਰ ਬੇਹਯਾਈ ਦੀ ਗੱਲ ਰੇਡੀਓ ਤੇ ਕੀਤੀ ਸੀ, ਰਿਕਾਰਡਡ ਹੈ, ਕਈਆਂ ਨੇ ਸੁਣੀ ਹੋਣੀ ਹੈ। ਬਿਲਕੁਲ। ਬਲਵੰਤ ਰਾਮੂ ਵਾਲੀਆ ਨੇ ਆਪਦੇ ਮੁੰਡੇ ਦਾ ਵਿਆਹ ਆਪਦੀ ਮਸ਼ੂਕ ਨਾਲ ਕਰਾਇਆ ਜਿਹੜੀ ਕਿ ਉਮਰ 'ਚ ਛੋਟੀ ਸੀ, ਉਹਦੇ ਬੱਚੇ ਪੈਦਾ ਕੀਤੇ, ਅੱਜ ਉਹਦਾ ਤਲਾਕ ਹੋ ਗਿਆ ਤੇ ਉਹ ਕੁੜੀ ਤੋਂ ਆਪਦੇ ਬੱਚੇ ਪੈਦਾ ਕੀਤੇ ਜਿਹੜੀ ਉਹਦੀ ਨੂੰਹ ਸੀ। ਏਦਾਂ ਦੇ ਵਿਅਕਤੀ ਏਦਾਂ ਦੀਆਂ ਲੜਕੀਆਂ ਦਾ ਸ਼ੋਸ਼ਣ ਕਰਦੇ ਰਹੇ ਇਸ ਨਾਂ ਦੇ ਉੱਤੇ ਕਿ ਅਸੀਂ ਇਹਨਾਂ ਦਾ ਜੀਵਨ ਵਸਾਵਾਂਗੇ। ਔਰ ਇਹ ਸਾਡੇ ਪੰਜਾਬ ਦੇ ਲੀਡਰ ਨੇ ਤੇ ਅਸੀਂ ਲੋਕ ਇਹਨਾਂ ਨੂੰ ਸਮਰਥਨ ਦਿੰਦੇ ਰਹੇ। ਸੋ ਇਹਦਾ ਰਿਲੇਟਡ ਕੰਮ, ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਜਿਹੜੇ ਪੰਜਾਬ ਦੀ ਖਿੱਤੇ ਦੇ ਵਿੱਚ ਸਾਡੀ ਸੋਚ ਦੇ ਵਿੱਚ ਇੰਨੀ ਗਿਰਾਵਟ ਤੱਕ ਅਸੀਂ ਚਲੇ ਜਾਈਏ ਜੀ ਤੇ ਉਹਦੇ ਨਤੀਜਿਆਂ ਵਿੱਚੋਂ ਪੋਜ਼ਿਟਿਵਿਟੀ ਲੱਭਣ ਦੀ ਅਸੀਂ ਕੋਸ਼ਿਸ਼ ਕਰੀਏ, ਮੁਸ਼ਕਲ ਹੈ। ਤੇ ਕੁੜੀਆਂ ਨੇ ਵੀ ਇਹ ਕੰਮ ਕੀਤਾ, ਇੱਥੇ ਆਉਂਦੀਆਂ ਸੀ ਉਸ ਟਾਈਮ ਦੇ ਉੱਤੇ, ਵਿਆਹ ਕਰਾ ਕੇ ਇੱਥੇ ਪਹੁੰਚ ਜਾਂਦੀਆਂ ਸੀ, 에ਅਰਪੋਰਟ ਤੋਂ ਛੱਡ ਕੇ ਭੱਜ ਜਾਂਦੀਆਂ ਸੀ। ਇਸ ਕਰਕੇ ਇਹ ਨਤੀਜਾ ਤਾਂ ਇਹਦਾ ਨਿਕਲਣਾ ਸੀ। ਪਰ ਐਜ ਏ ਇਨਸਾਨੀਅਤ ਕਿਸੇ ਦੀ ਜੀਵਨ ਨਾਲ ਖਿਲਵਾੜ ਹੋ ਜਾਣਾ ਜਾਂ ਮਾਂ-ਬਾਪ ਵੱਲੋਂ ਬੱਚਿਆਂ ਦੀ ਸਹੀ ਸੋਚ ਨੂੰ ਲਾਲਚ ਵਸ ਹੋ ਕੇ ਕਿਸੇ ਅਧੀਨ ਕਰ ਦੇਣਾ, ਇਹ ਜਿੰਨਾ ਕਸੂਰ ਬਾਹਰੋਂ ਗਏ ਮੁੰਡੇ ਤੇ ਕੁੜੀ ਦਾ ਹੈ, ਓਨਾ ਹੀ ਕਸੂਰ ਮਾਂ-ਬਾਪ ਦਾ ਸੀ ਕਿ ਉਹਨਾਂ ਨੇ ਆਪਣੇ ਧੀਆਂ ਪੁੱਤਾਂ ਦੇ ਜਿਹੜੇ ਫੈਸਲੇ ਕੀਤੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਸਵਾਰਥ ਮੂਹਰੇ ਸੀ, ਇਸ ਕਰਕੇ ਉਹਨਾਂ ਨੇ ਕੀਤੇ। ਸੋ ਇਹਦੇ ਲਈ ਦੁਖਾਂਤ ਹੀ ਹੈ ਸਰਦਾਰ ਬਹਾਦਰ, ਇਹੀ ਕਿਹਾ ਜਾ ਸਕਦਾ ਵੀ ਜੇ ਕੋਈ ਵਿਅਕਤੀ ਤੁਹਾਡੇ ਪ੍ਰੋਗਰਾਮ ਨੂੰ ਸੁਣਦਾ ਹੈ ਔਰ ਉਹ ਇਸ ਵਿੱਚ ਦੀ ਗੁਜ਼ਰਿਆ ਹੈ, ਬਿਲਕੁਲ ਠੀਕ, ਕਿਤੇ ਉਹਦੀ ਜ਼ਮੀਰ ਜਾਗੇ ਤਾਂ ਉਹਨੂੰ ਆਪਦੇ ਫਰਜ਼ਾਂ ਨੂੰ ਪਹਿਚਾਨਣ ਦੀ ਲੋੜ ਹੈ। ਇਸ ਦਾ ਰੋਜ਼ਾਨਾ ਭੁਗਤਣਾ ਹੀ ਪੈਣਾ ਹੈ, ਅੱਜ ਭੁਗਤ ਲੈਣ ਜਾਂ ਜਾਣ ਵੇਲੇ ਭੁਗਤ ਲੈਣ, ਇਸ ਜੀਵਨ 'ਚ ਹੀ ਭੁਗਤਣਾ ਪੈਣਾ। ਇਹ ਦੁਖਾਂਤ ਹੈ, ਪਰ ਇਹਦੇ ਇਹ ਲੱਛਣ ਨੇ, ਇਹਨਾਂ ਵਿੱਚ ਵੀ ਅਸੀਂ ਗੁਜ਼ਰੇ ਹਾਂ। ਧੰਨਵਾਦ ਤੁਹਾਡਾ। ਧੰਨਵਾਦ ਜੀ, ਬਹੁਤ ਬਹੁਤ। ਲਾਈਨ ਨੰਬਰ 2, ਡੈਨ ਸਿੱਧੂ ਜੀ, ਤੁਸੀਂ ਏਅਰ ਤੋਂ ਕੈਲਗਰੀ ਤੋਂ। ਹਰਜੀਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਬਾਈ ਜੀ ਵੈਸੇ ਤਾਂ ਤੁਸੀਂ ਕਾਫੀ ਡਿਟੇਲ 'ਚ ਗੱਲਾਂ ਕੀਤੀਆਂ ਨੇ। ਸਾਰੇ ਸ਼ਹਿਰਾਂ 'ਚ ਜਿੰਨੇ ਵੱਡੇ ਸ਼ਹਿਰ ਆ ਜ਼ਿਆਦਾ ਕੇਸ ਨੇ, ਛੋਟੇ ਸ਼ਹਿਰਾਂ 'ਚ ਘੱਟ ਕੇਸ ਨੇ। ਤੇ ਲੌਂਗ ਟਾਈਮ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਜੀ ਕੀਤੀ ਸੀਗੀ ਤੁਹਾਡੇ ਨਾਲ, ਹਾਲੇ ਤੁਸੀਂ ਇਹਦੇ ਵਿੱਚ ਦੀ ਲੰਘੇ ਹੋ। ਚੱਲੀ ਜਾਂਦਾ। ਤੁਹਾਡੇ ਸ਼ਹਿਰ ਦੇ ਵਿੱਚ ਇੱਕ ਮੇਰਾ ਰਿਸ਼ਤੇਦਾਰ ਬੈਠਾ ਜੀ, ਬੜੀਆਂ ਮਿੰਨਤਾਂ ਤਰਲੇ ਕਰ ਚੁੱਕੇ ਆ, ਜੇ ਸੁਣਦੇ ਹੋਣਗੇ ਅੱਜ ਵੀ ਮੈਂ ਹੱਥ ਬੰਨ ਕੇ ਮਿੰਨਤ ਕਰਦਾ।
ਪਹਿਲਾ ਵਿਆਹ ਕਰਾਇਆ ਜੀ ਉਹਨੇ, ਬੇਟੀ ਹੋ ਗਈ ਇੱਥੇ ਹੀ, ਉਹਨੂੰ ਤਲਾਕ ਦੇਤਾ। ਦੂਜਾ ਵਿਆਹ ਫੇਰ ਕਰਵਾਇਆ, ਉਹਦੇ ਵੀ ਬੇਟੀ ਹੋ ਗਈ, ਉਹਨੂੰ ਵੀ ਤਲਾਕ ਦੇਤਾ। ਫਾਦਰ ਉਹਦੇ ਚੰਗੇ ਸੀਗੇ ਜੀ, ਚਲੋ, ਪਰ ਕਰਨਾ ਨਹੀਂ ਸੀ ਚਾਹੀਦਾ। ਤੀਜਾ ਵਿਆਹ ਫੇਰ ਕਰਿਆ ਇਹ ਗਰੀਬ ਪਰਿਵਾਰ ਲੱਭ ਕੇ। ਉੱਥੇ ਜਾਂਦਾ ਰਿਹਾ ਸਾਲ 2 ਸਾਲ, ਬੇਟਾ ਹੋ ਗਿਆ ਜੀ। ਅੱਛਾ ਜੀ। ਤੇ ਉਹਦੇ ਫਾਦਰ ਮਾਸਟਰ ਸੀਗੇ, ਉਹਨਾਂ ਨੇ ਚਲੋ ਬੇਟੇ ਦਾ ਪਾਸਪੋਰਟ ਵਗੈਰਾ ਤੇ ਈਵਨ ਕਿਉਂਕਿ ਉਹ ਇੱਥੋਂ ਦਾ ਮੁੰਡਾ, ਇੱਥੋਂ ਦਾ ਕੈਨੇਡੀਅਨ ਸਿਟੀਜ਼ਨ ਕਰਕੇ ਜਿਹੜਾ ਬੱਚਾ ਉੱਥੇ ਹੋਇਆ ਸੀ ਉਹਦਾ ਸਿਟੀਜ਼ਨਸ਼ਿਪ ਵੀ ਬਣਾਤੀ ਉਹਦੀ। ਜੀ ਜੀ। ਪਰ ਹੁਣ ਉਹ ਇੱਥੇ ਆ ਕੇ ਮੁੜ ਕੇ ਸਪਾਂਸਰ ਨਹੀਂ ਕਰ ਰਿਹਾ ਜੀ। ਉਹਨੂੰ ਸਪਾਂਸਰ ਕਰਤਾ ਇੱਕ ਵਾਰੀ, ਮੁੜ ਕੇ ਵਿੱਚੋਂ ਵਿਦਡਰਾ ਕਰ ਗਿਆ। ਤੁਹਾਡੇ ਇੱਥੇ ਲੋਇਰ ਕੀਤਾ ਸੀ, ਮੈਂ ਲੋਇਰ ਨਾਲ ਵੀ ਗੱਲਬਾਤ ਕੀਤੀ। 7-8 ਸਾਲ ਹੋ ਗਿਆ ਜੀ, ਮਿੰਨਤਾਂ ਤਰਲੇ ਕਰੀ ਜਾਂਦੇ ਆ। ਪੁਲਿਸ ਰਿਪੋਰਟ ਵੀ ਫਾਈਨਲੀ ਉੱਥੇ ਕਰਵਾਈ ਹੈ ਤੇ ਕੋਈ ਰੂਹ ਹੱਥ ਪੱਲਾ ਨਹੀਂ ਫੜਾ ਰਿਹਾ ਬੰਦਾ। ਫਾਦਰ ਦੀ ਡੈਥ ਹੋ ਗਈ। ਜੇ ਫਾਦਰ ਹੁੰਦੇ ਵਿਚਾਰੇ ਉਹਨਾਂ ਨੇ ਕਰਾ ਲੈਣਾ ਸੀ, ਉਹਨਾਂ ਨੇ ਕਾਫੀ ਪੇਪਰ ਵਰਕ ਕਰਾਤਾ ਸੀਗਾ। ਪਰ ਹੁਣ ਮਿਹਨਤ ਇਹੀ ਕਰਦੇ ਆ, ਇਹਨੂੰ ਜੇ ਸੁਣਦਾ ਜਾਂ ਉਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਸੁਣਦਾ ਹੈ ਤਾਂ ਕੁੜੀ ਮੰਗਾ ਦਿਓ, ਬੱਚਾ ਮੰਗਾ ਦਿਓ ਭਾਈ, ਜੇ ਨਹੀਂ ਰੱਖਣੀ ਨਾ ਰੱਖਿਓ। ਪਰ ਇਹੀ ਮਿਹਨਤ ਹੈ। ਤੀਜਾ ਵਿਆਹ ਕਰਾ ਕੇ ਜੀ ਉਹ ਬੰਦਾ ਇੱਥੇ ਬੈਠਾ, ਪਤਾ ਨਹੀਂ ਕੰਟਰੈਕਟਿੰਗ ਦਾ ਕੰਮ ਕਰਦਾ, ਕੋਈ ਜਿਹੜੇ ਠੇਕੇਦਾਰ ਤੁਹਾਡੇ ਲਿਜਾਂਦੇ ਹੁੰਦੇ ਆ ਫਾਰਮਾਂ 'ਚ। ਤੇ ਮੇਰੇ ਸਹੁਰਿਆਂ 'ਚੋਂ ਰਿਸ਼ਤੇਦਾਰ ਆ, ਸਾਰਿਆਂ ਨੇ ਮਿਹਨਤਾਂ ਕੀਤੀਆਂ ਨੇ, ਪਰ ਉਹ ਕੋਈ ਹੱਥ ਵਾਲਾ ਫੜਾ ਨਹੀਂ ਰਹੇ ਜੀ। ਤੇ 2 ਵਿਆਹ ਕੀਤੇ, ਕੁੜੀਆਂ ਹੋ ਗਈਆਂ, ਤੀਜਾ ਮੁੰਡਾ ਹੋ ਗਿਆ, ਉਹਨੂੰ ਵੀ ਨਹੀਂ ਸੱਦ ਰਹੇ। ਨਹੀਂ ਜੀ। 3 ਪਰਿਵਾਰਾਂ ਦੀ ਜ਼ਿੰਦਗੀ, ਬਿਲਕੁਲ ਸਿੱਧੂ ਸਾਹਿਬ, ਥੈਂਕ ਯੂ। ਬੱਚਿਆਂ ਦੀ ਜ਼ਿੰਦਗੀ ਖਰਾਬ ਕਰਤੀ। ਥੈਂਕ ਯੂ ਬਾਈ ਜੀ, ਥੈਂਕ ਯੂ। ਓਕੇ ਜੀ। ਡੈਨ ਸਿੱਧੂ ਹੋਣਾ ਨੇ ਕਈ ਵਾਰ ਇਸ ਨੂੰ ਮੇਰੇ ਨਾਲ ਵਿਚਾਰਿਆ, ਪਰ ਹੁਣ ਗੱਲ ਇਹ ਹੈ ਵੀ ਧੱਕੇ ਨਾਲ, ਜਿਵੇਂ ਮੈਂ ਪਹਿਲਾਂ ਕਿਹਾ ਕਿ ਕਿਵੇਂ ਧੱਕੇ ਨਾਲ ਤੁਸੀਂ ਕਿਸੇ ਨੂੰ ਸਦਾ ਲਓਗੇ, ਤੇ ਜੇ ਸੱਦੂਗਾ ਵੀ ਤੇ ਆ ਕੇ ਕਰਨਾ ਕੀ ਆ ਉਹਨੇ। ਤੁਸੀਂ ਸੋਚਿਆ ਪੇਨ ਕਿੰਨੀ ਹੈ? ਇਹਨੂੰ ਪੇਨ ਕਹਿੰਦੇ ਆ, ਇਹਨੂੰ ਦਰਦ ਕਹਿੰਦੇ ਆ। ਬਹੁਤ ਹੋਣਗੇ ਜਿਨ੍ਹਾਂ ਨੇ ਆ ਕੇ ਅੱਜ ਦੱਸਣਾ ਨਹੀਂ। ਇਹ ਬੜਾ ਸੰਵੇਦਨਸ਼ੀਲ ਮਸਲਾ ਹੈ, ਇਹਨੂੰ ਹੱਥ ਵੀ ਨਹੀਂ ਕੋਈ ਪਾਉਂਦਾ। ਬੜਾ ਸੌਖਾ ਨਹੀਂ ਹੈ ਇਹ ਦੁੱਖ ਸੁਣਨੇ। ਜਿਵੇਂ ਸਰਦਾਰ ਜਸਵੀਰ ਸਿੰਘ ਉਹਨਾਂ ਨੇ ਦੱਸਿਆ, ਅਗਰਵਾਲ ਸਾਹਿਬ ਨੇ, ਗੱਲਾਂ ਤਾਂ ਲੋਕਾਂ ਦੀਆਂ ਕੀ ਵਸਾਉਣੀਆਂ, ਜਾਂ ਤੁਸੀਂ ਆਪ ਸ਼ੋਸ਼ਣ ਕਰਦੇ ਹੋ, ਕੀ ਕਰੋਗੇ ਤੁਸੀਂ? ਜੇ ਇਹੋ ਜਿਹੇ ਲੇਖਾਂ ਨੂੰ ਛਪਾਉਣੋਂ ਤੁਸੀਂ ਬੰਦ ਕਰਨਾ ਹੈ, ਜਿਹੜੇ ਲਿਖ ਰਹੇ ਨੇ ਬਾਹਰਲੇ ਦਿੱਲੀ ਦੇ ਜਾ ਕੇ ਪੇਪਰਾਂ ਵਾਲੇ, ਤਾਂ ਉਸ 'ਤੇ ਸੁਨੇਹਾ ਦਿਓ। ਸਮਝ ਤਾਂ ਖੈਰ ਉਹ ਵੀ ਗਏ ਨੇ ਉੱਥੇ ਵਾਲੇ। ਹੁਣ ਉਸ ਤਰ੍ਹਾਂ ਨਹੀਂ ਹੈ ਕਿ ਬਾਹਰੋਂ ਆਇਆ 4 2 ਤੋਲੇ ਦੀ ਗੱਲ ਦੇ ਵਿੱਚ ਚੈਨੀ ਪਾਈ ਤੇ ਮਾੜਾ ਜਿਹਾ ਮੁਸ਼ਕਣ ਬੂਟੀ ਜੀ ਲਾ ਕੇ ਤੇ ਪਿੰਡ 'ਚ ਗੇੜੇ ਕੱਢਦਾ ਵੀ ਵਿਆਹ ਦਿਓ ਧੀ। ਅਗਲੇ ਪਤਾ ਕਰਦੇ ਆ ਹੁਣ ਸਾਰਾ। 5-7 ਸਾਲ 10 ਸਾਲ ਪਹਿਲਾਂ ਤੱਕ ਇਹ ਕੁਛ ਹੁੰਦਾ ਰਿਹਾ, ਪਰ ਹੁਣ ਇਹ ਚੀਜ਼ਾਂ ਬਦਲ ਗਈਆਂ ਨੇ। ਹਲੇ ਤਾਂ ਬਹੁਤ ਉਹਦਾ ਫਰਕ ਹੈ, ਪਰ ਇਸ ਨੂੰ ਕੰਪਲੀਟਲੀ ਸਾਫ਼ ਕਰਨ ਲਈ, ਇਸ ਨੂੰ ਬਿਲਕੁਲ ਬੰਦ ਕਰਨ ਲਈ ਇਹਦੇ 'ਤੇ ਕੰਮ ਕਰਨਾ ਪੈਣਾ। ਸੁਨੇਹਾ ਦੇਣਾ ਪੈਣਾ ਕਿ ਧੀਆਂ ਧਿਆਣੀਆਂ ਵਿਆਹੁਣ ਤੋਂ ਪਹਿਲਾਂ ਦਰਿਆਵਤ ਕਰ ਲਓ। ਪਿੰਡਾਂ ਦੇ ਵਿੱਚ ਪਹਿਲੀ ਇਹ ਗੱਲ ਬਹੁਤ ਵੱਡੀ ਹੁੰਦੀ ਸੀ, ਦੱਸਦੇ ਨਹੀਂ ਸੀ ਲੋਕ ਕਿ ਕੀ ਜਿਹੜੀ ਹੈ ਇਹਦੇ 'ਤੇ ਇਸ਼ੂ ਕੀ ਹੈ, ਇਹਦੇ ਲਈ ਕੀ ਜਿਹੜਾ ਕੀਤਾ ਜਾਵੇ, ਪਤਾ ਨਹੀਂ ਸੀ ਕਰਦੇ ਵੀ ਕਿਤੇ ਸ਼ਰੀਕ ਭਾਨੀ ਨਾ ਮਾਰ ਦੇਣ। ਹੁਣ ਪਤਾ ਕਰਨ ਲੱਗ ਗਏ, ਪਿੰਡਾਂ ਤੋਂ ਪਤਾ ਕਰਨ ਲੱਗੇ, ਬਾਹਰੋਂ ਪਤਾ ਕਰਨ ਲੱਗੇ ਕਿ ਜਿਹੜੀ ਅਸਲ ਉਹਦੇ ਵਿੱਚ ਕਹਾਣੀ ਕੀ ਹੈ। ਸੋ ਇਹ ਜਿਹੜੀ ਚਾਹੀਦਾ ਵੀ ਇਸ ਤਰ੍ਹਾਂ ਕਿ ਦਰਿਆਵਤ ਜਿਹੜੀ ਹੈ ਬਹੁਤ ਜ਼ਰੂਰੀ ਹੈ। ਸੋ ਇਸ ਦਾ ਖਿਆਲ ਰੱਖਣਾ ਹੈ ਕਿ ਕਦੇ ਵੀ ਤੁਸੀਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਕਿਤੇ ਪਤਾ ਲੱਗਦਾ ਕੋਈ ਰਿਸ਼ਤੇਦਾਰ ਵਿਆਹ ਕਰ ਰਿਹਾ ਤਾਂ ਉਸ ਨੂੰ ਸਮਝਾਓ ਕਿ ਉਹ ਤੋ ਉਸਦੇ ਲਈ ਪਲੀਜ਼ ਆਪਣੇ ਆਪ ਨੂੰ ਸਾਰਿਆਂ ਨੂੰ ਦੱਸੋ ਕਿ ਉਹ ਸੁਨੇਹਾ ਵੀ ਇਹ ਕਲੀਅਰ ਜਾਵੇ ਮੈਸੇਜ ਕਿ ਕਦੇ ਵੀ ਬਿਨਾਂ ਦਰਿਆਵਤ ਤੋਂ ਇਹੋ ਜਿਹਾ ਕੁਝ ਨਹੀਂ ਕਰਨਾ। ਸ਼ੌਂਕੀ ਪੰਜਾਬੀਆਂ ਦੀ ਪੱਖ, ਉਹਨਾਂ ਦਾ ਨਖਰਾ ਤੇ ਉਹਨਾਂ ਦੀ ਅਣਖ ਉਹਨਾਂ ਨੂੰ ਜਾਨੋਂ ਵੱਧ ਕੇ ਪਿਆਰੀ ਹੁੰਦੀ ਹੈ, ਤੇ ਹੋਵੇ ਵੀ ਕਿਉਂ ਨਾ। ਉਹਨਾਂ ਦੀ ਸਰਦਾਰੀ ਦੀ ਤਾਂ ਸਾਰਾ ਜੱਗ ਮਿਸਾਲ ਦਿੰਦਾ ਹੈ। ਪਰ ਅੱਜ ਉਹ ਪੰਜਾਬੀ ਪੰਜਾਬ ਛੱਡ ਵਿਦੇਸ਼ਾਂ ਵਿੱਚ ਪੰਜਾਬ ਵਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਥੇ ਜਾ ਕੇ ਅਸੀਂ ਕੱਪੜੇ ਆਪ ਧੋਨੇ ਹਾਂ,
ਰੋਟੀ ਬਣਾਉਣਾ ਸਾਡਾ ਸ਼ੌਂਕ ਬਣ ਜਾਂਦਾ ਹੈ। ਰੈੱਡ ਲਾਈਟ ਤੇ ਰੁਕਣਾ ਇੱਕ ਰੂਲ ਬਣ ਜਾਂਦਾ ਹੈ। ਹਰ ਚੀਜ਼ ਨੂੰ ਸਾਫ਼ ਰੱਖਣਾ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਹਰ ਇੱਕ ਨੂੰ ਇੱਜ਼ਤ ਨਾਲ ਦੇਖਣਾ ਸਾਡਾ ਨਜ਼ਰੀਆ ਬਣ ਜਾਂਦਾ ਹੈ। ਕਦੀ ਸੋਚਿਆ ਹੈ ਕਿ ਉੱਥੇ ਜਾ ਕੇ ਸਾਡੀ ਜ਼ਿੰਮੇਵਾਰੀ ਸਾਡੀ ਡਿਊਟੀ ਬਣ ਜਾਂਦੀ ਹੈ, ਪਰ ਇੱਥੇ ਪੰਜਾਬ ਵਿੱਚ ਉਹੀ ਜ਼ਿੰਮੇਵਾਰੀ ਕਿਸੇ ਹੋਰ ਦੀ ਡਿਊਟੀ ਕਿਉਂ ਜਾਪਦੀ ਹੈ? ਅਸੀਂ ਸਰੀ ਵਸਾ ਲਿਆ, ਬਰੈਂਪਟਨ ਵਸਾ ਲਿਆ, ਸਾਊਥ ਹਾਲ ਵਸਾ ਲਿਆ, ਕੀਨੀਆ ਵਸਾ ਲਿਆ, ਸਿਡਨੀ ਵਸਾ ਲਿਆ, ਪਰ ਆਪਣਾ ਪੰਜਾਬ ਉਜਾੜ ਲਿਆ। ਸਰੀ ਡੈਲਟਾ ਲੈਂਗਲੀ ਐਬਟਸਫੋਰਡ, ਹਰ ਪੰਜਾਬੀ ਦਾ ਫੇਵਰਿਟ ਰੇਡੀਓ ਸਟੇਸ਼ਨ, ਸ਼ੇਰੇ ਪੰਜਾਬ ਰੇਡੀਓ AM 600। ਸਾਰਿਆਂ ਦਾ ਧੰਨਵਾਦ ਹੈ ਜੀ। ਅਲਬਰਟਾ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ, CBC ਨੇ ਪਿਛਲੇ ਦਿਨੀ ਇੱਕ ਉਹਨਾਂ ਦੇ ਕਾਗਜ਼ ਪੱਤਰ ਹੱਥ 'ਚ ਲੱਗੇ, ਜਿਹਦੇ ਵਿੱਚ ਅਲਬਰਟਾ ਦੇ ਵਿੱਚ ਅਲਬਰਟਾ ਹੈਲਥ ਸਰਵਿਸਿਜ਼ ਵਾਲੇ ਹੈਲਥ ਮਿਨਿਸਟਰ ਟਾਇਲਰ ਸ਼ੈਂਡਰੋ ਨੇ ਇਹ ਪਲਾਨ ਕੀਤਾ ਸੀ ਕਿ $1 ਅਰਬ ਕਿਵੇਂ ਬਚਾਉਣਾ। ਪਹਿਲਾਂ ਤਾਂ ਡਾਕਟਰਾਂ ਨੂੰ ਚਿਰਾਂ ਦੇ ਕਹਿ ਰਹੇ ਨੇ ਆਪਣੀ ਫੀਸ ਘਟਾਓ। ਹੁਣ 11,000 ਦੇ ਕਰੀਬ ਨੌਕਰੀਆਂ ਜਿਹੜੀਆਂ ਅਲਬਰਟਾ ਦੇ ਵਿੱਚੋਂ ਹੈਲਥ ਸਿਸਟਮ ਦੇ ਵਿੱਚੋਂ ਚਲੇ ਜਾਣੀਆਂ ਨੇ। 9700 ਜਿਹੜੀਆਂ ਲੇ ਆਫ 9700 ਪੋਜੀਸ਼ਨ ਹੋਣੀ ਹੈ। ਇਹਦੇ ਨਾਲ ਸਿੱਧੇ ਤੇ ਅਸਿੱਧੇ 17,500 16,000 EMPLOYE ਜਿਹੜੇ ਹੋਣੇ ਨੇ, ਤੇ 10,500 ਜਿਹੜੀਆਂ ਫੁੱਲ ਟਾਈਮ ਜੌਬਸ ਨੇ, ਜਿਹੜੀਆਂ ਉਹ ਡਾਕੂਮੈਂਟਸ ਜਿਹੜੇ CBC ਨੂੰ ਪਹਿਲਾਂ ਮਿਲੇ ਸੀ, ਉਹਦੇ ਵਿੱਚ 10,300 ਫੁੱਲ ਟਾਈਮ ਜੌਬਸ ਜਿਹੜੀਆਂ ਨੇ ਕੱਟ ਹੋ ਜਾਣੀਆਂ ਨੇ। $1 ਅਰਬ ਜਿਹੜਾ ਇਹਦੇ ਵਿੱਚੋਂ ਉਹਨਾਂ ਨੇ ਬਚਾਉਣਾ ਹੈ, $1 ਬਿਲੀਅਨ। ਸੋ ਇਹ ਜਦ ਸੂਬੇ ਘਾਟੇ 'ਚ ਜਾਂਦੇ ਆ ਫਿਰ ਇਸ ਤਰ੍ਹਾਂ ਦੇ ਹਾਲ ਹੁੰਦੇ ਆ। ਇਹ ਤੁਸੀਂ ਵੇਖ ਲਓ ਬਈ, ਆਇਲ ਐਂਡ ਗੈਸ ਇੰਡਸਟਰੀ ਦੇ ਥੱਲੇ ਰਹਿਣ ਵਾਲਾ ਇਹ ਸੂਬਾ ਸੋਨੇ ਦੀ ਚਿੜੀ ਵਰਗਾ ਸੂਬਾ ਸੀ, ਪਰ ਪਿਛਲੇ ਦਿਨਾਂ 'ਚ ਆਇਲ ਗੈਸ ਜਦ ਥੱਲੇ ਚਲੇ ਗਈ ਤੇ ਹੁਣ 10,000 ਦੇ ਕਰੀਬ ਲੇ ਆਫ, 10,000 ਅਲਬਰਟਨ ਦਾ ਨੌਕਰੀ ਖੋਹ ਲੈਣਾ ਤੇ $1 ਅਰਬ ਉਹ 'ਚੋਂ ਬਚਾਉਣਾ। $15 ਅਰਬ ਦੇ ਕਰੀਬ ਟੋਟਲ ਬਜਟ ਹੈ। ਜਿਵੇਂ ਸਾਡੇ ਸੂਬੇ ਦੇ ਵਿੱਚ ਐਜੂਕੇਸ਼ਨ ਤੇ ਹੈਲਥ ਕੇਅਰ ਦਾ ਅਬਾਊਟ 70% ਹੈ ਸਾਡਾ, 55-56 ਬਿਲੀਅਨ ਡਾਲਰ ਦੇ ਵਿੱਚੋਂ 50% ਤਾਂ 25 ਬਿਲੀਅਨ ਸਾਡਾ ਹੈਲਥ ਸਰਵਿਸ 'ਤੇ ਜਿਹੜਾ ਲਾਇਆ ਜਾਂਦਾ ਹੈ। ਪਰ ਹੁਣ ਜਿਹੜੀਆਂ ਪਹਿਲਾਂ CBC ਨੂੰ ਇਹ ਕਾਗਜ਼ ਪੱਤਰ ਲੱਭੇ ਸੀ, ਤੇ ਉਸ ਤੋਂ ਬਾਅਦ ਹੁਣ ਅੱਜ ਪ੍ਰੈਸ ਕਾਨਫਰੰਸ ਜਿਹੜੀ ਆਲਰੇਡੀ ਹੋ ਗਈ ਹੈ, ਜਿਹਦੇ ਵਿੱਚ ਦੱਸ ਦਿੱਤਾ ਮਿਨਿਸਟਰ ਨੇ ਕਿ ਆਹ ਹੋਏਗਾ। ਸੋ ਇਹ ਇੱਕ ਬੜੀ ਮੰਦਭਾਗੀ ਖਬਰ ਹੈ, ਜਿੱਥੇ ਸਾਡਾ ਭਾਈਚਾਰਾ ਬਹੁਤ ਇਸ ਇੰਡਸਟਰੀ ਦੇ ਵਿੱਚ ਕੰਮ ਕਰਦਾ ਹੈ, ਹੈਲਥ ਸਿਸਟਮ ਦੇ ਵਿੱਚ ਤੇ ਹੈਲਥ ਸਰਵਿਸਿਜ਼ ਦੇ ਵਿੱਚ। ਜਿਹੜਾ 10,000 ਦੇ ਕਰੀਬ ਲੇ ਆਫ ਹੋ ਰਹੇ ਨੇ, ਉਹ 10,000 ਦੇ ਵਿੱਚ ਸਾਡੇ ਵੀ ਹੋਣਗੇ ਬਹੁਤ ਪਰਿਵਾਰ। ਪਹਿਲਾਂ ਹੀ ਮਾਰਕੀਟ ਦਾ ਬੁਰਾ ਹਾਲ ਹੈ ਤੇ ਤੰਗੀ ਦੇ ਵਿੱਚ ਬਹੁਤ ਹੈ ਸੂਬਾ ਜਿਹੜਾ, ਤੇ ਹੁਣ ਇਹਦੇ ਨਾਲ 10,000 ਹੋਰ ਨੇ। ਸੰਧੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਲਾਈਨ ਨੰਬਰ 1। ਦੂਜਾ ਲੋਚਦਾ ਸੀ ਵੀ ਤੁਸੀਂ ਇੰਨੇ ਦਿਨ ਆਫ ਰਹੇ ਹਨਾ। ਬਸ ਕੱਲ ਹੀ ਸੀ ਜੀ, ਇੱਕੋ ਹੀ ਸੀ, ਇੱਕੋ ਹੀ ਦਿਨ ਕੱਲ ਛੁੱਟੀ ਸੀ। ਹਾਂਜੀ, ਤੁਹਾਡੀ ਆਵਾਜ਼ ਮੈਨੂੰ ਦੱਸੋ ਵੀ ਤੁਸੀਂ ਇਹ ਜੇ ਬੋਲ ਕਿੱਥੋਂ ਕੱਢ ਕੇ ਲੈ ਕੇ ਆਉਂਦੇ ਹੋ? ਕਿੰਨੀ ਪੜ੍ਹਾਈ ਕਰਦੇ ਹੋ? ਸੌਂਦੇ ਤਾਂ ਮੇਰਾ ਖਿਆਲ ਹੋਵੋਗੇ ਨਹੀਂ ਨਾ। ਨਹੀਂ ਬਾਈ ਜੀ, ਬਸ ਸਾਰੇ ਕੰਮ ਹੀ ਹੈ, 2-3 ਘੰਟੇ ਸਾਰੇ ਰਲ ਕੇ ਕਰ ਲੈਂਦੇ ਆ, ਕੋਈ ਗੱਲ ਨਹੀਂ। ਦੱਸ। ਹਾਂਜੀ, ਜਿਹੜਾ ਤੁਸੀਂ ਵਿਸ਼ਾ ਸੋਇਆ ਸੀ ਹਨਾ, ਇਹ ਨਿੱਕੇ ਪੱਧਰ ਤੇ ਨਹੀਂ ਹੈ। ਇਹ ਸਾਡੇ ਜਿਹੜੇ ਕੋਈ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ, ਉਹਨਾਂ ਨੇ ਵੀ ਆਪਦੀ ਉਹ ਸਰੋਵਰ ਦੇ ਵਿੱਚ ਜਿੱਥੇ ਲੋਕੀ ਆਪਦੇ ਪਾਪ ਧੋ ਕੇ ਜਿੱਥੇ ਇਸ਼ਨਾਨ ਕਰਕੇ ਮੇਰੇ ਸਤਿਗੁਰ ਦੇ ਸਾਹਿਬਾਨ ਦੇ ਚਰਨ ਦੇ ਵਿੱਚ ਜਾਂਦੇ ਆ, ਉਹਦੇ ਵਿੱਚ ਡਬੋ ਕੇ ਮਾਰੀ ਸੀ। ਇਹ ਤਾਣੀ ਬਹੁਤ ਉਲਝੀ ਹੋਈ ਹੈ ਜੀ ਇਹ। ਕਿਉਂਕਿ ਜੇ ਅਸੀਂ ਇਨਸਾਨ ਨਹੀਂ ਕੀ ਪੈਸਾ ਕੀ ਕਰਨਾ। ਬਿਲਕੁਲ ਠੀਕ ਹੈ। ਜਿਸ ਬੰਦੇ ਨੇ ਜੇ ਬਾਣੀ, ਜੇ ਹੁਣ ਅਖੰਡ ਪਾਠ ਸਾਹਿਬ ਚੱਲਦੇ ਆ ਆਪਣੇ ਨਾਨਕਸਰ ਤੋਂ ਹਨਾ, ਜੇ ਹੁਣ ਚੱਲੀ ਜਾਣ ਘਰੇ ਪੜ ਬਾਣੀ ਲੱਦੀ ਆ, ਕਦੇ ਜਦ ਚੱਲਦੇ ਮੈਂ ਵੀ ਸੁਣਦਾ ਹੁੰਦਾ, ਪਰ ਸੁਣੋ ਉਹਨਾਂ ਕੁ ਜਿੰਨਾ ਕੁ ਤੁਸੀਂ ਆਪਦੇ ਮਨ ਚ ਵਸਾਵੋ। ਬਿਲਕੁਲ ਠੀਕ ਹੈ ਸੰਧੂ ਸਾਹਿਬ, ਬਿਲਕੁਲ। ਜੇ ਤੁਸੀਂ, ਮੈਨੂੰ ਸਮਝ ਨਹੀਂ ਆਉਂਦੀ,
ਚਲੋ ਮੇਰੇ ਤੇ ਲਾ ਲਓ, ਜੇ ਵੋਟਾਂ ਦਾ ਕਿਸ ਤਰ੍ਹਾਂ ਵੀ ਹੈ ਨਾ, ਜੇ ਬਾਗ ਇੱਕ ਹੋਵੇ, ਗਧਾ ਜਿੰਨਾ ਮਰਜ਼ੀ ਹਣਕੀ ਚਲੇ, ਸ਼ੇਰ ਦੀ ਬੜਕੀ ਬੜੀ ਹੁੰਦੀ। ਜੇ ਤੁਹਾਡੇ ਵਰਗਾ ਇਨਸਾਨ ਜਿਹੜਾ ਇਨਸਾਨੀਅਤ ਨੂੰ ਪਿਆਰ ਕਰਦਾ, ਲੋਕਾਂ ਦੇ ਪੈਸੇ ਤੋਂ ਉੱਪਰ ਉੱਠ ਕੇ ਜੇ ਪਾਰਲੀਮੈਂਟ 'ਚ ਖੜ ਕੇ ਗੂੰਜੇ ਤੇ ਪਾਰਲੀਮੈਂਟ ਕੰਬ ਜੂਗੀ। ਧੰਨਵਾਦ ਸੰਧੂ ਸਾਹਿਬ, ਧੰਨਵਾਦ ਬਹੁਤ ਬਹੁਤ। ਤੇ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ, ਮਨ ਨੂੰ ਬੜੀ ਖਿੱਚ ਰਹਿੰਦੀ ਹੈ, ਜੀ ਕਰਦਾ ਤੁਹਾਨੂੰ ਕਦੇ ਨਾ ਕਦੇ ਮਿਲਾਂ ਇੱਥੇ। ਜ਼ਰੂਰ 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 ਮਿਲਾਂਗੇ ਸੰਧੂ ਸਾਹਿਬ, ਥੈਂਕ ਯੂ, ਧੰਨਵਾਦ। ਓਕੇ ਬਾਈ ਜੀ, ਓਕੇ। ਤੁਹਾਡੀ ਮੇਰੀ ਵੀ ਉਮਰ, ਮੈਂ ਕਹਿੰਦਾ ਤੁਹਾਨੂੰ ਲੱਗ ਜਾ, ਤੁਸੀਂ ਪ੍ਰਚਾਰ ਕਰਦੇ ਰਹੋ ਬਸ। ਥੈਂਕ ਯੂ ਜੀ, ਧੰਨਵਾਦ ਸੰਧੂ ਸਾਹਿਬ, ਥੈਂਕ ਯੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਿਲਕੁਲ 50 ਦੇ ਕਰੀਬ ਚੈਨਲ ਚੱਲਦੇ ਨੇ ਜਿਹਦੇ 'ਤੇ ਗੁਰਬਾਣੀ ਦਿਨ ਰਾਤ ਚੱਲਦੀ ਹੈ, ਪਰ ਜੇ ਉਹ ਆਪਾਂ ਇੰਪਲੀਮੈਂਟ ਨਹੀਂ ਜ਼ਿੰਦਗੀ 'ਚ ਕਰਨੀ, ਉਹ ਗੱਲ ਉਹਦਾ ਫਾਇਦਾ ਨਹੀਂ ਕੋਈ। ਸੰਧੂ ਸਾਹਿਬ ਉਹਨਾਂ ਦੀ ਗੱਲ ਬਿਲਕੁਲ ਸਹੀ ਹੈ। ਅੱਛਾ, ਸੋ ਇਹ 10,700 ਦੇ 11,000 ਦੇ ਕਰੀਬ ਜਿਹੜੀਆਂ ਜੌਬਸ ਚਲੇ ਜਾਣੀਆਂ ਨੇ, ਲੇ ਆਫ ਹੋ ਜਾਣੀਆਂ, ਉਹ ਇੱਕ ਬਹੁਤ ਵੱਡਾ ਝਟਕਾ ਹੈ ਜਿਹੜਾ ਉਹ ਅੱਜ ਲੱਗਿਆ। ਜਿਨ੍ਹਾਂ ਨੇ ਜਿਹੜੇ ਨੇ ਜੀ ਫਸਟ ਰਿਸਪੌਂਡਰ ਜੀ, ਫਰੰਟ ਲਾਈਨਰ ਨਹੀਂ ਕੱਢਾਂਗੇ, ਪਰ 11,000 ਜਿਹੜਾ ਗਿਆ ਉਹ ਗਿਆ। ਦੂਜੀ ਖਬਰ ਇੰਟਰਨੈਸ਼ਨਲ ਇੱਕ ਕਰਨੀ ਚਾਹੁੰਦਾ ਮੈਂ, ਜਿਹੜੀ ਇਮੀਗ੍ਰੇਸ਼ਨ ਦੇ ਉੱਪਰ ਪਹਿਰਾ ਦਿੰਦਾ ਹੁੰਦਾ ਹੈ, ਉਹ ਇਹ ਹੈ ਵੀ ਸਾਈਪਰਸ ਦੇ ਵਿੱਚ ਨਾ ਇੱਕ ਸਿਸਟਮ ਉਹਨਾਂ ਨੇ ਲਾਇਆ ਵੀ 2.5 ਮਿਲੀਅਨ ਸਾਈਪਰਸ ਜਿਹੜੀ ਕਰੰਸੀ ਆ ਉਹ ਲਿਆਓ ਅਤੇ ਸਾਡੇ ਦੇਸ਼ ਦੀ ਸਿਟੀਜ਼ਨ ਲੈ ਲਓ। ਉਹਦੇ ਵਿੱਚ ਕੀ ਹੋਇਆ ਕਿ ਉਹਦੇ 'ਚ ਕ੍ਰਿਮੀਨਲ ਆਉਣ ਲੱਗ ਗਏ। 2 ਬੰਦਿਆਂ ਨੇ, ਜਿਹੜਾ ਪਾਰਲੀਮੈਂਟ ਦਾ ਸਪੀਕਰ ਹੈ ਡੈਮੇਟਰਸ ਸੈਲੋਰਸ, ਮੈਂਬਰ ਆਫ ਪਾਰਲੀਮੈਂਟ ਹੈ, ਉਸ ਜਿਹੜਾ ਸਪੀਕਰ ਉਹ MP ਅੱਗੇ ਜਿਹੜਾ ਜਿਓਵਾਨੀ ਹੈ, ਕ੍ਰਿਸਟੈਕਸ ਜਿਓਵਾਨੀ, ਉਹਨਾਂ ਨੇ ਦੋਨਾਂ ਨੇ ਰਲ ਕੇ ਸਿਟੀਜ਼ਨਸ਼ਿਪ ਇਨਵੈਸਟਮੈਂਟ ਪ੍ਰੋਗਰਾਮ ਚਲਾਇਆ ਸੀ, ਜਿਹਦੇ ਵਿੱਚ ਕ੍ਰਿਮੀਨਲ ਆ ਕੇ ਸਿਟੀਜ਼ਨਸ਼ਿਪ ਲੈਣ ਲੱਗੇ। 2.5 ਜਿਹੜਾ ਮਿਲੀਅਨ ਸਾਈਪਰਸ ਜਿਹੜੀ ਇਕੋਨਮੀ ਦੇ ਵਿੱਚ ਉਹਨਾਂ ਨੇ ਪਾਉਣਾ, ਤੇ ਉਹਦੇ ਬਾਅਦ ਜਿਹੜਾ ਸਾਈਪਰਟ ਪਾਸਪੋਰਟ, ਤੁਹਾਨੂੰ ਪਤਾ ਹੈ ਕਿ 2 ਦੇਸ਼ਾਂ ਦਾ ਸਾਂਝਾ ਸਾਈਪਰਸ ਹੈ, ਇੱਕ ਪਾਸੇ ਗ੍ਰੀਕ ਹੈ ਅਤੇ ਇੱਕ ਬੰਨੇ ਤੁਰਕੀ ਹੈ, ਛੋਟੀ ਜਿਹੀ ਆਈਲੈਂਡ ਹੈ। ਸੋ ਇਹ ਇੱਥੇ ਵੀ ਜਦ ਤੁਹਾਨੂੰ ਯਾਦ ਹੈ ਪਿਛਲੇ ਸਾਲ CBC ਨੇ ਇੱਕ ਨਿਊਜ਼ ਬ੍ਰੇਕ ਕੀਤੀ ਸੀ ਕਿ ਮੈਕਸੀਕਨ ਕਾਰਟਲ 9 ਬਦਲ ਕੇ ਪਾਸਪੋਰਟ ਲੈ ਕੇ ਕੈਨੇਡਾ 'ਚ ਆ ਗਏ। ਸਾਨੂੰ 100 ਦੇ ਕਰੀਬ ਬੰਦੇ ਨਹੀਂ ਲੱਭ ਰਹੇ, ਹਾਰਡ ਕੋਰ ਕ੍ਰਿਮੀਨਲ ਨੇ ਜਿਹੜੇ। ਉਹ ਕੀ ਕਿ ਵੀਜ਼ਾ ਜਿਹੜਾ ਵੇਵ ਕਰ ਦਿੱਤਾ ਹੈ ਕਿ ਵਿਜ਼ਿਟ ਵੀਜ਼ੇ ਦੀ ਲੋੜ ਨਹੀਂ, ਐਂਟਰੀ ਪ੍ਰੋਗਰਾਮ ਹੈ ਫੈਡਰਲ ਗਵਰਨਮੈਂਟ ਨੇ, ਟਰੂਡੋ ਦੀ ਸਰਕਾਰ ਨੇ, ਤੇ ਆ ਗਏ ਅਗਲੇ ਧੜਾ ਧੜ ਤੇ ਇੱਥੇ ਲੁਕ ਗਏ। ਹੁਣ ਲੱਭ ਨਹੀਂ ਰਹੇ, ਉਹ ਲੱਭ ਨਹੀਂ ਰਹੇ। ਸੋ ਇਹ ਜਦ ਦੇਸ਼ਾਂ ਦੇ ਵਿੱਚ ਪੈਸਿਆਂ ਦੇ ਨਾਲ ਇੱਕ ਜਿਹੜੀ ਹੈ ਉਹ ਸਿਟੀਜ਼ਨਸ਼ਿਪ ਮਿਲਣ ਲੱਗ ਜਾਵੇ ਤਾਂ ਫਿਰ ਇਹੋ ਜਿਹਾ ਕੁਛ ਹੀ ਹੁੰਦਾ। ਪਰ ਉਹਨਾਂ ਨੇ ਅਬੋਲਿਸ਼ ਕਰ ਦਿੱਤਾ ਪ੍ਰੋਗਰਾਮ। ਕੀਤਾ ਕਿ ਜਰਨਲਿਸਟ ਜਿਹੜੇ ਨੇ ਸੱਚੇ, ਜਿਹੜੇ ਕੌਮ ਲੋਕਾਂ ਦੀ ਮਦਦ ਕਰਦੇ ਆ, ਜੇ ਉਹ ਨਾ ਹੁਣ ਅਲ ਜਜ਼ੀਰਾ ਨੇ ਇਹ ਨਿਊਜ਼ ਬ੍ਰੇਕ ਕਰ ਦਿੱਤੀ। ਅਲ ਜਜ਼ੀਰਾ ਨੇ ਕਾਗਜ਼ ਪੱਤਰ ਲੱਭ ਲਏ। ਅਲ ਜਜ਼ੀਰਾ ਤੋਂ ਬਾਅਦ ਫਿਰ ਉਹਨਾਂ ਨੇ ਅਬੋਲਿਸ਼ ਕਰ ਦਿੱਤੀ ਹੈ। ਸੋ ਇੱਕ ਇਹ ਤੁਹਾਨੂੰ ਇੰਟਰਨੈਸ਼ਨਲ ਖਬਰ ਸੁਣਾਉਣੀ ਚਾਹੁੰਦਾ ਸੀ ਮੈਂ। ਦੂਸਰੀ, ਅਮਰੀਕਾ ਦੇ ਵਿੱਚ 5 ਜਣੇ ਚਾਰਜ ਮਿਸ਼ੀਗਨ ਦੇ ਵਿੱਚ ਕੀਤੇ ਨੇ। ਜਿਹੜੇ ਮਿਸ਼ੀਗਨ ਦੀ ਗਵਰਨਰ, ਜਿਹੜੀ ਡੈਮੋਕ੍ਰੈਟ ਜਿਹੜੀ ਗਵਰਨਰ ਹੈ ਗ੍ਰੈਚਨ ਵਿਟਮਰ, ਉਹਨੂੰ ਉਹ ਕਿਡਨੈਪ ਕਰਨ ਦੀ ਪਲੈਨਿੰਗ ਕਰਦੇ ਸੀ ਵੀ ਇਹ ਸਾਡੇ ਤੇ ਬੰਦਸ਼ਾਂ ਲਾ ਰਹੀ ਹੈ। ਇੱਕ ਸਿਵਲ ਵਾਰ ਵਰਗਾ ਜਿਹੜਾ ਸਿਨੈਰੀਓ ਹੈ ਇਸ ਅਗਲੀ ਇਲੈਕਸ਼ਨ ਤੋਂ ਬਾਅਦ, ਜੇ ਟਰੰਪ ਹਾਰ ਜਾਂਦੇ ਨੇ, ਕਿਹੋ ਜਿਹਾ ਅਮਰੀਕਾ ਹੋਵੇਗਾ, ਇਹ ਬਹੁਤ ਵੱਡਾ ਇੱਕ ਇਸ਼ੂ ਹੈ। ਬਬਕਾ ਮਾਰ ਕੇ ਹੁਣ ਫਲੋਰੀਡਾ 'ਚ ਰੈਲੀ ਕੀਤੀ, ਕਹਿੰਦਾ ਫਿਰਦਾ ਤੁਰਿਆ ਮੈਂ ਬਾਹਰ, ਘਰੇ ਨਹੀਂ ਬਹਿ ਸਕਦੇ ਅਸੀਂ। ਹੋਇਆ ਹੋਵੇ COVID-19 ਹੋਇਆ ਹੋਵੇ, ਮੈਨੂੰ ਨਹੀਂ ਕੇਅਰ ਖਾਨੀ ਮੈਂ ਇਮਿਊਨ ਹੋ ਗਿਆ ਹੂੰ ਜਾਂ ਨਹੀਂ, ਕਿੰਨੇ ਮਹੀਨੇ ਬਾਅਦ ਠੀਕ ਹੂੰ ਜਾਂ ਨਹੀਂ, ਮੇਰਾ ਤਾਂ ਜੀ ਕਰਦਾ ਮੈਂ ਤੁਹਾਡੇ ਵਿੱਚ ਵੜ ਜਾਂ ਆ ਕੇ। ਕਿਹੋ ਜਿਹਾ ਸੁਨੇਹਾ ਜਿਹੜਾ ਉਹ ਇੱਕ ਦੇਸ਼ ਦਾ ਰਾਸ਼ਟਰਪਤੀ ਦੇ ਰਿਹਾ ਹੈ ਜਿਹੜਾ, ਤੇ ਕੀ ਉਸ ਦੇਸ਼ ਦੇ ਵਿੱਚ ਇਹ ਜਿਹੜੀ ਕਿੰਨਾ ਕੁ ਉਸ ਦੇਸ਼ ਦੇ ਵਿੱਚ ਜਿਹੜਾ ਅੱਗੇ ਕਾਨੂੰਨ ਦੀ ਪਾਲਣਾ ਹੋਏਗੀ। ਕੋਈ ਕੁਆਰੰਟੀਨ ਨਹੀਂ, ਕੋਈ ਕੁਛ ਨਹੀਂ, ਕੋਈ ਪੁੱਛਦਾ ਨਹੀਂ। ਇਸ ਤਰ੍ਹਾਂ ਰਾਸ਼ਟਰਪਤੀ ਟਰੰਪ ਆਪਣੇ ਕੈਂਪੇਨ ਟ੍ਰੇਲ 'ਤੇ ਨੇ। ਪ੍ਰੋਗਰਾਮ ਤੁਹਾਡੇ ਤੱਕ ਬਸੰਤ ਮੀਟ ਸ਼ਾਪ ਵਾਲੇ ਪਹੁੰਚਾ ਰਹੇ ਨੇ। ਬਸੰਤ ਮੀਟ ਸ਼ਾਪ ਨਵੀਂ ਮੀਟ ਸ਼ਾਪ ਜਿਹੜੀ ਐਬਸਪੋਰਟ 'ਚ ਖੁੱਲ੍ਹੀ ਹੈ, ਜਿਸ ਦਾ ਪਤਾ 31940 ਸਾਊਥ ਫਰੇਜ਼ਰ ਵੇ ਹੈ, ਅਤੇ ਉੱਥੇ ਤੁਸੀਂ ਹਰ ਕਿਸਮ ਦਾ ਮੀਟ ਖਰੀਦ ਸਕਦੇ ਹੋ। ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੋਗੀ। ਕਹਿੰਦੇ ਕੁਆਲਿਟੀ ਦੇ ਵਿੱਚ ਬਿਲਕੁਲ ਕੋਈ ਵੀ ਸਮਝੌਤਾ ਨਹੀਂ।
ਮੈਰੀਨੇਟ ਕੀਤਾ ਹਰ ਕਿਸਮ ਦਾ ਮੀਟ ਤੁਸੀਂ ਬਸੰਤ ਮੀਟ ਸ਼ਾਪ ਤੋਂ ਲੈ ਸਕਦੇ ਹੋ। ਬੈਸਟ ਕੁਆਲਿਟੀ, ਬੈਸਟ ਪ੍ਰਾਈਸ। ਓਪਨਿੰਗ ਦੇ ਖਾਸ ਡਿਸਕਾਊਂਟ 604 776 35 35 604 776 3535। ਬਸੰਤ ਮੀਟ ਸ਼ਾਪ ਪ੍ਰੋਗਰਾਮ ਦੇ ਸਪਾਂਸਰ ਨੇ। ਨਵੀਂ ਮੀਟ ਸ਼ਾਪ ਜਿਹੜੀ ਹੈ ਐਬਸਪੋਰਟ 'ਚ ਖੁੱਲ੍ਹ ਗਈ ਆ 31940 ਸਾਊਥ ਫਰੇਜ਼ਰ ਵੇ ਐਬਸਪੋਰਟ। ਸਰ ਮਨਜਿੰਦਰ ਸਿੰਘ ਪੰਧੇਰ ਉਹਨਾਂ ਨੇ ਖੋਲ੍ਹੀ ਆ 604 776 35 35 604 776 3535। ਮਨਜਿੰਦਰ ਸਿੰਘ ਪੰਧੇਰ ਕਲੋਟੀ 604 776 3535। ਬਸੰਤ ਮੀਟ ਸ਼ਾਪ। ਥਿੰਕ ਇੰਸ਼ੋਰੈਂਸ ਪਰਮਿੰਦਰ ਸਿੰਘ ਥਿੰਦ ਪ੍ਰੋਗਰਾਮ ਦੇ ਸਪਾਂਸਰ ਨੇ। BC ਤੇ ਅਲਬਰਟਾ ਦੇ ਵਿੱਚ ਇੰਸ਼ੋਰੈਂਸ ਦੀਆਂ ਸੇਵਾਵਾਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਮੌਰਗੇਜ, ਸੁਪਰ ਵੀਜ਼ਾ, ਡਿਸੇਬਿਲਿਟੀ ਦੀ ਇੰਸ਼ੋਰੈਂਸ। 20% ਡਿਸਕਾਊਂਟ ਆ ਜਿਹੜਾ ਅੱਜ ਹੀ ਤੁਸੀਂ ਜੇ ਡਿਸੇਬਿਲਿਟੀ ਇੰਸ਼ੋਰੈਂਸ ਲੈਂਦੇ ਹੋ, ਤੇ ਨਾਲ ਐਸੈਂਸ਼ੀਅਲ ਵਰਕਰਸ ਦੇ ਲਈ ਵੀ ਖਾਸ ਡਿਸਕਾਊਂਟ ਜਿਹੜੇ ਹੁਣ ਕੋਵਿਡ-19 ਦੇ ਵਿੱਚ ਐਸੈਂਸ਼ੀਅਲ ਸਰਵਿਸਿਜ਼ ਕਰ ਰਹੇ ਨੇ ਉਹਨਾਂ ਲਈ। thinkinsurance.ca ਤੇ ਜਾ ਕੇ ਆਨਲਾਈਨ ਕੋਟੇਸ਼ਨ ਲੈ ਸਕਦੇ ਹੋ ਤੇ 604 828 7213 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਪਰਮਿੰਦਰ ਸਿੰਘ ਥਿੰਦ ਨਾਲ। ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ ਅਜਿਹਾ ਇੱਕ ਗਰੋਸਰੀ ਦਾ ਸਟੋਰ ਹੈ ਜਿਹੜਾ ਪਹਿਲਾਂ ਵੱਡਿਆਂ ਸਟੋਰਾਂ ਨੂੰ ਸਾਰਾ ਸਮਾਨ ਪੰਜਾਬ ਤੋਂ ਲਿਆ ਕੇ ਗੁਰੂ ਜੀ ਜਿਹੜਾ ਬ੍ਰਾਂਡ ਆ ਉਹ ਪ੍ਰੋਵਾਈਡ ਕਰਦੇ ਰਹੇ। ਹੁਣ ਉਹਨਾਂ ਨੇ ਆਪਣਾ ਜਿਹੜਾ 78 ਤੇ 128 ਤੇ ਬਹੁਤ ਵੱਡਾ ਗਰੋਸਰੀ ਦਾ ਸਟੋਰ ਖੋਲ੍ਹ ਦਿੱਤਾ, ਜਿੱਥੇ ਹਾਊਸ ਹੋਲਡ ਆਈਟਮਾਂ, ਕਿਚਨਵੇਅਰ, ਸਾਰਾ ਰਸੋਈ ਦਾ ਸਮਾਨ, ਗਰੋਸਰੀ ਤਾਂ ਹੈ, ਤਾਜ਼ੇ ਫਲ ਤੇ ਤਾਜ਼ੀਆਂ ਸਬਜ਼ੀਆਂ। ਖਾਸ ਤੌਰ ਤੇ ਤੁਸੀਂ ਵੇਖੋਗੇ ਜਾ ਕੇ ਕਿ ਸਬਜ਼ੀਆਂ ਦਾ ਰੰਗ ਰੂਪ ਕਿਹੋ ਜਿਹਾ, ਫਲਾਂ ਦਾ ਰੰਗ ਰੂਪ ਕਿਹੋ ਜਿਹਾ। ਹੋਰ ਘਰ ਦਾ ਸਾਰਾ ਸਮਾਨ, ਡੇਅਰੀ ਤੇ ਜੂਸਸ ਤੇ ਗੱਲ ਕੀ, ਜਦ ਰਸੋਈ ਸਜਾਉਣੀ ਹੈ, ਨਵਾਂ ਬੰਦਾ ਜਿਹੜਾ ਹੈ ਸਾਰੇ ਭਾਂਡੇ ਟੀਂਡੇ ਤੋਂ ਲੈ ਕੇ ਸਭ ਕੁਛ ਉੱਥੋਂ ਮਿਲਦਾ। 604 503 87 87। ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ। ਗਗਨ ਸਿੰਘ ਪੰਜਾਬ ਫੋਰੈਕਸ 604 349 33 33 ਨੰਬਰ ਹੈ। ਪੰਜਾਬ ਨੂੰ ਡਾਲਰਾਂ ਦਾ ਵਧੀਆ ਰੇਟ, ਰੁਪਈਆਂ ਦੇ ਵਧੀਆ ਡਾਲਰ। ਗਗਨ ਸਿੰਘ ਨਾਲ ਕਰਿਓ ਗੱਲ 604 349 3333। ਪੰਜਾਬ 'ਚ ਕਿਤੇ ਵੀ ਰੁਪਈਏ ਪਹੁੰਚਦੇ ਕਰਨੇ ਨੇ ਤਾਂ ਗਗਨ ਸਿੰਘ 604 349 33 33। ਅਗਲਾ ਜਿਹੜਾ ਹੀ ਗੱਲ ਮੈਂ ਬਾਤ ਤੁਹਾਡੇ ਨਾਲ ਕਰਨੀ ਹੈ ਉਹ ਇਸ਼ੂ ਜਿਹੜਾ ਰਾਜਨੀਤੀ ਦਾ ਇੱਕ ਵੱਡਾ ਮਗਿਆ ਹੋਇਆ, ਜਿਹੜੀ ਤੁਸੀਂ ਖਬਰ ਤਾਂ ਸੁਣੇ ਲਈ ਹੈ ਕਿ ਜਿਹੜੀ ਸਰੀ ਦੇ ਵਿੱਚ ਅਨਾਊਂਸਮੈਂਟ ਹੋਈ ਹੈ। ਪਰ ਇੱਕ ਗੱਲ ਤੁਹਾਨੂੰ ਮੈਂ ਜਿਹੜੀ ਪਿਛਲੇ ਦਿਨੀ ਰੋਸਟ ਜਿਹੜਾ ਰੈਲਫ ਸੁਲਤਾਨ ਦਾ ਹੋਇਆ ਉਸ 'ਤੇ ਮੈਂ ਤੁਹਾਡੇ ਨਾਲ ਕੁਝ ਗੱਲਬਾਤ ਕਰਨੀ ਚਾਹੁੰਦਾ। ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆਉਣਾ। ਮੈਂ ਗੱਲ ਅੱਜ ਕਰਨੀ ਚਾਹੁੰਦਾ, ਇਹਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਹਦੀ ਭਾਵਨਾ ਸਮਝਣ ਦੀ ਲੋੜ ਹੈ ਕਿ ਰਾਜਨੀਤੀ 'ਚ ਤਾਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਪਰ ਇਸਤਰੀ ਦਾ ਇਸ ਸਮਾਜ ਦੇ ਵਿੱਚ ਉਹਦੀ ਜਗ੍ਹਾ ਕਿੰਨੀ ਹੈ। ਗੱਲ ਕੀ ਕਿ ਰੈਲਫ ਸੁਲਤਾਨ ਇੱਕ MLA ਰਿਹਾ ਬਹੁਤ ਚਿਰ ਲਿਬਰਲ ਦਾ, ਤੇ 17 ਤਰੀਕ ਨੂੰ ਉਹਦਾ ਇੱਕ ਰੋਸਟ ਇਵੈਂਟ ਕੀ ਹੈ, ਜਦੋਂ ਰਿਟਾਇਰ ਕਰਦੇ ਆ ਤਾਂ ਉਸ ਦੇ ਬਾਰੇ ਕੌੜੇ ਕਸੈਲੇ ਹੱਸਦੇ ਖੇਡਦੇ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ, ਉਹਦੇ ਨਾਲ ਸਮਾਂ ਬਿਤਾਉਣ ਦੀਆਂ। ਉਹਦੇ ਨਾਲ ਉਹਦੇ ਕੋਲੀਗਸ ਜਿਹੜੇ ਉਹਦੇ ਨਾਲ ਕੰਮ ਕਰਦੇ ਰਹੇ ਉਹ ਗੱਲਾਂ ਬਾਤਾਂ ਕਰਦੇ ਨੇ। ਇਹਦੇ ਵਿੱਚ ਕੋਈ ਕਹਾਣੀ ਨਹੀਂ ਹੈ, ਪਰ ਉਹਦੇ ਵਿੱਚ ਉਹਦੀ ਨਿੱਜੀ ਜ਼ਿੰਦਗੀ ਦੇ ਨਾਲ ਸੰਬੰਧਿਤ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਜਾਂਦਾ। ਮਤਲਬ ਦਿਲ ਦੀ ਉਹਦੇ ਵਿੱਚੋਂ ਗੱਲ ਜਿਹੜੀ ਕਹਿਣਾ ਕਿਸੇ ਨੂੰ, ਸੁਣਾਉਣਾ ਕਿਸੇ ਨੂੰ, ਇਹ ਆਨਲਾਈਨ ਸੀ, ਜਿਹਦੇ ਵਿੱਚ ਐਂਡਰਿਊ ਵਿਲਕਿੰਸਨ ਜਿਹੜੇ ਲਿਬਰਲ ਦੇ ਲੀਡਰ ਨੇ ਉਹ ਵੀ ਸੀ। ਹੋਇਆ ਕੀ ਕਿ ਲਿਬਰਲ ਦੀ MLA ਜਿਹੜੀ ਜਿਹਦਾ ਨਾਮ ਜੇਨ ਥੋਰਨਥਵੇਟ ਹੈ, ਨਾਰਥ ਵੈਨਕੂਵਰ ਸੀਮੋਰ ਤੋਂ, ਉੱਥੇ ਹੀ ਉਸਨੇ BC ਦੀ MLA ਤੇ NDP ਕੈਂਡੀਡੇਟ ਬੋਇਨ ਮਾ ਦੇ ਬਾਰੇ ਬੜੇ ਸ਼ਬਦ ਜਿਹੜੇ ਨੇ ਉਹ ਭੈੜੇ ਵਰਤੇ। ਹੁਣ ਉਹ ਅਪੋਲੋਜਾਈਜ਼ ਕਰੀ ਜਾਣ। ਇੱਥੋਂ ਫੀਲਿੰਗ ਜਿਹੜੀ ਹੈ ਇੱਕ ਇਸਤਰੀ ਨੂੰ ਜਿਹੜਾ ਸ਼ਬਦ ਬੋਲਣੇ ਉਹ ਬੜੇ ਖਤਰਨਾਕ ਤੇ ਬੜੇ ਬੇਹੂਦਾ ਸੀ, ਜੇ ਮੈਂ ਉਹਨੂੰ ਕਹਾਂ। ਇਸ ਨੂੰ ਹੁਣ ਜਸਟੀਫਾਈ ਕੁਛ ਸਾਡੇ ਮੀਡੀਆ ਨੇ ਵੀ ਕਰਨਾ ਵੀ ਹਾਸਾ ਠੱਠਾ ਹੁੰਦਾ, ਇਹ ਹਾਸਾ ਠੱਠਾ ਹੁੰਦਾ ਬੰਦੇ ਦੇ ਬਾਰੇ। ਜਿਹੜਾ ਬੰਦਾ ਹੈ ਉਹਦੇ ਕੋਲੀਗਸ ਉਹਨੂੰ ਕਹਿਣ ਵੀ ਅਸੀਂ ਤੁਹਾਨੂੰ ਪਤਾ ਜਾਂ ਬੈਠੇ ਸੀ ਅਸੀਂ ਤੇ ਵਿਕਟੋਰੀਆ 'ਚ ਰਾਤ ਨੂੰ ਵੱਧ ਪੀ ਲਈ, ਰੈਲਫ ਡਿੱਗ ਪਿਆ, ਮੈਂ ਆਹ ਹੋ ਗਿਆ। ਇਹ ਗੱਲਾਂ ਹੋ ਸਕਦੀਆਂ ਜਿਹੜੀਆਂ ਲੋਕਾਂ ਨੂੰ ਨਾ ਪਤਾ ਹੋਣ, ਪਰ ਕਿਸੇ ਇਸਤਰੀ ਦਾ ਜਿਹੜੀ ਕਿ ਵਿਰੋਧੀ ਪਾਰਟੀ ਦੀ MLA ਹੋਵੇ ਉਹਦੀ ਇੱਜ਼ਤ ਦੀਆਂ ਧੱਜੀਆਂ ਉਡਾਉਣੀਆਂ, ਜਿਹਦੀ ਉਮਰ 35 ਹੈ
ਤੇ ਰੈਲਫ ਆ ਜਿਹੜਾ ਉਹ 87 ਦਾ। ਮਤਲਬ ਜੇ ਉਹਦੇ ਪੋਤੀ ਹੋਵੇ ਤਾਂ ਪੋਤੀ ਦੀ ਉਮਰ ਹੈ ਇਸ ਜਿਹੜੀ MLA ਦੀ ਕੈਂਡੀਡੇਟ ਆ। ਤੇ ਜਿਹੜੀ ਯੰਗੈਸਟ ਕੈਂਡੀਡੇਟ, ਜਿਹੜੀ ਯੰਗੈਸਟ MLA ਬਣੀ ਸੀ ਤੈਵਨੀਜ਼ ਮੂਲ ਦੀ ਹੈ, ਓਨਟਾਰੀਓ ਦੇ ਵਿੱਚ ਜੰਮੀ ਹੈ, ਸਿਵਲ ਇੰਜੀਨੀਅਰਿੰਗ UBC ਤੋਂ ਕੀਤੀ ਹੈ। ਉਸ ਦੇ ਬਾਰੇ ਬੋਇਨ ਮਾਂ ਦੇ ਬਾਰੇ ਜਾਂ ਥੌਰਨਥਵੇਟ ਨੇ ਗੱਲ ਸ਼ੁਰੂ ਕੀਤੀ। ਉਹ ਕਹਿੰਦਾ ਬਹੁਤ ਸੁਨੱਖੀ ਹੈ, a very pretty lady, and she knows that she's got it and she knows how to get Ralph going। ਵੀ ਉਹਨੂੰ ਪਤਾ ਹੈ ਵੀ ਰੈਲਫ ਨੂੰ ਸਿੱਧਾ ਕਰਨਾ। ਰੈਲਫ ਨੂੰ ਕਿਵੇਂ ਰੱਖਣਾ, ਰੈਲਫ ਦਾ ਉਹਦੇ ਨਾਲ ਕੀ ਮਤਲਬ। ਰੈਲਫ ਜਿਹੜਾ ਹੈ ਉਹ ਲਿਬਰਲ ਪਾਰਟੀ ਦਾ ਹੈ, ਉਹ NDP ਦੀ ਹੈ, ਤੇ ਜਾਂ ਰੈਲਫ ਨੇ ਉਹ ਤੋਂ ਫਾਇਦਾ ਲਿਆ, ਰੈਲਫ ਤੋਂ ਉਹਨੇ ਫਾਇਦਾ ਲਿਆ, ਇਹ ਇਹੋ ਜਿਹਾ ਕੋਈ ਇਸ਼ੂ ਨਹੀਂ। ਅੱਛਾ, ਇਹਦੇ 'ਚ ਹੁਣ ਜਦੋਂ ਗੱਲ ਕਰ ਰਹੀ ਆ ਉਹ ਇੱਕ ਕਿਸਮ ਦੀ ਉਹਦੀ ਬੇਇੱਜ਼ਤੀ। ਹੁਣ ਇਹ ਟਵੀਟ ਤੋਂ ਬਾਅਦ ਜੀ ਗਲਤੀਆਂ ਤੇ ਜੇ ਤੇ ਬਹੁਤ ਇਹ ਤਾਂ ਕਹਾਣੀਆਂ ਨੇ ਬਾਅਦ ਦੀਆਂ। ਹੁਣ ਉਹਦੇ ਬਾਅਦ ਜਿਹੜੀ ਅਗਲੇ ਉਹਨੇ ਸ਼ਬਦ ਕਹੇ, ਉਹਨੇ ਕਿਹਾ ਵੀ ਉਹਨੇ ਇੰਟਰੈਕਸ਼ਨ ਦੱਸੀ। ਇੱਕ ਵਾਰ ਬਈ ਕੈਪਲਾਨੋ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਯੂਨੀਅਨ ਦਾ ਲੰਚਨ ਸੀ, ਜਿੱਥੇ ਬੋਇਨ ਮਾਂ ਤੇ ਰੈਲਫ ਇੱਕ ਦੂਜੇ ਨਾਲ ਚਿੰਬੜੇ ਬੈਠੇ ਸੀ ਇੱਕ ਕਾਊਚ ਤੇ, ਬਹੁਤ ਕਲੋਜ਼, ਜ਼ਿਆਦਾ ਇੰਟਾਇਰ ਟਾਈਮ। ਇੱਥੋਂ ਅੱਗੇ ਵੱਧਦੀ ਬੇਹੂਦਾ ਜਿਹੜੀ ਗੱਲ ਉਹਨੇ ਜ਼ਿਆਦਾ ਇਹ ਕੀਤੀ ਤੇ ਬਈ ਰੈਲਫ ਆ ਜਿਹੜਾ ਕਾਊਚ ਦੇ ਸੈਂਟਰ 'ਚ ਬੈਠਾ, ਬਿਲਕੁਲ ਮਿਡਲ 'ਚ, ਤੇ ਬੋਇਨ ਆ ਜਿਹੜੀ ਉਹਦੇ ਸੱਜੇ ਬੰਨੇ ਬੈਠੀ ਆ। ਤੇ ਇੱਕ ਕਿਸਮ ਦੀ ਕਡਲਿੰਗ ਜਿਹੜੀ ਆ, ਹੱਗ ਤੇ ਕਡਲਿੰਗ ਨੂੰ ਕਹਿੰਦੇ ਵੀ ਤੁਰੇ ਜਾਂਦੇ ਇੱਕ ਦੂਜੇ ਤੇ ਹੱਥ ਰੱਖ ਲਿਆ ਜਾਂ ਇੱਕ ਦੂਜੇ ਦੀ ਬਾਂਹ 'ਚ ਬਾਂਹ ਪਾ ਲਈ, ਬਈ ਦੇਵਰ ਕਡਲਿੰਗ। ਤੇ ਉਹਦੇ ਬਾਅਦ ਜਿਹੜੀ ਉਹਨੇ ਅੱਗੇ ਬੇਹੂਦਾ ਗੱਲ ਕੀਤੀ, ਬੀਇੰਗ ਏ ਇਸਤਰੀ, ਉਹਨੇ ਕਿਹਾ ਵੀ ਲਿਟਲ ਬਿਟ ਕਲੀਵੇਜ ਵੀ ਸੀ ਉੱਥੇ। ਕਲੀਵੇਜ ਕੀ ਹੈ, ਇਸਤਰੀਆਂ ਜਿਹੜੀਆਂ ਸੂਟ ਪਾਉਂਦੀਆਂ ਨੇ ਜਾਂ ਉੱਪਰ ਸ਼ਰਟਾਂ ਪਾਉਂਦੀਆਂ ਨੇ, ਜੇ ਉਹਨਾਂ ਦੇ ਸੂਟ ਦੇ ਗਰਦਨ ਦੇ ਕੋਲੋਂ ਥੱਲੇ ਨੂੰ ਕੁਛ ਦਿਖਦਾ ਹੋਵੇ ਉਹਨੂੰ ਕਲੀਵੇਜ ਕਹਿੰਦੇ ਨੇ। ਮਤਲਬ ਉਹਨਾਂ ਦਾ ਬ੍ਰੈਸਟ ਦਾ ਕੁਛ ਪਾਰਟ ਉੱਪਰਲਾ ਦਿਖਦਾ ਹੋਵੇ ਉਹਨੂੰ ਕਲੀਵੇਜ ਕਹਿੰਦੇ। ਕਹਿੰਦੀ ਕਲੀਵੇਜ ਵੀ ਸੀ ਉੱਥੇ। ਤੇ ਰੈਲਫ ਬਸ ਐਂਥਰੈਲਡ ਸੀ ਉੱਥੇ, ਰੈਲਫ ਵੁੱਡ ਵੀ ਐਂਥਰੈਲਡ, ਤੇ ਰੈਲਫ ਉਹ ਚੀਜ਼ ਦਾ ਆਨੰਦ ਲੈ ਰਿਹਾ ਸੀ। ਆਹ ਲੈਵਲ ਦੀ ਜੇ ਗੱਲ ਨੂੰ ਤੁਸੀਂ, ਔਰ ਉੱਥੇ ਕੌਣ ਨੇ ਸੀਨੀਅਰ ਜਿਹੜੇ ਲਿਬਰਲ ਲੀਡਰ, ਜਿਹੜੇ ਲਿਬਰਲ ਦੇ ਭਾਰੀ ਭਰਕਮ ਬੰਦੇ, ਐਂਡਰਿਊ ਵਿਲਕਿਨਸਨ ਹੱਸ ਰਿਹਾ। ਉਸੇ ਸਮੇਂ ਰੋਕਣ ਦੀ ਗੱਲ ਸੀ। ਜੇ ਤੁਸੀਂ, ਇਹ ਠੀਕ ਹੈ ਇਹਨਾਂ ਦਾ ਵੈਸਟਰਨਾਈਜ਼ ਕਲਚਰ ਦੇ ਵਿੱਚ ਇਹ ਚੀਜ਼ ਨੂੰ ਕਹਿ ਸਕਦੇ ਜੇ ਵੈਸਟਰਨਾਈਜ਼ ਕਲਚਰ ਆ, ਇਹਦੇ ਟਾਕ ਲਾਈਕ ਦਿਸ ਜੇ ਤੇ ਬੋ, ਫਿਰ ਜੇ ਵੈਸਟਰਨਾਈਜ਼ ਕਲਚਰ ਆ ਤਾਂ ਫਿਰ ਹੁਣ ਗਲਤੀਆਂ ਨਹੀਂ ਮੰਨਣੀਆਂ ਚਾਹੀਦੀਆਂ, ਹੁਣ ਅਪੋਲੋਜਾਈਜ਼ ਨਹੀਂ ਕਰਨਾ ਚਾਹੀਦਾ। ਵਿਲਕਿਨਸਨ ਉੱਥੇ ਆ, ਮਾਈਕ ਡੀ ਯੋਂਗ ਉੱਥੇ ਆ, ਤੇ ਕੈਰਨ ਕਿਰਕਪੈਟਰਿਕ ਉੱਥੇ ਆ, ਰੈਲਫ ਸੁਲਤਾਨ ਉੱਥੇ ਆ, ਕੈਵਨ ਫਾਲਕਨ ਉੱਥੇ ਆ, ਜੈਸ ਕੈਚਮ ਉੱਥੇ ਆ, ਜਾਰਡਨ ਸਟਰਡੀ ਉੱਥੇ ਆ, ਗੋਰਡਨ ਹੋਗ ਉੱਥੇ ਆ, ਨਾਲ ਨੇ ਜਿਹੜੇ ਆਨਲਾਈਨ ਬੰਦੇ। ਤੇ ਤੁਸੀਂ ਕਿਸੇ ਦੀਆਂ ਧੱਜੀਆਂ ਅੜਾ ਰਹੇ ਹੋ ਬਈ ਕੋਈ 87 ਸਾਲ ਤੇ 35 ਸਾਲ, ਕੋਈ ਉਮਰ ਦਾ ਤਕਾਜ਼ਾ ਨਹੀਂ, ਕੋਈ ਗੱਲ ਨਹੀਂ। ਤੇ ਉਸ ਨੂੰ ਮੈਂ ਬੈਨੀਫਿਟ ਆਫ ਡਾਊਟ ਦਿੰਨਾ ਕਿ ਇਸ ਸਿਸਟਮ ਦੇ ਵਿੱਚ ਇਹ ਲੋਕਾਂ ਲਈ ਨਾਰਮਲ ਨੇ ਗੱਲਾਂ, ਇਹ ਕੋਈ ਵੱਡਾ ਇਸ਼ੂ ਨਹੀਂ ਇਹਨਾਂ ਲਈ। ਇਹ ਇਹਨਾਂ ਦੇ ਸਲੈਂਗਸ ਨੇ, ਇਹ ਬਹੁਤ ਕੁਛ ਕਹਿ ਦਿੰਦੇ ਆ ਇੱਕ ਦੂਜੇ ਨੂੰ, ਕਲੀਵੇਜ ਜੇ ਤੇ ਬੋ ਤੇ ਬੜਾ ਐਂਥਰੈਲਡ, ਤੇ ਇਹ ਇਹਨਾਂ ਦੇ ਲਈ ਇਹ ਬਹੁਤ ਕੁਝ ਨਾਰਮਲ ਹੈ। ਪਰ ਰੈਲਫ ਸੁਲਤਾਨ ਦੀ ਉੱਥੇ ਗੱਲ ਹੋਵੇ ਤਾਂ ਉਹਦੇ ਲਈ ਕਰੀ ਜਾਂਦੇ ਜਿੰਨੇ ਮਰਜ਼ੀ। ਪਰ ਇੱਕ ਇਸਤਰੀ ਦੇ ਬਾਰੇ ਜਿਹੜੀ ਗੱਲਬਾਤ ਹੈ, ਇਹ ਜਿਹੜੀ ਭੌਂਦੀ ਨਹੀਂ ਸੀ। ਇੱਕ ਉਹ ਵੀ ਜਿਹੜੀ 53 ਸਾਲ 52 ਸਾਲ ਛੋਟੀ ਹੈ ਰੈਲਫ ਸੁਲਤਾਨ ਤੋਂ। ਜੇ ਇਹ ਮਤਲਬ ਹਾਸੇ ਮਜ਼ਾਕ 'ਚ ਗੱਲ ਕਹੀ ਸੀ ਤਾਂ ਹਾਸੇ ਮਜ਼ਾਕ ਦੀ ਗੱਲ ਨੂੰ ਫਿਰ ਗਲਤੀਆਂ ਨਹੀਂ ਸੀ ਮੰਨਣਾ ਚਾਹੀਦਾ। ਇਹ ਜਿਹੜੇ ਜਾਂ ਫਿਰ ਜਿਹੜੇ ਕੋਈ ਵੀ, ਜੇ ਕੋਈ ਵਿਵਾਦਗ੍ਰਸਤ ਕੈਂਡੀਡੇਟ ਹੈ, ਵਿਵਾਦਗ੍ਰਸਤ ਕੈਂਡੀਡੇਟ ਨੂੰ ਪਾਰਟੀਆਂ ਨੂੰ ਪਤਾ ਹੋਣਾ ਚਾਹੀਦਾ ਅਸੀਂ ਕਿਹਨਾਂ ਨੂੰ ਟਿਕਟਾਂ ਦਿੰਦੇ ਹਾਂ। ਇਸ ਤਰ੍ਹਾਂ ਹੀ ਲੈਂਗਲੀ ਟਾਊਨਸ਼ਿਪ ਦੀ ਸਾਬਕਾ ਕੌਂਸਲਰ ਜਿਹੜੀ ਹਲੇ ਵੀ ਆ, ਮੇਰਾ ਖਿਆਲ ਜੇ ਜਿੱਤ ਗਈ ਤਾਂ MLA ਬਣ ਜੂ, ਨੇ ਕੌਂਸਲਰ ਤਾਂ ਹੈਗੀ ਆ, ਮਾਰਗਰੇਟ ਨੇ, ਉਹਨੇ ਜਦ ਉੱਥੇ ਰੇਨਬੋ ਕ੍ਰਾਸ ਸੀ ਜਿਹੜੀ ਸੇਮ ਸੈਕਸ ਵਾਲਿਆਂ ਲਈ, LGBT ਕਮਿਊਨਿਟੀ ਲਈ, ਉਹਦੇ ਲਈ ਉਹਨੇ ਅਗੇਂਸਟ ਉਹਦੇ ਵੋਟ ਪਾਈ। ਐਬਸਫੋਰਡ 'ਚ ਬੈਨਮੈਨ ਹੈ ਜਿਹੜਾ ਕੈਂਡੀਡੇਟ ਹੈ ਲਿਬਰਲ ਦਾ, ਉਹ ਡਰੱਗ ਯੂਜ਼ਰ ਨੂੰ ਕਹਿੰਦਾ ਦੇ ਆਰ ਕ੍ਰਿਮੀਨਲ। ਉਹਨਾਂ ਨੇ ਆਪਣੇ ਵੱਲੋਂ ਕ੍ਰਿਮੀਨਲ ਬਣਨ ਨੂੰ ਇਹ ਚੂਜ਼ ਕੀਤਾ, ਡਰੱਗ ਯੂਜ਼ਰਸ ਕ੍ਰਿਮੀਨਲ।
ਚਲੋ ਉਹ ਗਲਤੀਆਂ ਮੰਨ ਲਈਆਂ, 12 'ਚ ਕਹੀ ਮੈਂ ਹੁਣ ਕਹੀ ਤੇ ਉਹ ਕਹੀ, ਪਰ ਆਹ ਜਿਹੜਾ ਇੱਕ ਇਸ਼ੂ ਹੈ ਇਹਦੇ ਤੇ ਇਹ ਹੁਣ ਟਿਕਣ ਵਾਲਾ ਨਹੀਂ ਹੈ। ਜੇ ਇਹਨੂੰ ਤੁਸੀਂ ਕਹੋ ਵੀ ਟਿਕ ਜੂ, ਇਹਦੇ 'ਚ ਜਿਹੜੇ ਪੱਤਰਕਾਰ ਨੇ ਇਹਨੂੰ ਪੁੱਛਣਗੇ ਨਹੀਂ। ਅੱਜ ਦੀ ਰਾਤ ਦੀ ਡਿਬੇਟ ਆ 6:30 ਵਜੇ ਦੀ, ਉੱਥੇ ਵੀ ਇਹ ਭਾਰੂ ਰਹਿਣਾ, ਇਹ ਭਾਰੂ ਰਹੂਗਾ। NDP ਨੇ ਪਹਿਲਾਂ ਇਲੈਕਸ਼ਨ ਸੱਦੀ, ਉਹ ਵੀ ਭਾਰੂ ਰਹੂਗਾ। ਇਹ ਦੋਨੇ ਚੀਜ਼ਾਂ ਉਹਦੇ ਤੇ ਹੋਣਗੀਆਂ। ਸੋ ਇਹ ਅਸਲ ਜਿਹੜੀ ਗੱਲ ਕਹੀ ਕਹੀ ਹੈ, ਬੈਠਣ ਦੀ ਗੱਲ ਨਹੀਂ ਕੀਤੀ। ਉਹਨੇ ਤਾਂ ਇੱਥੇ ਤੱਕ ਉਹਨੂੰ ਕਿਹਾ ਇਸਤਰੀ ਨੇ ਬਈ ਉਸ ਦਾ ਇਸ ਤਰ੍ਹਾਂ ਦਾ ਸਰੀਰ ਵਿਖਦਾ ਸੀ ਤੇ ਫਿਰ ਰੈਲਫ ਆਨੰਦ ਲੈ ਰਿਹਾ ਸੀ। ਸੋ ਇਹ ਜਿਹੜਾ ਇੱਕ ਮੇਰੇ ਖਿਆਲ ਬਿਯੋਂਡ ਲਿਮਿਟ ਹੈ। ਜਦ ਤੁਸੀਂ ਕਿਸੇ ਨੂੰ ਟਾਰਗੇਟ ਕਰਦੇ ਹੋ, ਰੈਲਫ ਸੁਲਤਾਨ ਨੂੰ ਕਹਿ ਦਿੰਦੇ ਵੀ ਇਹ ਨਿੱਕਰ ਪਾਈ ਫਿਰਦਾ ਸੀ, ਇਹ ਟੇਢਾ ਤੁਰਦਾ, ਵਿੰਗਾ ਤੁਰਦਾ, ਇਹ ਗਰੀਡੀ ਹੈ, ਤੇ ਉਹ ਪਰ ਕਿਸੇ ਨੂੰ ਤੁਸੀਂ ਮਿਲਾ ਕੇ ਕੁਛ ਇਹੋ ਜਿਹੀ ਗੱਲ ਨਹੀਂ ਕਰ ਸਕਦੇ। ਰੈਲਫ ਦੇ ਲਈ ਨਿੱਜੀ ਤੌਰ ਤੇ ਉਹਦੇ ਪਿਛਲੇ 20 ਵਰਿਆਂ 25 ਵਰਿਆਂ ਦੇ ਰਾਜਨੀਤਿਕ ਸਫ਼ਰ ਦੇ ਬਾਰੇ ਉਹ ਹੱਸ ਸਕਦੇ ਸੀ, ਜਿਹੜਾ ਕੁਛ ਮਰਜ਼ੀ ਕਹਿ ਸਕਦੇ। ਪਰ ਇਹ ਹੁਣ ਗੱਲ ਸਾਰੇ ਪਾਸੇ ਜਿਹੜੀ ਮੇਨ ਸਟ੍ਰੀਮ ਮੀਡੀਆ, ਕਿਉਂਕਿ ਇਹਦੇ ਤੇ ਹਲੇ ਮੁਖਾਤਬ ਨਹੀਂ ਹੋਏ ਐਂਡਰਿਊ ਵਿਲਕਿੰਸਨ, ਤੇ ਇਹ ਹਲੇ ਬਾਹਰ ਨਿਕਲ ਕੇ ਗੱਲ ਹੋਰ ਇਹ ਠੰਡੀ ਨਹੀਂ ਪੈਣੀ, ਇਹਦੇ ਤੇ ਇਸ਼ੂ ਹੋਰ ਆਊ ਕਿ ਇਹ ਐਗਜ਼ੈਕਟਲੀ ਹੋਇਆ ਕੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਸਰੀ ਪੁਲਿਸ ਦੀ ਇੱਕ ਖਬਰ ਤੁਹਾਡੇ ਨਾਲ ਆਖਰੀ ਸਾਂਝੀ ਕਰਨੀ ਚਾਹੁੰਦਾ ਮੈਂ, ਇਸ ਵਿਸ਼ੇ ਬਾਰੇ ਵੀ ਤੇ ਅਗਲੇ ਵਿਸ਼ੇ ਬਾਰੇ ਵੀ, ਜਿਹੜੀ ਤੁਸੀਂ ਗੱਲ ਕਰ ਸਕੋ ਤਾਂ ਕਰ ਸਕਦੇ ਹੋ। 604 204 0600 0600 6042040600 ਵਪਾਰਕ ਸੰਦੇਸ਼ ਛੋਟਾ ਜਿਹਾ ਤੇ ਵਾਪਸ ਆਉਣਾ। 10:37 ਹੋ ਗਏ ਆ ਜੀ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਸੀਂ ਸ਼ਾਮਲ ਹੋ। ਅਗਲੇ ਹਿੱਸੇ ਦੇ ਵਿੱਚ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਹੈ, ਸਰੀ ਪੁਲਿਸ ਬਨਾਮ RCMP, ਉਹਦੇ ਬਾਰੇ ਖਬਰਾਂ ਜਿਹੜੀਆਂ ਬੜੀਆਂ ਗਰਮ ਨੇ। ਅੱਜ ਫਿਰ ਜਿਹੜੀ ਮੀਟਿੰਗ ਆਨਲਾਈਨ, ਇੱਕ ਮੀਟਿੰਗ ਜਿਹੜੀ ਹੈ ਸਰੀ ਪੁਲਿਸ ਬੋਰਡ ਦੀ ਹੋ ਰਹੀ ਹੈ, ਤਿਆਰੀ ਹੋ ਰਹੀ ਹੈ। ਚੀਫ ਜਿਹੜਾ ਚੁਣਿਆ ਜਾਣਾ, ਚੀਫ ਦੇ ਬਾਰੇ, ਚੀਫ ਦੇ ਚੁਣਨ ਦੇ ਬਾਰੇ ਕਿਹਨੇ ਕਿਹਨੇ ਐਪਲੀਕੇਸ਼ਨਾਂ ਕੀਤੀਆਂ, ਉਸ ਦੇ ਬਾਰੇ ਕੁਛ ਟਵੀਟ ਨੇ ਜਿਹੜੇ, ਉਸ ਟਵੀਟਸ ਦੇ ਵਿੱਚ ਵੀ ਕੌਣ ਕੌਣ ਐਪਲੀਕੈਂਟ ਹੈ, ਕੌਣ ਕੌਣ ਇਸ ਦੇ ਵਿੱਚ ਜਾ ਸਕਦਾ ਤੇ ਕੀ ਕੀ ਇਹਦੇ ਵਿੱਚ ਚੱਲ ਰਿਹਾ। ਹਾਲਾਂਕਿ ਟਵੀਟਸ ਕਈ ਵਾਰ ਆਈਡੀਜ਼ ਜਿਹੜੀਆਂ ਨੇ ਉਹ ਫੇਕ ਹੁੰਦੀਆਂ ਨੇ, ਪਰ ਇਨਫੋਰਮੇਸ਼ਨ ਜਿਹੜੀ ਉਹਦੇ ਵਿੱਚ ਦਿੱਤੀ ਜਾਂਦੀ ਹੈ ਉਹ ਜਿਹੜੀ ਉਹ ਬੜੀ ਵਾਜਬ ਹੈ। ਸਾਊਥ ਏਸ਼ੀਅਨ ਚੀਫ ਇੱਥੇ ਹੋਏਗਾ ਜਾਂ ਫਿਰ ਹੋਰ ਵੀ ਹੋ ਸਕਦਾ, ਪਤਾ ਨਹੀਂ ਕਿੰਨੀਆਂ ਐਪਲੀਕੇਸ਼ਨ ਨੇ। ਇਹ ਤਾਂ ਮੈਰਿਟ ਤੇ ਉਹਨਾਂ ਨੂੰ ਰਿਕਰੂਟ ਕਰਨਾ ਹੈ। ਪਰ ਰਾਜਨੀਤੀ ਇਹਦੇ ਵਿੱਚ ਜਿਹੜੀ ਨਾਲ ਨਾਲ ਚੱਲ ਰਹੀ ਹੈ, ਰਾਜਨੀਤੀ ਜ਼ਿਆਦੀ ਚੱਲ ਰਹੀ ਹੈ ਜਾਂ ਦੋਨੇ ਪਾਰਟੀਆਂ ਦੇ ਲੀਡਰਾਂ ਨੇ ਇਸ ਤੇ ਗੱਲ ਕਰ ਦਿੱਤੀ। ਐਂਡਰਿਊ ਵਿਲਕਿੰਸਨ ਨੇ ਵੀ ਇਹ ਗੱਲ ਕਹਿ ਦਿੱਤੀ। ਪਹਿਲੇ ਬਿਆਨ ਇਹ ਸੀ ਕਿ ਇਹ ਜਿਹੜਾ ਲੋਕਾਂ ਦੀ ਰਾਏ ਚਾਹੀਦੀ ਆ, ਫਿਰ ਉਹਨਾਂ ਤਾਂ ਰੈਫਰੈਂਡਮ 'ਤੇ ਲੈ ਆਉਣ ਦੀ ਗੱਲ ਸਿੱਧੀ। ਰੈਫਰੈਂਡਮ ਦੇ ਬਾਰੇ ਜਿਹੜਾ ਮੇਅਰ ਡਗ ਮਕਲਮ ਨੇ ਆਪਣੇ ਦੂਸਰੇ ਸ਼ੋਅ ਦੇ ਵਿੱਚ ਆ ਕੇ ਕਿਹਾ ਸੀ, ਉਹ ਕਹਿੰਦੇ ਬਿਲਕੁਲ ਸਿੱਧੀ ਦਖਲਅੰਦਾਜ਼ੀ ਆ ਸਾਡੇ ਕੰਮਾਂ ਦੇ ਵਿੱਚ। ਉਸ ਦਾ ਮਤਲਬ ਨਹੀਂ ਵੀ ਵੋਟਾਂ ਲੈਣ ਲਈ ਇਹ ਕੁਛ ਕਰਨਾ, ਇਹ ਉਹਨੂੰ ਸੋਭਦਾ ਨਹੀਂ। ਉਹਨਾਂ ਨੇ ਵਿਲਕਿੰਸਨ 'ਤੇ ਟਾਰਗੇਟ ਕੀਤਾ। ਤੇ ਦੂਸਰੇ ਬੰਨੇ NDP ਦੇ ਲੀਡਰ ਹੌਰਗਨ, ਉਹਨਾਂ ਨੇ ਵੀ ਕਿਹਾ ਕਿ ਭਰਿੰਡਾਂ ਦਾ ਖੱਖਰ ਹੈ ਇਹ ਜਿਹੜਾ ਸਿਟੀ ਨੇ ਸ਼ੁਰੂ ਕਰ ਲਿਆ, ਇਹ ਸੌਖਾ ਨਹੀਂ ਉਹਨਾਂ ਤੇ ਪਰ ਮੈਂ ਤਾਂ ਇਹਦੇ ਤੋਂ ਬਾਹਰ ਰਹਿਣਾ। ਉਹਨਾਂ ਨੇ ਇਹ ਗੱਲ ਕੀਤੀ। ਦੋਨਾਂ ਦੇ ਬਾਰੇ ਹੀ ਜਿਹੜਾ ਲੋਕਾਂ ਨੇ ਬੜੀ ਤੇਜ਼ ਸੁਰ ਜਿਹੜੀ ਇਹਦੇ ਬਾਰੇ ਜਿਹੜੀ ਲੋਕਾਂ ਨੇ ਅਪਣਾ ਲਈ। ਪਰ ਜਦ ਇਹ ਵਿਲਕਿੰਸਨ ਉਹਨਾਂ ਨੇ ਇਸ ਨੂੰ, ਕਿਉਂਕਿ ਕੈਲਕੂਲੇਟ ਕਰਕੇ ਕੀਤੀ ਗਈ, ਇੱਕ ਇਸ ਤਰ੍ਹਾਂ ਨਹੀਂ ਹੈ ਕਿ ਉਹਨਾਂ ਨੇ ਉਈਓ ਕੱਢ ਮਾਰੀ ਗੱਲ, ਇਹ ਨਹੀਂ, ਇਸ ਤਰ੍ਹਾਂ ਨਹੀਂ ਹੈ। ਉਹਨਾਂ ਨੇ ਗੱਲ ਉਹਦੇ 'ਤੇ ਕੀਤੀ ਹੋਏਗੀ ਕਿ ਫਾਇਦਾ ਜਾਂ ਨੁਕਸਾਨ ਨਾਲ ਦੇ ਬੰਦਿਆਂ ਨੂੰ ਦੱਸ ਕੇ ਕਿ ਇਹਦੇ ਵਿੱਚ ਕੀ ਹੋ ਸਕਦਾ, ਇਹਦੇ ਨਾਲ ਕੀ ਵੋਟਾਂ ਟੁੱਟ ਸਕਦੀਆਂ ਨੇ, ਜੇ ਟੁੱਟਣਗੀਆਂ ਕਿੰਨੀਆਂ ਟੁੱਟਣਗੀਆਂ, ਪਰ ਮਿਲਣਗੀਆਂ ਕਿੰਨੀਆਂ, ਸਰੀ 'ਚ ਕਿੰਨਾ ਅਨੁਪਾਤ ਹੈ ਜਿਹੜਾ RCMP ਨੂੰ ਰੱਖਣਾ ਚਾਹੁੰਦਾ। ਸਰੀ ਦੇ ਵਿੱਚ RCMP ਨੂੰ ਰੱਖਣ ਵਾਲੇ ਕਿੰਨੇ ਨੇ, ਇਹ ਜਿਹੜਾ ਉਹਨਾਂ ਦਾ ਇਸ਼ੂ ਲਿਬਰਲ ਲੀਡਰ ਵੱਲੋਂ, ਕਿਉਂਕਿ ਸਰੀ ਦੀਆਂ ਸੀਟਾਂ ਜਿਹੜੀਆਂ 9 ਨੇ ਨਾ ਜੀ, ਉਹਦੇ ਆਲੇ ਦੁਆਲੇ ਰਾਜਨੀਤੀ ਬੜੀ ਤੇਜ਼ ਹੋਈ ਹੈ। ਉਹ 9 ਸੀਟਾਂ ਨੂੰ ਕਿਹੜੀ ਪਾਰਟੀ ਲੈ ਕੇ ਜਾਂਦੀ ਹੈ, ਕੌਣ ਉਹਦੇ 'ਤੇ ਜ਼ੋਰ ਲਾਏਗਾ,
ਕਿਹੜਾ ਕਿਸ ਦਾ ਜ਼ੋਰ ਚੜ੍ਹ ਜਾਏਗਾ, ਇਸ ਤੇ ਗੱਲ ਬੜੀ ਹੋ ਰਹੀ ਹੈ। RCMP ਤੇ ਪੁਲਿਸ ਇੱਕ ਮੇਰੇ ਖਿਆਲ ਇੰਟਾਇਰਲੀ ਅਲੱਗ ਜਿਹੜਾ ਇਸ਼ੂ ਸੀ, ਜਿਹੜਾ ਸਿਟੀ ਨੇ ਆਪਣੇ ਤੌਰ ਤੇ ਵੋਟਾਂ ਦੇ ਵਿੱਚ ਸੈਟਲ ਕਰ ਲਿਆ ਸੀ ਕਿ ਇਹਦੇ ਤੇ ਕੌਣ ਜਿੱਤੂ ਕੌਣ ਹਾਰੂ, ਰੈਫਰੈਂਡਮ ਇਸ ਦੀ ਕਰਾਉਣ ਦੀ ਜ਼ਰੂਰਤ ਹੈ ਜਾਂ ਨਹੀਂ ਜ਼ਰੂਰਤ। ਇਹ ਤਾਂ ਸਿਟੀ ਦੇ ਲੋਕਾਂ ਨੇ ਮੇਰੇ ਖਿਆਲ ਜਦ ਵੋਟਾਂ ਪਾਈਆਂ ਉਹਨਾਂ ਨੇ ਜਿਸ ਕਰਕੇ ਫਤਵਾ ਜਿਹੜਾ ਲੋਕਾਂ ਨੇ ਮੇਅਰ ਡਗ ਮੁਕੱਲਮ ਨੂੰ ਦਿੱਤਾ, ਉਹਨਾਂ ਨੇ ਦੋ ਚੀਜ਼ਾਂ ਵਿੱਚ ਕਿਹਾ ਸੀ ਵੀ ਮੈਂ ਇੱਕ ਸਕਾਈ ਟ੍ਰੇਨ ਬਣਾਉਣੀ ਹੈ ਜਿਹੜੀ ਲੈਂਗਲੀ ਨੂੰ ਜਾਏਗੀ, ਤੇ ਇੱਕ ਮੈਂ ਸਰੀ ਦੀ ਪੁਲਿਸ ਬਣਾਉਣੀ ਹੈ। ਉਹਦੇ ਤੇ ਲੋਕਾਂ ਨੇ ਵੋਟਾਂ ਪਾਈਆਂ। ਹਾਂ, ਇਹ ਨਹੀਂ ਮੈਂ ਕਹਿੰਦਾ ਵੀ ਸਾਰੇ ਸ਼ਹਿਰ ਨੇ ਉਹਦੇ ਤੇ ਫਤਵਾ ਦਿੱਤਾ, 50,000 ਲੋਕਾਂ ਨੇ ਵੋਟ ਪਾਈ, ਸ਼ਹਿਰ ਦੀ ਵਸੋਂ ਬਹੁਤ ਹੈ, ਪਰ ਹੁਣ ਲੋਕ ਪਾਉਂਦੇ ਹੀ ਵੋਟਾਂ ਇੰਨੀਆਂ ਨੇ। ਉਹਦੇ ਵਿੱਚ ਉਹ ਜਿੱਤ ਗਏ, ਜਿੱਤਣ ਤੋਂ ਬਾਅਦ ਉਹ ਕਹਿੰਦੇ ਮੈਂ ਆਪਣਾ ਵਾਅਦਾ ਪੂਰਾ ਕਰਨਾ ਹੈ। ਉਹਦੇ 'ਚ ਟ੍ਰਾਂਜੀਸ਼ਨ ਦੀ ਗੱਲ ਚੱਲ ਰਹੀ ਹੈ, ਗੱਡੀ ਦੀ ਫੋਟੋ ਉਹਨਾਂ ਨੇ ਦਿਖਾਤੀ, ਵਰਦੀ ਦਿਖਾਤੀ ਦਿੱਤੀ। ਉਸ ਤੋਂ ਬਾਅਦ ਪੁਲਿਸ ਦਾ ਬੋਰਡ ਬਣਿਆ। ਪੁਲਿਸ ਦਾ ਬੋਰਡ ਜਿਹੜਾ ਸ਼ਹਿਰ ਦਾ ਮੇਅਰ ਨਹੀਂ ਬਣਾਉਂਦਾ, ਪੁਲਿਸ ਬੋਰਡ ਲਈ ਲੋਕ ਅਪਲਾਈ ਕਰਦੇ ਆ ਵਿਕਟੋਰੀਆ ਦੇ ਵਿੱਚ, ਸੋਲਿਸਿਟਰ ਜਨਰਲ ਫਿਰ ਉਹ 'ਚ ਫਾਈਨਲ ਕਰਦਾ ਮਾਈਕ ਫਾਰਨਵਰਥ ਨੇ, ਉਹ ਬੰਦੇ ਫਾਈਨਲ ਕੀਤੇ। ਹੁਣ ਬੋਰਡ ਹੈ, ਬੋਰਡ ਅੱਗੇ ਚੀਫ ਚੁਣੇਗਾ, ਚੀਫ ਫਿਰ ਅੱਗੇ ਉਸ ਨੂੰ ਟੇਕ ਓਵਰ ਕਰੇਗਾ ਕਿ ਪੁਲਿਸ ਦੇ ਵਿੱਚ ਕਿਹੜੀ ਉਹਨੇ ਬੰਦੇ ਡਿਪਿਊਟ ਕਰਨੇ ਨੇ, ਕਿਹੜਾ ਜਿਹੜਾ ਡਿਪਟੀ ਚੀਫ ਹੋਏਗਾ, ਕੀ ਹੋਏਗਾ, ਇਹ ਅਗਲੀਆਂ ਗੱਲਾਂ। ਪਰ ਇਹ ਮੁੱਦਾ ਇਸ ਵਾਰ ਜਿਹੜਾ ਹੈ ਹਲੇ ਵੀ ਗਰਮ ਹੈ ਕਿ ਸਰੀ ਦੇ ਵਿੱਚ RCMP ਔਰ ਸਰੀ ਦੀ ਸਿਟੀ ਪੁਲਿਸ। ਸੰਧੂ ਸਾਹਿਬ ਲਾਈਨ ਨੰਬਰ 1 ਤੁਸੀਂ ਏਅਰ ਤੇ ਹੋ ਜੀ। ਹਾਂਜੀ ਬਾਈ ਜੀ, ਸਤਿ ਸਤਿ ਸ਼੍ਰੀ ਅਕਾਲ ਜੀ। ਦੁਆਰਾ ਆਉਣਾ ਪਿਆ, ਧੰਨਵਾਦ ਜੀ। ਜੇ ਹੁਕਮ ਹੋਵੇ ਤਾਂ ਗੱਲ ਕਰ ਸਕਦੇ ਜੀ ਭਾਈ ਸਾਹਿਬ, ਜ਼ਰੂਰ ਥੈਂਕ ਯੂ। ਪਹਿਲੀ ਗੱਲ ਤਾਂ ਵੀ ਅਸੀਂ NDP ਦੇ ਅਪਾਸ਼ਕਾਂ ਬਿਲਕੁਲ ਐਤਕੀ 60 ਸੀਟਾਂ ਤੋਂ ਵੱਧ ਤੇ ਜਿੱਤਣਗੇ, ਕਿਉਂਕਿ ਜਿਹੜਾ 16 ਸਾਲ ਦੇ ਵਿੱਚ ਕੰਮ ਨਹੀਂ ਹੋਇਆ ਸੀ ਇਹਨਾਂ ਨੇ 3 ਸਾਲਾਂ 'ਚ ਕਰਕੇ ਦਿਖਾਤਾ। ਸਾਡੇ ਵੀ ਇੱਥੇ NDP ਦੇ ਉਮੀਦਵਾਰ ਦਾ ਕੋਈ ਬੋਰਡ ਜੇ ਮੈਨੂੰ ਘੱਟ ਨਜ਼ਰ ਆਉਂਦਾ। ਪ੍ਰੀਤ ਰਾਏ ਨੂੰ ਕਿਤੇ ਲੈ ਕੇ ਤੁਸੀਂ ਵਿਚਾਰ ਤਾਂ ਸੁਣਾਓ, ਕਿਤੇ ਲੈ ਕੇ ਆਓ। ਲੈ ਆਉਂਗਾ ਜੀ, ਲੈ ਕੇ ਆਉਂਗਾ। ਹਾਂਜੀ ਇੱਕ ਨੰਬਰ 2 ਜੀ, ਇੱਕ ਸੂਬੇ ਦਾ ਜਿਵੇਂ ਪ੍ਰੋਵਿੰਸ ਦਾ ਲਾ ਲਓ ਆਪਾਂ, 16 ਸਾਲ ਮੁੱਖ ਮੰਤਰੀ ਰਿਹਾ ਹੋਵੇ, ਅੱਜ ਤੁਹਾਨੂੰ ਕਾਹਤੋਂ ਨਹੀਂ ਮਿਲਦਾ। ਇਹਨਾਂ ਦੀ ਪਾਰਟੀ ਤੇ ਲਿਬਰਲ ਵਾਲਿਆਂ ਦੇ ਡਾਕਟਰ ਗੁਲਜ਼ਾਰ ਚੀਮਾ ਸਾਹਿਬ ਨੂੰ ਪੁੱਛੋ ਵੀ ਤੁਹਾਡਾ ਜਿਹੜਾ ਇੰਨਾ 16 ਸਾਲ ਮੁੱਖ ਮੰਤਰੀ ਰਹਿ ਕੇ ਗਿਆ, ਤੁਹਾਡੀ ਪਾਰਟੀ ਦੇ ਕਿੱਧਰ ਲੋਕ ਗਿਆ। ਕਿਉਂਕਿ ਜੇਬਾਂ 'ਚ ਪੈਸੇ ਪਾ ਕੇ ਭੱਜਣੇ ਤਾਂ ਬਹੁਤ ਸੌਖੇ ਹੁੰਦੇ ਆ, ਪਰ ਜਦੋਂ ਲੋਕ ਕੁਐਸਚਨ ਪੁੱਛਦੇ ਆ, ਕਿਉਂਕਿ ਸਾਨੂੰ ਆਮ ਜਨਤਾ ਨੂੰ ਸਾਡੇ ਲਈ ਤਾਂ ਇਹ ਪਾਰਟੀ ਵਧੀਆ। ਮੈਂ ਅੱਗੇ ਵੀ ਕਿਹਾ ਸੀ, ਬਾਗ ਦੇ ਵਿੱਚ ਗਧਾ ਜਿੰਨਾ ਮਰਜ਼ੀ ਹਣਕੀ ਚੱਲੇ, ਸ਼ੇਰ ਇੱਕੋ ਹੀ ਹੁੰਦਾ। ਤਾਂ ਗਾਂ ਨੂੰ ਮੈਂ ਸਤਿਗੁਰੂ ਅੱਗੇ ਜੋਦੜੀ ਕਰਦਾ ਹੁੰਨਾ, ਗਾਂ ਨੂੰ ਐਪੀ ਖੜੇ ਤੇ ਤੁਹਾਡੀ ਜਿੱਤ ਪੱਕੀ ਹੋਊਗੀ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਧੰਨਵਾਦ ਜੀ, ਧੰਨਵਾਦ। ਸ਼ਾਹ ਹਰਪ੍ਰੀਤ ਸਿੰਘ ਜੀ ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ। ਗਿਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਐਤਕੀ ਤਾਂ ਗੱਲ ਉਹ ਹੋ ਗਈ ਜਿਵੇਂ ਅਕਾਲੀ ਤੇ ਕਾਂਗਰਸ ਵੋਟ ਕਿਹਨੂੰ ਪਾਈਏ। ਇੱਕ ਕਹਿੰਦਾ ਵੀ ਅਸੀਂ ਰੈਫਰੈਂਡਮ ਕਰਾਵਾਂਗੇ, ਉਹ ਤਾਂ ਸਰੀ ਦੇ ਲੋਕ ਖੁਸ਼ ਨਹੀਂ। ਦੂਜੇ ਨੇ ਹਸਪਤਾਲ ਐਨ ਮੌਕੇ ਤੇ ਆਏ, ਕਹਿੰਦਾ ਹਸਪਤਾਲ ਬਣਾ 3 ਸਾਲ ਲੰਘੇ, ਹਸਪਤਾਲ ਦਾ ਨਾਂ ਨਹੀਂ ਲਿਆ। ਪਹਿਲਾਂ ਵੋਟਾਂ ਲਿੱਤੀਆਂ ਹਸਪਤਾਲ ਦੇ ਨਾਂ ਤੇ, ਵੋਟਾਂ ਮਿਲ ਗਈਆਂ, ਐਨ ਕੰਢੇ ਤੇ ਖੜੇ ਸੀਗੇ ਵੀ ਹਾਂ ਜਾਂ ਆਰ ਜਾਂ ਪਾਰ। ਜੇ ਸਰੀ ਨੇ ਵੋਟ ਨਾ ਪਾਈ ਹੁੰਦੀ ਹਸਪਤਾਲ ਦੇ ਨਾਂ ਨੂੰ ਤਾਂ ਪਾਰ ਸੀਗੇ, ਦੂਜੇ ਪਾਸੇ ਲੱਗ ਜਾਣਾ ਸੀ। ਵੋਟਾਂ ਲੈ ਕੇ ਵੀ ਹਸਪਤਾਲ ਨਹੀਂ ਡਿਕਲੇਅਰ ਕੀਤਾ, ਉਦੋਂ ਐਨ ਨੇੜੇ ਆ ਕੇ ਜਾਂ ਵੋਟਾਂ ਦਾ ਪੰਗਾ ਪੈ ਗਿਆ ਇਹਨਾਂ ਨੂੰ ਵੀ ਹੁਣ ਅਸੀਂ ਕਰਾਉਣੀਆਂ ਨੇ, ਸਾਰਾ ਪਲਾਨ ਕਰ ਲਿਆ। ਫਿਰ ਸਰੀ ਦਾ ਹਸਪਤਾਲ ਐਲਾਨ ਕਰਤਾ। ਉਧਰ ਬਰਨਵੀ ਨੂੰ 367 ਸੀਟਾਂ ਵਾਲਾ ਹਸਪਤਾਲ, ਬੈੱਡਾਂ ਵਾਲਾ ਹਸਪਤਾਲ, ਇੱਧਰ 120 ਪਤਾ ਕਿੰਨੀਆਂ ਜੀ। ਇਹਨਾਂ ਨੂੰ ਤੁਸੀਂ ਪੁੱਛੋ ਸਹੀ ਵੀ 120 ਨਾਲ ਸਰਜੂ ਸਾਡਾ ਸਰੀ ਦਾ? ਨਹੀਂ ਸਰਨਾ। ਇੱਥੇ 6-700 ਤੋਂ ਉੱਪਰ ਚਾਹੀਦੇ ਨੇ। ਸਰੀ ਮੈਮੋਰੀਅਲ ਵਰਗਾ ਇੱਕ ਹੋਰ ਡਬਲ ਖੜ ਜਾਵੇ ਤਾਂ ਘੱਟ ਹੈ। ਤੇ ਉੱਪਰੋਂ ਆਪਣੇ MLA ਬੋਲ ਕੇ ਰਾਜੀ ਨਹੀਂ। ਇੱਕ ਵੀ MLA ਨੇ ਆ ਕੇ ਸਾਨੂੰ ਇਹ ਨਹੀਂ ਦੱਸਿਆ ਵੀ ਹਾਂ ਸਾਡੇ ਸੁਣਦਾ ਨਹੀਂ, ਸਾਡੀ ਕੋਈ ਆਪਣੀ ਤਨਖਾਹਾਂ ਤੇ ਬੈਠੇ ਨੇ ਉਹ, ਬਸ ਚਾਹੇ ਉਹ ਹੈਰੀ ਬੈਂਸ ਹੈ। ਮੈਂ ਨਿਊਟਨ 'ਚ ਰਹਿਣਾ, ਮੈਨੂੰ ਲੱਗਦਾ ਨਹੀਂ ਮੈਂ ਵੋਟ ਪਾਉਂਦਾ ਹੈਰੀ ਬੈਂਸ ਨੂੰ, ਪਰ ਮੈਂ ਦੂਜੇ ਪਾਸੇ ਵੀ ਕੁਝ ਨਹੀਂ ਹੈਗਾ ਐਤਕੀ। ਪਰ ਵੀਰ ਜੀ ਨਾਲੇ ਤੁਸੀਂ ਵਿਚਾਲੇ ਜੇ ਰਹੋ, ਤੁਸੀਂ ਇੱਕ ਪਾਸੇ, ਮੈਂ ਮੰਨਦਾ NDP ਦੇ ਮੈਂਬਰ ਹੋ, ਪਰ ਇੱਕ ਪਾਸੇ ਰਹੋ ਨਾ, ਜਾਇਓ ਨਾ ਪਲੀਜ਼। ਨਾ ਮੈਂ ਨਹੀਂ ਜਾਂਦਾ, ਮੈਂ ਤੁਹਾਡੇ ਨਾਲ ਗੱਲ ਸਹੀ ਕਰ ਰਿਹਾ। ਦੱਸੋ ਮੈਨੂੰ ਕਦ ਗਿਆ, ਮੈਂ ਦੋਨੇ ਚੀਜ਼ਾਂ ਦੱਸ ਰਿਹਾ। ਮੈਂ ਹੁਣ ਉਹ ਚੀਜ਼ ਨੂੰ ਤੁਸੀਂ ਪਲੀਜ਼, ਮੈਂ ਬਹੁਤ ਵਾਰ ਕਿਹਾ ਵੀ ਉਹ ਇਲੈਕਸ਼ਨ ਹੋ ਗਈ, ਮੈਂ ਜਾਂ ਤਾਂ ਕੋਈ ਦੱਸੋ ਵੀ ਕੋਈ ਜੀ ਮੈਂ ਰੈਲੀ ਕਰ ਰਿਹਾ, ਮੈਂ ਉਹਨਾਂ ਲਈ ਕੰਮ ਕਰ ਰਿਹਾ, ਮੈਂ ਉਹਨਾਂ ਲਈ ਡੋਰ ਨੌਕਿੰਗ ਕਰ ਰਿਹਾ। ਮੈਂ ਨਹੀਂ ਕਰ ਰਿਹਾ ਕੁਛ, ਬਿਲਕੁਲ। ਉਹਨੂੰ ਹੁਣ ਤੁਸੀਂ, ਮੈਂ ਲਾ ਤਾਂ ਸਕਦਾ ਨਹੀਂ ਵੀ ਮੈਂ ਖੁਰਚ ਕੇ ਲਾ ਦੇਵਾਂ ਆਪਣੇ ਤੋਂ, ਪਰ ਮੈਂ ਬੈਲੈਂਸ ਰੱਖ ਕੇ ਆਪਣੇ ਵੱਲੋਂ ਤਾਂ ਕਰਦਾ ਕੋਸ਼ਿਸ਼ ਪੂਰੀ। ਪਰ ਫਿਰ ਵੀ ਜੇ ਮਨ ਦੇ ਵਿੱਚ ਲੱਗਦਾ ਹੈ ਤੁਹਾਨੂੰ, ਉਹਦਾ ਮੈਂ ਹੋਰ ਖਿਆਲ ਰੱਖੂੰਗਾ। ਪਰ ਨਾਲ ਹੀ ਬਾਕੀ ਮੀਡੀਆ ਨੂੰ ਵੀ ਵੇਖੋ
ਜਿਹੜਾ ਟਰਾਂਸਲੇਸ਼ਨ ਇਹ ਗਲਤ ਕਰ ਦਿੰਦਾ ਹੈ। ਅੰਗਰੇਜ਼ੀ 'ਚ ਕੋਈ ਬੰਦਾ ਕੁਛ ਕਹਿ ਰਿਹਾ ਤੇ ਪੰਜਾਬੀ 'ਚ ਮੂਹਰੇ ਹੋਸਟ ਕੁਛ ਰਿਹਾ, ਉਹਦਾ ਵੀ ਖਿਆਲ ਰੱਖਣ ਦੀ ਆਪਾਂ ਨੂੰ ਲੋੜ ਆ, ਜ਼ਰੂਰੀ ਉਹਦਾ ਵੀ ਖਿਆਲ ਰੱਖੋ। ਹੁਣ ਆਹ ਇਸਤਰੀ ਦੀ ਗੱਲ ਜਿਹੜੀ ਕੀਤੀ ਰਾਇਲ ਸੁਲਤਾਨ ਵਾਲੇ ਰੋਸਟ ਦੇ ਚੱਕਰ ਦੇ ਵਿੱਚ, ਉਹ ਹਾਸਾ ਠੱਠਾ ਹੈ। ਸਰੀਰ ਦੇ ਹਿੱਸੇ ਦੇ ਬਾਰੇ ਗੱਲ ਕਰ ਰਹੀ ਆ ਉਹ ਇਸਤਰੀ, 35 ਸਾਲ ਤੇ 53 ਸਾਲ ਛੋਟੀ ਇੱਕ ਉਮੀਦਵਾਰ ਦੇ ਲਈ ਉਹ ਨਾਰਮਲ ਤਾਂ ਹੈ ਨਹੀਂ ਗੱਲ। ਸੋ ਮੇਰੇ ਖਿਆਲ ਆਪਾਂ ਬੈਲੈਂਸ ਤਾਂ ਪੂਰਾ ਰੱਖਦੇ ਹਾਂ। ਫਿਰ ਵੀ ਜੇ ਕਿਤੇ ਤੁਹਾਨੂੰ ਲੱਗਦਾ ਹੈ ਮੈਂ ਹੋਰ ਖਿਆਲ ਰੱਖੂ, ਪਰ ਮੈਂ ਇਸ ਤਰ੍ਹਾਂ ਤਾਂ ਕਰਦਾ ਨਹੀਂ ਕਿ ਮੈਂ ਉਹਨੂੰ ਖਿਆਲ ਨਹੀਂ ਰੱਖਦਾ। ਸੈਮ ਜੀ, ਲਾਈਨ ਨੰਬਰ 1। ਵੀਰ ਜੀ ਬੈਲੈਂਸ ਸਾਰਾ ਕੁਝ ਵਧੀਆ ਕਰਦੇ ਆ। ਕਈ ਵਾਰ ਜਦੋਂ ਅਸੀਂ ਕਿਸੇ ਪਾਰਟੀ ਨਾਲ ਜ਼ਿਆਦਾ ਜੁੜ ਜਾਂਦੇ ਕਈ ਵਾਰ ਲੱਗਣ ਲੱਗ ਪੈਂਦਾ। ਸੋ ਇਹ ਸਾਰਾ ਕੁਝ ਸੈੱਟ ਹੈ, ਕੋਈ ਇਸ਼ੂ ਨਹੀਂ ਹੈਗਾ। ਵੈਸੇ ਗਿੱਲ ਸਾਹਿਬ, ਵੋਟਾਂ ਦੀ ਗੱਲ ਹੈ, ਅਸੀਂ ਕਹਿ ਕੇ ਹੁਣ ਤਾਂ ਥੱਕ ਗਏ। ਮੇਰਾ ਜਿਹੜਾ ਵਿਚਾਰ ਆ ਵੀ 16 ਸਾਲ ਲਿਬਰਲ ਪਾਰਟੀ ਨੇ ਕੀ ਕੀਤਾ। ਦੇਖੋ, ਪਾਰਟੀਆਂ ਦੇ ਏਜੰਡੇ ਹੁੰਦੇ, ਏਜੰਡਿਆਂ ਦੇ ਹਿਸਾਬ ਨਾਲ ਉਹ ਸਹੀ ਚੱਲ ਰਹੀ ਸੀ। ਹੁਣ ਲਿਬਰਲ ਜਿਹੜਾ NDP ਦਾ ਏਜੰਡਾ ਆ ਉਹ ਵੀ ਕੋਈ ਮਾੜਾ ਨਹੀਂ ਹੈਗਾ, ਸੋਸ਼ਲਿਸਟ, ਪਰ ਇਹਦੇ ਨਾਲ ਟੈਟ ਬੜੀ ਚੜ ਗਈ ਆ। ਹੁਣ ਮੂਹਰੇ ਕੀ ਬਣੂਗਾ ਇਹ ਹੁਣ ਗਿੱਲ ਸਾਹਿਬ ਤੁਸੀਂ ਕਾਫੀ ਇਹਦੇ ਬਾਰੇ ਕੋਈ ਪਤਾ ਕਰ ਸਕਦੇ ਵੀ ਗਾਂ ਕੀ ਬਣੂਗਾ। ਕੀ ਹੈ ਜਿਹੜੀ 12-13 ਬਿਲੀਅਨ ਡਾਲਰ ਦੀ ਰੇਟ ਚੜ ਗਈ ਆ, ਇਹਨੇ ਹੋਰ ਵੱਧ ਜਾਣਾ ਤੇ ਸੇਵਾਵਾਂ ਮਿਲ ਸਕਦੀਆਂ ਜਿਹੜੀਆਂ ਹੁਣ ਸਾਰੇ ਪ੍ਰਮੋਟ ਕਰੀ ਜਾਂਦੇ। ਈਵਨ ਲਿਬਰਲ ਪਾਰਟੀ ਵਾਲੇ ਕਹੇ ਅਸੀਂ ਤੁਹਾਨੂੰ ਆਹ ਦਿੰਦੇ ਆ ਕਿ ਹੈ ਇਹਨਾਂ ਦੇ ਹੱਥ ਬਸ ਕੋਈ ਕਿ ਬਸ ਪੇ ਉਹੀ ਵੀ ਡੈਟ ਚੜ ਗਈ ਆ, ਹੁਣ ਕਰਜ਼ੇ ਚੱਕ ਲਓ ਕਿ ਕਰਜ਼ੇ ਲਾਉਣੇ ਵੀ ਆ। ਸੋ ਆਲ ਅਰਾਊਂਡ ਮੈਨੂੰ ਅਜਿਹਾ ਲੱਗਦਾ ਵੀ ਪਾਰਟੀ ਉਹ ਹਜੇ ਚੁਣੀ ਜਾਵੇ। ਸ਼ਾਇਦ ਮੈਂ ਇਸ ਪਾਰਟੀ ਦਾ ਸਪੋਰਟਰ ਕਰਕੇ ਵੀ ਜਿਹੜੀ ਹੋਰ ਡੈਟ ਨਾ ਚੜੇ, ਐਟਲੀਸਟ ਸਮਾਂ ਚੱਲੀ ਜਾਵੇ, ਕਿਉਂਕਿ ਅੱਗੇ ਇਹ ਕੰਮ ਹੋ ਚੁੱਕਿਆ ਹੈਗਾ। ਗਿੱਲ ਸਾਹਿਬ ਤੁਸੀਂ ਜਾਣਦੇ ਹੋਣੇ 16 ਸਾਲ ਦੀ ਗੱਲ ਆਪਾਂ ਕਹਿ ਕੇ ਰੱਖਿਆ ਆ, 16 ਸਾਲ ਕੀ ਕੀਤਾ, ਉਹ ਤੋਂ ਪਹਿਲਾਂ ਕੀ ਹੋਇਆ ਸੀ ਉਹ ਕਈ ਵਾਰ ਆਪਾਂ ਮਿਸ ਕਰ ਜਾਂਦੇ ਹਾਂ। ਸੋ ਉਹਨੂੰ ਵੀ ਵਿੱਚ ਰੱਖਣਾ ਚਾਹੀਦਾ ਵੀ ਜੀ ਗੱਲ ਇੰਨੇ ਕਹਿਣਾ। ਥੈਂਕ ਯੂ ਸੈਮ ਜੀ। ਇੱਕ ਦੂਜੇ ਤੇ ਆਪਾਂ ਕਰਦੇ ਹਾਂ ਖੈਰ, ਉਹ ਲਿਬਰਲਸ ਨੇ NDP ਨੂੰ ਕਹਿਣਾ, NDP ਨੇ ਪਹਿਲਾਂ ਲਿਬਰਲਸ ਨੂੰ ਕਹਿਣਾ, ਇੱਕ ਦੂਜੇ ਦੇ ਨਾਲ ਹੀ ਅਸੀਂ ਗੱਲਬਾਤ ਕਰਦੇ ਹਾਂ, ਕਿਉਂਕਿ ਰਾਜਨੀਤੀ ਤਾਂ ਰਾਜਨੀਤਿਕ ਬੰਦਿਆਂ ਰਾਜਨੀਤੀ ਕਰਨੀ ਹੈ। ਸਾਹ ਧਰਮਿੰਦਰ ਸਿੰਘ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ ਹਰਜੀਤ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੈਂ ਛੋਟਾ ਕਮੈਂਟ ਕਰਨਾ ਜੀ। ਮੈਂ ਵੀ ਦੇਖੀ ਸੀ ਵੀਡੀਓ ਜਿਹੜੀ ਉਹ ਕੁੜੀ ਹੈ 35 ਸਾਲ ਦੀ ਨਾਰਥ ਵੈਨਕੂਵਰ ਵਾਲੀ, ਉਹ 'ਚ ਐਂਡਰਿਊ ਵਿਲਕਿੰਸਨ ਵੀ ਹੱਸ ਰਿਹਾ ਤੇ ਹੋਰ ਵੀ ਹੱਸ ਰਿਹਾ। ਉਹ ਹਾਸਾ ਬੜਾ ਚਾਹੁੰਦਾ ਆ ਬੰਦੇ ਨੂੰ, ਨਾ ਕਿਸੇ ਨੂੰ ਆਪਾਂ ਮਜ਼ਾਕ ਬਣਾ ਰਹੇ ਆ ਤੇ ਉਹ ਲੋੜ ਸੀ ਕੰਡੈਮ ਕਰਨ ਦੀ। ਚਲੋ ਮਾਫੀ ਮੰਗੀ ਇਹਨਾਂ ਨੇ, ਪਰ 5ਵੀਂ ਮਾਫੀ ਆ ਬਾਈ ਜੀ ਐਂਡਰਿਊ ਦੀ, ਜੋ ਸ਼ੁਰੂ ਹੋਈ ਆ ਇਹਨਾਂ ਨੇ ਹੈਰੀ ਕਹਿੰਦਾ ਰਵੀ ਕਾਲੋ ਵਾਰੀ ਇਹਨਾਂ ਨੇ ਕਿਹਾ ਸੀਗਾ ਵੀ ਇਹ ਥੋੜਾ ਜਿਹਾ ਗਰਮ ਸੁਭਾਅ ਦਾ ਬੰਦਾ ਆ। ਇਹ ਵੀ ਇਹਨਾਂ ਦੀ ਨੋਟ ਕਰੀ ਜਾਵੇ ਗੱਲ। ਬਾਕੀ ਬਾਈ ਜੀ ਚਲੋ ਮੀਡੀਆ ਮੈਂ ਵੀ ਸੁਣਦਾ ਰਹਿਣਾ, ਮੀਡੀਆ ਸਾਰੇ ਹਨਾ, 3.25 ਸਾਲ ਤੋਂ ਮੀਡੀਆ ਦੇ ਸੂਤਰ ਜ਼ਿਆਦਾ ਸਰਗਰਮ ਹੋਏ ਨੇ। ਜਦੋਂ ਜ਼ਮੀਨ ਵਿਕਦੀ ਸੀ ਸਰੀ ਹਸਪਤਾਲ ਦੀ, ਉਦੋਂ ਨਹੀਂ ਸੂਤਰ ਸੀਗੇ ਬਾਈ ਜੀ। ਜੇ ਆਪਾਂ ਉਦੋਂ ਨਹੀਂ ਲੋਕਾਂ ਨੂੰ ਦੱਸਿਆ ਜਾਂਦਾ ਭਾਈ ਆਹ ਜ਼ਮੀਨ ਤੁਹਾਡੀ ਵੇਚੀ ਜਾ ਰਹੀ ਆ, ਹੁਣ ਇੰਨਾ ਪ੍ਰਾਪੇਗੰਡਾ ਕਰਿਆ ਜਾ ਰਿਹਾ, ਠੀਕ ਆ, ਹਸਪਤਾਲ ਦੀ ਲੋੜ ਆ, ਬਣਨਾ ਚਾਹੀਦਾ, ਇਹ ਲੇਟ ਆ, ਇਹਨੂੰ ਪਹਿਲਾਂ ਇੱਕ ਚਾਹੀਦਾ ਬਣਨਾ ਹਨਾ। ਪਰ ਉਹੀ ਆ ਵੀ ਸੂਤਰ ਸਾਨੂੰ ਸੂਤਰ ਦੱਸਦੇ ਆ, ਉਹੀ ਆ ਵੀ ਸੂਤਰ ਉਦੋਂ ਕਿੱਥੇ ਸੀਗੇ, ਹੁਣ ਸੂਤਰ ਇੰਨੇ ਸਰਗਰਮ ਨੇ। ਥੈਂਕ ਯੂ ਭਾਈ, ਇਹੀ ਕਹਿਣਾ ਸੀ। ਬਿਲਕੁਲ, ਦੇਖੋ ਉਹ ਚੀਜ਼ ਦੇ ਵਿੱਚ ਜੇ ਐਂਡਰਿਊ ਵਿਲਕਿੰਸਨ ਆ ਕੇ ਕਹਿੰਦਾ ਵੀ ਇਹਨਾਂ ਨੇ ਹਸਪਤਾਲ ਨਹੀਂ ਬਣਾਉਣਾ, ਤਾਂ ਮੇਰਾ ਜਿਹੜਾ ਕੁਐਸਚਨ ਉਹਨੂੰ ਚਾਹੀਦਾ ਵੀ 2014-15 'ਚ ਤੁਸੀਂ ਜ਼ਮੀਨ ਸਾਡੀ ਕਿਉਂ ਵੇਚ ਗਏ? ਜੇ ਮੈਂ ਉਹਨੂੰ ਸਵਾਲ ਨਹੀਂ ਪੁੱਛਦਾ ਇਹਦਾ ਮਤਲਬ ਫਿਰ ਮੈਂ ਤਰਫਦਾਰੀ ਕਰਦਾ। ਸਰ ਪਰਮਜੀਤ ਸਿੰਘ ਖੋਸਲਾ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬੜਾ ਹਾਂਜੀ, ਬੜਾ ਇਸ਼ੂ, ਬੜਾ ਸੈਂਸਿਟਿਵ ਤੁਸੀਂ ਛੇੜਿਆ। ਮਤਲਬ ਦੇਖੋ ਇਹਦੇ ਵਿੱਚ ਸਾਰੀਆਂ ਧਿਰਾਂ ਹੀ ਜੇ ਆਪਾਂ ਦੇਖਿਆ ਜਾਵੇ ਨਾ, ਉਹ ਆਪਣੀ ਆਪਣੀ ਗੱਲ ਕਰ ਰਹੀਆਂ। ਰੈਫਰੈਂਡਮ ਹੋਣਾ ਬਿਲਕੁਲ ਹੋ ਸਕਦਾ ਹੈ, ਵੱਡੇ ਇਸ਼ੂਆਂ ਦੇ ਉੱਤੇ ਰੈਫਰੈਂਡਮ ਹੁੰਦੇ ਰਹੇ ਆ ਔਰ ਹੋ ਸਕਦੇ ਆ ਰੈਫਰੈਂਡਮ। ਜੇ ਸਿਟੀ ਇਸ ਗੱਲ ਤੇ ਕਦੇ ਮੇਅਰ ਸਾਹਿਬ ਕਹਿਣ ਕਿ ਮੈਂ ਤਾਂ ਬਿਲਕੁਲ ਇਸ ਗੱਲ ਤੇ ਜਿੱਤਿਆ, ਉਹ ਆਪਣੀ ਥਾਂ ਤੇ ਠੀਕ ਹੈਗੇ ਆ। ਜੇ ਹਰਬੰਸ ਸਾਹਿਬ ਕਹਿੰਦੇ ਉਹਨਾਂ ਨੇ ਪੱਲਾ ਛਡਾ ਲਿਆ ਕਿ ਮਤਲਬ ਮੈਂ ਭਿੰਡਾਂ ਦੇ ਖੱਖਰ ਨੂੰ ਛੇੜਨਾ ਹੀ ਨਹੀਂ, ਉਹ ਉਹਨਾਂ ਨੇ ਸਿੱਧੀ ਗੱਲ ਹੀ ਕਹਿਤੀ। ਉਹ ਕਹਿੰਦੇ ਵੀ ਲੋਕਾਂ ਦਾ ਮਸਲਾ, ਲੋਕਾਂ ਨੇ ਚੁਣਿਆ ਸਿਟੀ ਨੂੰ, 5000 ਤੋਂ ਉੱਤੇ ਜਿੱਥੇ ਆਬਾਦੀ ਆ ਉਹ ਆਪਣੀ ਪੁਲਿਸ ਬਣਾ ਸਕਦੇ ਆ, ਕਾਨੂੰਨੀ ਤੌਰ ਤੇ ਉਹਨਾਂ ਦਾ ਹੱਕ ਹੈ, ਠੀਕ ਹੈ। ਉਹ ਕਹਿੰਦੇ ਮੈਂ ਨਹੀਂ ਵਿੱਚ ਵੜਨਾ। ਹੁਣ ਆ ਗਈ ਮਾਈਕ ਫਰਨਵਰਥ, ਉਹਨਾਂ ਨੇ ਡੈਮੋਕ੍ਰੈਟਿਕ ਗੱਲ ਕਰਤੀ ਵੀ ਹਾਂ ਬਈ ਡੈਮੋਕ੍ਰੇਸੀ ਦੇ ਵਿੱਚ ਅਧਿਕਾਰ ਆ, ਅਸੀਂ ਬਣਾਤਾ। ਪਰ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਹੈ ਜਿਹਦੇ ਬਾਰੇ ਤੁਸੀਂ ਇੱਕ ਵਿੱਚ ਦੀ ਹਿੰਟ ਵੀ ਦੇ ਕੇ ਗਏ ਹੋ ਵੀ
ਸਾਰੇ ਲੋਕਾਂ ਦਾ ਫਤਵਾ ਨਹੀਂ ਆ ਉਹ। ਬਿਲਕੁਲ ਜਦੋਂ ਮਿਊਨਿਸਪਲ ਦੀਆਂ ਚੋਣਾਂ ਹੋਈਆਂ, ਸਿਟੀ ਦੀਆਂ ਚੋਣਾਂ ਹੋਈਆਂ, ਉਹ 'ਚ ਬਹੁਤ ਸਾਰੇ ਲੋਕਾਂ ਨੇ ਪਾਰਟਿਸਿਪੇਟ ਨਹੀਂ ਕੀਤਾ ਜੀ। ਔਰ ਜਿੱਤ ਵਾਲੀ ਧਿਰ ਹੈ ਜਿਹੜੀ, ਉਹਨੂੰ ਕਿੰਨੇ % ਵੋਟਾਂ ਪਈਆਂ, ਉਹਦੇ ਹਿਸਾਬ ਦੇ ਦੇਖਿਆ ਸਾਰਿਆਂ ਲੋਕਾਂ ਨੂੰ ਇਹ ਰਿਪਰੈਜ਼ੈਂਟ ਨਹੀਂ ਕਰਦੀ ਗੱਲ। ਪਰ ਇਹਦੇ ਵਿੱਚ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਹੈ ਨਾ, ਜਿਹੜੀ ਹਜੇ ਤੱਕ ਡਿਸਕਸ ਹੀ ਨਹੀਂ ਹੋ ਰਹੀ, ਕੋਈ ਮੰਗ ਹੀ ਨਹੀਂ ਕਰ ਰਿਹਾ। ਆਪਾਂ ਵੀ ਕਈ ਵਾਰੀ, ਤੁਸੀਂ ਵੀ ਬਹੁਤ ਇਸ ਗੱਲ ਤੇ ਇਸ਼ੂ ਤੇ ਕਾਫੀ ਗੱਲਾਂ ਕਰ ਚੁੱਕੇ ਹੋ, ਪਰ ਲੋਕ ਪਤਾ ਨਹੀਂ ਉਸ ਗੱਲ ਨੂੰ ਸਮਝਣ ਨੂੰ ਕਿਉਂ ਨਹੀਂ ਤਿਆਰ ਵੀ ਜਿਹੜਾ ਪੁਲਿਸ ਬੋਰਡ ਹੈ ਉਹ ਟ੍ਰਾਂਜੀਸ਼ਨ ਤੇ ਆਉਣ ਵਾਲੇ ਖਰਚੇ ਤੇ ਹੋਰ ਜਿਹੜੀਆਂ ਹਿਡਨ ਗੱਲਾਂ ਉਹ ਕਲੀਅਰ ਕਿਉਂ ਨਹੀਂ ਕਰ ਰਿਹਾ, ਜਦ ਕਿ ਟ੍ਰਾਂਜੀਸ਼ਨ ਜਿਹੜਾ ਹੁਣ ਪੁਲਿਸ ਬੋਰਡ ਹੈ ਅੱਜ, ਉਹਦੀ ਡਿਊਟੀ ਇੱਕ ਬਣਦੀ ਹੈ ਕਿ ਉਹ ਲੋਕਾਂ ਨੂੰ ਕਲੀਅਰ ਕਰੇ। ਸਰਕਾਰਾਂ ਨੇ ਆਪਣੀਆਂ ਗੱਲਾਂ ਕਲੀਅਰ ਕਰਤੀਆਂ, ਆਪੋਜੀਸ਼ਨ ਨੇ ਕਲੀਅਰ ਕਰਤੀਆਂ, ਪਰ ਪੁਲਿਸ ਬੋਰਡ ਕਿਉਂ ਨਹੀਂ ਲੋਕਾਂ ਨੂੰ ਦੱਸ ਰਿਹਾ ਭਾਈ ਇਹ ਤੇ ਟ੍ਰਾਂਜੀਸ਼ਨ ਤੇ ਆ ਖਰਚਾ, ਤਾਂ ਕਿ ਫੇਰ ਲੋਕ ਮਨ ਬਣਾਉਣ ਕਿ ਮਤਲਬ ਕੀ ਗਲਤ ਹੈ ਤੇ ਕੀ ਠੀਕ ਹੈ। ਸੋ ਮੇਰੀ ਇੰਨੀ ਗੱਲ ਹੀ ਸੀ ਕਹਿਣੀ ਜੀ। ਧੰਨਵਾਦ ਜੀ ਖੋਸਲਾ ਸਾਹਿਬ, ਥੈਂਕ ਯੂ। ਦੇਖੋ, ਜਿਹੜੀ ਗੱਲ ਹੁਣ ਰੱਬ ਲੱਗਦੀ ਜੇ ਕਰਨੀ ਹੈ, ਉਹ ਤਾਂ ਗੱਲ ਇਹੀ ਹੈ ਬਈ 6 ਲੱਖ ਦੀ ਵਸੋਂ ਵਾਲਾ ਸ਼ਹਿਰ ਹੈ। 6 ਲੱਖ ਦੀ ਵਸੋਂ ਦੇ ਵਿੱਚੋਂ 2 ਲੱਖ ਦੇ ਕਰੀਬ ਵੋਟ ਪਾਉਣ ਵਾਲੇ ਲਾ ਲਓ, 2.5 ਲੱਖ ਸਿਟੀਜ਼ਨ ਲਾ ਲਓ। 2.5 ਲੱਖ ਦੇ ਵਿੱਚ ਫਿਰ ਉਹਨਾਂ ਦੇ ਵਿੱਚੋਂ ਕਿੰਨੀਆਂ ਵੋਟਾਂ ਪਈਆਂ ਟੋਟਲ ਦੋਨੇ ਪਾਸੇ? ਚਲੋ ਜੇ ਇੱਕ ਇੱਧਰ ਤਾਂ ਇੱਕ ਜੇ ਸੇਫ ਸਰੀ ਕੋਲੀਸ਼ਨ ਦੇ ਸਾਰੇ ਜਿੰਨੇ ਜਿਹੜੇ ਨੇ ਕੌਂਸਲਰ ਨੇ ਤੇ ਮੇਅਰ 50-50 ਹਜ਼ਾਰ ਪੈ ਗਏ, ਤਾਂ 50 ਹਜ਼ਾਰ ਨੇ ਪਾਇਆ। ਆਪੋਜੀਸ਼ਨ ਵਾਲਿਆਂ ਨੂੰ ਜੇ 40,000 ਰੁਪਈਆ, ਲੱਖ ਕੁ ਬੰਦਾ ਇਨਵੋਲਵ ਹੋ ਗਿਆ, ਤੇ ਲੱਖ ਬੰਦਾ, ਤੇ ਉਸ ਤੋਂ ਬਾਅਦ ਬਾਕੀ ਹੋਰ ਵੱਡੀ ਵਸੋਂ ਵੀ ਹੈ। ਵੱਡੀ ਵਸੋਂ ਦੇ ਵਿੱਚ ਮੰਨ ਲਓ 6 ਲੱਖ ਬੰਦੇ ਦਾ ਜਿਹੜਾ ਨਿਰਣਾ ਹੈ, ਉਸ ਨੂੰ ਵੀ ਉਸਦੇ ਮੱਦੇ ਨਜ਼ਰ ਵੀ ਗੱਲ ਹੋਣੀ ਚਾਹੀਦੀ ਹੈ। ਇਹ ਦੇਖੋ, ਜੇ ਸਹੀ ਗੱਲ ਕਰਦੇ ਹੋ ਤਾਂ ਵੋਟਾਂ ਪਾਉਣੀਆਂ ਹੋਰ ਗੱਲ ਹੈ, ਰੈਫਰੈਂਡਮ ਤੇ ਗੱਲ ਕਰਨੀ ਹੋਰ ਗੱਲ ਹੈ, ਪਰ ਜਿਹੜੇ ਲੈਵਲ ਤੇ ਹੁਣ ਉਹ ਗੱਲ ਤੋਰੀ ਗਈ ਉਹਦੇ 'ਚ ਫਿਰ ਵੋਟਾਂ ਦੀ ਰਾਜਨੀਤੀ ਉਹਨੂੰ ਕਿਹਾ ਜਾ ਸਕਦਾ, ਕਿਉਂਕਿ ਗੱਲ ਲੇਟ ਹੋਈ ਪਈ ਹੈ। ਉਧਰ ਤਾਂ ਉਹ ਜਿਹੜਾ ਬੋਰਡ ਚੁਣ ਕੇ ਉਹ ਤਾਂ ਆਲਮੋਸਟ ਨੇੜੇ ਕਰੀ ਬੈਠੇ ਨੇ ਸਾਡਾ ਚੀਫ ਕੌਣ ਹੈ, ਤੇ ਉਧਰ ਜੇ ਆਪਾਂ ਰੈਫਰੈਂਡਮ ਦੀ ਗੱਲ ਕਰਦੇ ਹੋ ਫਿਰ ਇਸ ਨੂੰ ਤਾਂ ਮੇਅਰ ਨੇ ਗੱਲ ਕਹੀ ਵੀ ਮੇਰੇ ਇਹ ਕੰਮ 'ਚ ਦਖਲਅੰਦਾਜ਼ੀ ਹੈ, ਇਹ ਰਾਜਨੀਤੀ ਤੋਂ ਪ੍ਰੇਰਿਤ ਹੈ। ਇੱਥੇ ਗੱਲ ਖੜੀ ਹੈ। ਜੇ ਜਿੱਦਣ 2018 'ਚ ਬਣ ਗਏ, ਐਂਡਰਿਊ ਵਿਲਕਿੰਸਨ ਬਣੇ ਨੇ ਨਾ, 18 ਦੇ ਵਿੱਚ ਅਕਤੂਬਰ 'ਚ ਮੇਅਰ ਚੁਣਿਆ ਜਾਂਦਾ ਤੇ 18 'ਚ ਗੱਲ ਚੱਲਦੀ, ਤੇ ਫਿਰ ਉਦਣ ਇਹ ਗੱਲ ਚੱਲਦੀ ਇਹ, ਫਿਰ ਬੜਾ ਸਤਿਕਾਰ ਹੋਣਾ ਸੀ ਤੇ ਕਲੀਅਰ ਜਿਹੜਾ ਵਿਊ ਹੋਣਾ ਸੀ ਲੋਕਾਂ ਦੇ ਦਿਮਾਗ 'ਚ ਹੋਣਾ ਵੀ ਖੜਾ ਬੰਦਾ ਜਿਹੜਾ 2 ਸਾਲਾਂ ਦਾ ਕਰ ਰਿਹਾ, 2 ਸਾਲਾਂ ਤੋਂ ਹੀ ਜੇ ਉਹ ਕਲੀਅਰ ਕਰਦੇ ਵੀ ਭਾਈ ਇਹ ਜਿਹੜੀਆਂ ਵੋਟਾਂ ਪਈਆਂ ਇਹ ਗੱਲ ਅਲੱਗ ਹੈ, ਜੇ ਮੈਂ ਕੱਲ੍ਹ ਨੂੰ 2021 ਦੇ ਵਿੱਚ ਤਾਂ ਵੋਟਾਂ ਪੈਣੀਆਂ ਸੀ ਮਈ 'ਚ, ਵੀ ਜੇ ਮੈਂ ਵੋਟਾਂ ਜਿੱਤਦਾ ਤਾਂ ਮੈਂ ਇਹ 'ਤੇ ਰੈਫਰੈਂਡਮ ਕਰਾਊਂਗਾ। ਇਹਦੇ ਨਾਲ ਪੋਜੀਸ਼ਨ ਐਂਡਰਿਊ ਵਿਲਕਿੰਸਨ ਉਹਨਾਂ ਦੀ ਬਹੁਤ ਕਲੀਅਰ ਹੋਣੀ ਸੀ। ਓਲੀਵਰ ਓਸੋਇਸ ਕਰਮੀਅਸ ਦੀ ਜਿਹੜੀ ਕਮਿਊਨਿਟੀ ਆ ਸਾਡੀ 5-5, 7-7, 10-10 ਏਕੜਾਂ ਵਾਲੀ, ਉਹ ਬਹੁਤ ਅੱਜ ਕੱਲ੍ਹ ਦੁਖੀ ਹੈ। ਉਹ ਕਹਿੰਦੇ ਯਾਰ ਸਾਨੂੰ ਮਸਾਂ ਅਸੀਂ ਸਤਿਕਾਰ ਇਹਦੇ 'ਤੇ ਬੜਾ ਬਹਾਲ ਔਖਾ ਕਰਾਇਆ ਸੀ, ਉਹ ਸਤਿਕਾਰ ਸਾਨੂੰ ਖੁੱਸਦਾ ਲੱਗਦਾ। ਹਾਲੇ ਇਹੋ ਜਿਹੀ ਤਾਂ ਗੱਲ ਨਹੀਂ ਹੈ ਕਿ ਲੋਕਲ ਜਿਹੜੀ ਮੇਨ ਸਟ੍ਰੀਮ ਕਮਿਊਨਿਟੀ ਹੈ ਉਹ ਇਸ ਤਰ੍ਹਾਂ ਸੋਚਦੀ ਹੋਊਗੀ ਕਿ ਜਿਹੜਾ ਇਹ ਸਾਰੇ ਇਸ ਤਰ੍ਹਾਂ ਲੋਕ ਜਿਹੜੇ ਨੇ ਕਰਦੇ ਆ, ਪਰ ਫਿਰ ਵੀ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਹੈ। ਬੜੀਆਂ ਖਬਰਾਂ ਉੱਥੋਂ ਆ ਰਹੀਆਂ ਨੇ ਜ਼ਮੀਨਾਂ ਦੀਆਂ ਮਲਕੀਅਤ ਦੇ ਸੰਬੰਧ ਦੇ ਵਿੱਚ ਕਿ ਜ਼ਮੀਨ ਕਿਹੜੇ ਬੰਦਿਆਂ ਦੀ, ਵੈਨਕੂਵਰ ਦਿਆਂ ਦੀ ਇੱਥੇ ਹੈ, ਤੇ ਇੱਕ ਭੰਗ ਦਾ ਉਗਾਉਣ ਦਾ ਠੇਕਾ, ਜਿਹੜਾ ਕੰਟਰੈਕਟ ਭੰਗ ਉਗਾਉਣ ਦਾ ਲਾਇਸੈਂਸ ਵੀ ਉੱਥੇ ਲੇਟਲੀ ਮਿਲਿਆ, ਉਹਦੇ 'ਚ ਵੀ ਰਾਜਨੀਤਿਕ ਬੰਦਿਆਂ ਦੀ ਸ਼ਮੂਲੀਅਤ ਦੀਆਂ ਗੱਲਾਂ ਆ ਰਹੀਆਂ ਨੇ। ਹਲੇ ਕਾਗਜ਼ ਪੱਤਰ ਕੋਈ ਹੱਥ 'ਚ ਨਹੀਂ, ਤਾਂ ਮੈਂ ਉਹ ਗੱਲ ਨਹੀਂ ਕਰਨਾ ਚਾਹੁੰਦਾ, ਪਰ ਗੱਲ ਸੁਣ ਲਓ ਬਹੁਤ ਹੋ ਰਹੀ ਹੈ ਉੱਥੇ। ਇਹ ਸੀ ਜੀ ਅੱਜ ਦਾ ਹਰਜੀਤ ਸਿੰਘ ਗਿੱਲ ਸ਼ੋਅ। ਕੱਲ੍ਹ ਨੂੰ 9 ਵਜੇ ਫੇਰ ਮੁੜਦਾ। ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਹਿੱਸਾ ਪਾਇਆ, ਜਿਨ੍ਹਾਂ ਨੇ ਸੁਣਿਆ। ਰੱਬ ਰਾਖਾ।